ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਆਪ ਜੀ ਸਾਰਿਆਂ ਦਾ ਸਿੱਖੀ ਸਪੀਕ ਦੇ ਅੱਜ ਦੇ ਐਪੀਸੋਡ ਦੇ ਵਿੱਚ ਤਹਿ ਦਿਲੋਂ ਸਵਾਗਤ ਹੈ। ਕੱਲ ਰੋਜ਼ ਸਿੱਖ ਪੰਥ ਨੇ ਉਹ ਮਹਾਨ ਛਟਮ ਪੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਧਾਰਨ ਕੀਤੀਆਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਦੇ ਦਿਵਸ ਨੂੰ ਮਨਾਇਆ ਤੇ ਅੱਜ ਉਹ ਅਕਾਲ ਦਾ ਤਖਤ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੈਠ ਕਰਕੇ ਕਿਹਾ ਸੀ, ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਧਾਰਮਿਕ ਤੌਰ ਤੇ ਸੁਤੰਤਰ ਹੋਵੇਗਾ ਤੇ ਰਾਜਸੀ ਤੌਰ ਤੇ ਵੀ ਸੁਤੰਤਰ ਹੋਵੇਗਾ। ਤੇ ਨੱਥਾ ਤੇ ਅਬਦੁੱਲਾ ਨੇ ਵਾਰ ਗਾਈ, ਉਹਨਾਂ ਬਖਸ਼ਿਆ, ਕਹਿੰਦੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਤੇ ਉੱਥੇ ਉਹਨਾਂ ਬਚਨ ਕਹੇ, ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ। ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਸਲ 'ਚ ਸ਼ਖਸੀਅਤ ਤੇ ਪੱਗ ਦੀ ਸੋਭਤਾ ਤੇ ਸਿਰਫ ਤੁਹਾਡੀ ਆ, ਜਹਾਂਗੀਰ ਦੀ ਪੱਗ ਤੇਰੇ ਸਾਹਮਣੇ ਕਿੱਥੇ ਟਿਕ ਸਕਦੀ। ਤੇ ਪਿਆਰਿਓ, ਸਤਿਗੁਰ ਦੀ ਬਾਣੀ ਕਹਿੰਦੀ ਹੈ, ਕਹਿੰਦੇ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ, ਕਉ ਹਰ ਸਮਾਨ ਨਹੀਂ ਰਾਜਾ। ਗੁਰੂ ਵਰਗਾ ਰਾਜਸੀ ਸ਼ਖਸੀਅਤ ਕਿਹਦੀ? ਪਿਆਰਿਓ, ਅੱਜ ਸਾਡੇ ਨਾਲ ਇੱਕ ਬਹੁਤ ਹੀ ਪੰਥ ਦੀ ਮਹਾਨ ਸ਼ਖਸੀਅਤ ਤੇ ਵਿਸ਼ਾ ਸਾਡਾ ਅੱਜ ਦਾ ਬਹੁਤ ਗੰਭੀਰ ਹੈ। ਪਿਆਰਿਓ, 36 ਸਾਲ ਪਹਿਲਾਂ ਸਿੱਖ ਪੰਥ ਨੇ ਆਪਣੀ ਛਾਤੀ ਤੇ ਜੋ ਦਰਦ ਹੰਢਾਏ ਤੇ ਉਹ 84 ਦਾ ਕਤਲੇਆਮ ਜੋ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ। ਤੇ ਪਿਆਰਿਓ, ਉਸ ਜੋ ਸਾਡੇ ਛਾਤੀ ਤੇ ਜ਼ਖਮ ਪੰਥ ਨੇ ਹੰਢਾਏ, ਉੱਥੇ ਪੰਥ ਦੇ ਵਿੱਚੋਂ ਇੱਕ ਲੀਡਰ ਪੈਦਾ ਹੋਇਆ ਤੇ ਉਸ ਲੀਡਰ ਨੇ ਨਾ ਸਿਰਫ ਪੰਥ ਦੇ ਨਾਲ ਖੜ ਕੇ ਬਲਕਿ ਇੱਕ ਕਰੂਸੇਡਰ ਦੀ ਤਰ੍ਹਾਂ ਆਪਣਾ ਸਾਰਾ ਜੀਵਨ ਉਸ ਇੱਕ ਜੋ ਵਕਫਾ ਹੋਇਆ ਉਹਦੇ ਪਿੱਛੇ ਲਾ ਦਿੱਤਾ। ਤੇ ਨਾ ਸਿਰਫ ਉਹ, ਇੱਕ ਬਹੁ ਪੱਖੀ ਸ਼ਖਸੀਅਤ ਜਿਹਨੇ ਨਾ ਸਿਰਫ 84 ਦੇ ਜਿਨ੍ਹਾਂ ਨੇ ਘਾਣ ਕੀਤੇ ਉਹਨਾਂ ਨੂੰ ਜੇਲ੍ਹਾਂ 'ਚ ਬਚਾਉਣ ਦਾ ਯਤਨ ਕੀਤਾ, ਸਗੋਂ ਪੰਥ ਨੂੰ ਵਕਤੀ ਤੌਰ ਤੇ ਹਰ ਵੇਲੇ ਆਪਣੇ ਜੀਵਨ ਵਿੱਚੋਂ ਸੇਧਾਂ ਦਿੱਤੀਆਂ ਤੇ ਸਮਝਾਉਣ ਦਾ ਯਤਨ ਕੀਤਾ। ਕਹਿੰਦੇ ਆਹ ਚੀਜ਼ ਜੀਵਨ ਵਿੱਚ ਜ਼ਰੂਰ ਤੇ ਲਾਜ਼ਮੀ ਆ। ਪਿਆਰਿਓ, ਸਰਦਾਰ ਹਰਵਿੰਦਰ ਸਿੰਘ ਜੀ ਫੁਲਕਾ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਭਾਰਤ ਦੀ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਦੇ ਕੇ ਵੀ ਸਤਿਕਾਰਿਆ ਗਿਆ। ਪਰ ਇਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ, ਕਿਉਂਕਿ ਜਿਹਦਾ ਜੀਵਨ ਬੋਲਦਾ ਆ ਉਹਦੇ ਵਾਸਤੇ ਬੋਲ ਥੋੜੇ ਪੈ ਜਾਂਦੇ ਨੇ। ਸੋ ਆਓ ਰਲ ਮਿਲ ਕੇ ਸਰਦਾਰ ਹਰਵਿੰਦਰ ਸਿੰਘ ਜੀ ਫੁਲਕਾ ਜੀ ਦਾ ਸਵਾਗਤ ਕਰੀਏ ਤੇ ਨਾਲ ਆਪਣੀ ਜਿਹੜੀ ਸਵਾਲਾਂ ਦੀ ਲੜੀ ਹੈ ਉਹ ਅਸੀਂ ਆਰੰਭ ਕਰਾਂਗੇ। ਸੋ ਸਰਦਾਰ ਹਰਵਿੰਦਰ ਸਿੰਘ ਜੀ ਫੁਲਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸੰਪੂਰਨ ਮੌਲਿਓ ਦੀ ਟੀਮ ਵੱਲੋਂ ਵੀ ਤੇ ਸੰਗਤ ਵੱਲੋਂ ਵੀ ਤਹਿ ਦਿਲੋਂ ਆਪ ਜੀ ਦਾ ਸਵਾਗਤ ਹੈ ਜੀ। ਸੋ ਆਓ ਅਸੀਂ ਜਿਹੜੀ ਸਵਾਲਾਂ ਦੀ ਲੜੀ ਹੈ ਉਸ ਨੂੰ ਆਰੰਭ ਕਰਦੇ ਹਾਂ, ਤਾਂ ਜੋ ਆਪ ਜੀ ਦੇ ਜੀਵਨ ਦਾ ਜੋ ਐਕਸਪੀਰੀਅੰਸ ਹੈ ਉਸ ਜੀਵਨ ਵਿੱਚ ਢਾਲਣ ਦਾ ਯਤਨ ਕਰੀ ਜੀ। ਸਵਾਲਾਂ ਦੀ ਲੜੀ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਅੱਜ ਦੀ ਖੁਸ਼ਖਬਰੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ। ਸੁਪਰੀਮ ਕੋਰਟ ਦੇ ਵਿੱਚ ਅੱਜ ਇੱਕ ਕੇਸ ਲੱਗਿਆ ਹੋਇਆ ਸੀ, ਜੋ ਸੱਜਣ ਕੁਮਾਰ ਦੇ ਨਾਲ ਇੱਕ ਐਕਸ MLA ਮਹਿੰਦਰ ਯਾਦਵ, ਜਿਸਨੇ ਬਿਲਕੁਲ ਸੱਜਣ ਕੁਮਾਰ ਦੇ ਹੁਕਮਾਂ ਦੇ ਤਹਿਤ ਆ ਕੇ ਉੱਥੇ ਸਾਰਾ ਕਤਲੇਆਮ ਕਰਵਾਇਆ, ਉਹਨੇ ਖੜ ਕੇ ਕਰਾਇਆ। ਤੁਹਾਨੂੰ ਪਤਾ ਜਿਹੜੀ ਗਵਾਹ ਇਹਦੇ 'ਚ ਨਿਰਪ੍ਰੀਤ ਕੌਰ ਤੇ ਫਾਦਰ ਨੂੰ ਵੀ ਉਹਨੇ ਕੋਲੇ ਖੜ ਕੇ ਮਰਵਾਇਆ ਤੇ ਉਹਨੂੰ ਵੀ ਸੱਜਣ ਕੁਮਾਰ ਦੇ ਨਾਲ ਸਜ਼ਾ ਹੋਈ ਵੀ ਆ ਤੇ ਉਹ ਜੇਲ੍ਹ ਵਿੱਚ ਆ। ਕੁਛ ਦਿਨ ਪਹਿਲਾਂ ਉਹਨੇ ਆਪਣੀ ਬੇਲ ਦੀ ਐਪਲੀਕੇਸ਼ਨ ਲਗਾਈ ਸੀ ਕਿ ਮੈਂ ਉਦੋਂ ਯੂਰਿਨ ਬਲੈਡਰ ਦੀ ਪ੍ਰੋਬਲਮ ਆ ਤੇ ਮੈਨੂੰ ਹੋਰ ਕਈ ਪ੍ਰੋਬਲਮਸ ਨੇ ਤੇ ਮੈਨੂੰ ਡਰ ਆ ਕਿ ਮੈਨੂੰ ਕਰੋਨਾ ਨਾ ਹੋ ਜਾਏ, ਤੇ ਉਹ ਉਹਦੀ ਐਪਲੀਕੇਸ਼ਨ 13 ਮਈ ਨੂੰ ਡਿਸਮਿਸ ਹੋਈ ਸੀ ਤੇ ਹੁਣ ਉਹਨੂੰ ਕਰੋਨਾ ਹੋ ਗਿਆ ਤੇ ਉਹ ICU ਦੇ ਵਿੱਚ ਐਡਮਿਟ ਆ ਤੇ ਅੱਜ ਉਹ ਸੁਪਰੀਮ ਕੋਰਟ ਦੇ ਵਿੱਚ ਉਹਦੀ ਬੇਲ ਐਪਲੀਕੇਸ਼ਨ ਫਿਰ ਲੱਗੀ ਸੀ
तो इस तरह लग रहा सी कि क्योंकि कोरोना हो गया ICU ਦੇ ਵਿੱਚ ਆ ਤੇ ਉਹ ਥੋੜੀ ਜਿਹੀ ਆਪਣੀ 2-3 ਮਹੀਨੇ ਦੀ ਜ਼ਮਾਨਤ ਮੰਗ ਰਿਹਾ। ਆਮ ਤੌਰ ਤੇ ਉੱਤੇ ਕੋਰਟ ਇਹ ਜਿਹੇ ਵੇਲੇ ਜ਼ਮਾਨਤ ਦੇ ਦਿੰਦੀ ਹੈ, ਪਰ ਇਹੀ ਜਿਹੀ ਵਾਹਿਗੁਰੂ ਦੀ ਕਿਰਪਾ ਹੋਈ, ਅੱਜ ਪਹਿਲੀ ਪੇਸ਼ੀ ਤੇ ਸੁਪਰੀਮ ਕੋਰਟ ਨੇ ਉਹਦੀ ਜ਼ਮਾਨਤ ਡਿਸਮਿਸ ਕਰਤੀ ਤੇ ਉਹਨਾਂ ਨੇ ਕਿਹਾ ਕਿ ਤੂੰ LNGP ਹਸਪੀਟਲ 'ਚ ਆ, ਇਦੋਂ ਵਧੀਆ ਹਸਪੀਟਲ ਕਿੱਥੇ ਜਾ ਸਕਦਾ ਤੂੰ, ਹੋਰ ਤੈਨੂੰ ਕੀ, ਤੈਨੂੰ ਇੰਨੂੰ ਵਧੀਆ ਟ੍ਰੀਟਮੈਂਟ ਮਿਲ ਰਿਹਾ, ਹੋਰ ਤੈਨੂੰ ਕੀ ਟ੍ਰੀਟਮੈਂਟ ਮਿਲੂਗਾ। ਇਹ ਕਹਿ ਕੇ ਪਹਿਲੀ ਪੇਸ਼ੀ ਤੇ ਹੀ ਸੁਪਰੀਮ ਕੋਰਟ ਨੇ ਅੱਜ ਜੋ ਡਿਸਮਿਸ ਕਰ ਦਿੱਤੀ। ਉਹ ਸਾਰੇ ਇਸ ਟਾਈਮ ਜੋ ਜਿੰਨੇ ਵੀ ਨਿਊਜ਼ਪੇਪਰ ਤੇ ਨੇ ਉਹਨਾਂ ਤੇ ਵੀ ਆ ਰਿਹਾ। ਇੱਕ ਕਿਉਂਕਿ ਕਰੋਨਾ ਦੇ ਦਾ ਬਹਾਨਾ ਲਾ ਕੇ ਕਈ ਮੁਲਜ਼ਮ ਜਾ ਕੇ ਜ਼ਮਾਨਤਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸੀ। ਸਾਰਿਆਂ ਨੂੰ ਚੰਗੀ ਸੇਧ ਆ ਕਿ ਇਹਨਾਂ ਇਸ ਤਰ੍ਹਾਂ ਜ਼ਮਾਨਤਾਂ ਨਹੀਂ ਮਿਲੀਆਂ। ਸੱਜਣ ਕੁਮਾਰ ਕਈ ਵਾਰੀ ਟਰਾਈ ਕਰ ਚੁੱਕਾ, ਸੱਜਣ ਕੁਮਾਰ ਨੇ ਵੀ ਲਗਾਈ ਸੀ ਕਿ ਮੇਰਾ ਵੇਟ ਸਿਰਫ 54 ਕਿਲੋ ਰਹਿ ਗਿਆ ਤੇ ਵੇਟ ਲਗਾਤਾਰ ਘਟਦਾ ਜਾ ਰਿਹਾ, ਮੈਨੂੰ ਕੈਂਸਰ ਦਾ ਸ਼ੱਕ ਆ। ਉਹਦੀ ਵੀ ਜ਼ਮਾਨਤ 13 ਮਈ ਨੂੰ ਕੋਰਟ ਨੇ ਰਿਜੈਕਟ ਕੀਤੀ ਹੈ। ਤੇ ਅੱਜ ਇਹ ਖੁਸ਼ਖਬਰੀ ਮੈਂ ਕਿਹਾ ਮੈਂ ਤੁਹਾਨੂੰ ਦੇ ਦਿਆਂ ਤੇ ਨਾਲ ਅਕਾਲ ਤਖਤ ਦਾ ਸਿਰਜਣਾ ਦਿਵਸ ਉਹਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਜੀ ਜੀ ਸੋ ਭਾਈ ਸਾਹਿਬ ਜੀ, ਅਸੀਂ ਇਹ ਚੀਜ਼ ਬੜਾ ਸਮਝਣਾ ਚਾਹਾਂਗੇ, ਤੁਸੀਂ ਬੜੀ ਬਹੁਤ ਸੋਹਣੀ ਸਾਡੇ ਝੋਲੀ 'ਚ ਖੁਸ਼ਖਬਰੀ ਅੱਜ ਪਾਈ ਹੈ। ਪਰ ਇੱਕ 29 ਸਾਲਾਂ ਦਾ ਨੌਜਵਾਨ ਜਿਹੜਾ ਇੱਕ ਪਿੰਡ ਭਦੌੜ ਤੋਂ ਆ ਕੇ ਇੱਕ ਸੁਪਰੀਮ ਕੋਰਟ ਦੇ ਵਿੱਚ ਇੱਕ ਸੀਨੀਅਰ ਐਡਵੋਕੇਟ ਬਣਨਾ, ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਤੇ ਇਹ ਜਿਹੜੀ ਜਰਨੀ ਆ ਆਪ ਜੀ ਦੀ, ਕਿੰਨੀ ਚੁਣੌਤੀਪੂਰਨ ਰਹੀ ਤੇ ਇਹਦੇ ਵਿੱਚ ਕੀ ਕੁਝ ਸਾਨੂੰ ਕਰਨਾ ਪਿਆ, ਤੇ ਉਹ ਜ਼ਰੂਰ ਤੁਸੀਂ ਸੰਗਤਾਂ ਨਾਲ ਸਾਂਝਾ ਕਰੋ। ਜਸਵਿੰਦਰ ਜੀ, ਜੇ ਮੈਂ ਕਹਾਂ ਦੇਖਾਂ ਤੇ ਜਦੋਂ ਮੈਂ ਸਕੂਲ ਦੇ ਵਿੱਚ ਸੀ, ਮੈਂ ਸਰਕਾਰੀ ਸਕੂਲ ਦੇ ਵਿੱਚ ਪੜ੍ਹਿਆ, 10ਵੀਂ ਸਰਕਾਰੀ ਸਕੂਲ 'ਚ ਕੀਤੀ ਆ, ਪਿੰਡ ਦੇ ਸਰਕਾਰੀ ਸਕੂਲ 'ਚ ਪੰਜਾਬੀ ਮੀਡੀਅਮ ਜੀ। ਉਦੋਂ ਬਹੁਤ ਵੱਡੀ ਦਿੱਲੀ ਬੜੀ ਵੱਡੀ ਚੀਜ਼ ਸੀ, ਕਦੇ ਸੁਪਨਿਆਂ 'ਚ ਵੀ ਨਹੀਂ ਸੀ ਸੋਚਿਆ ਕਿ ਦਿੱਲੀ ਹੋ ਜਾਵਾਂਗੇ, ਕਦੇ ਸੋਚਿਆ ਤੱਕ ਨਹੀਂ ਸੀ। ਤੇ ਦਿੱਲੀ ਗਏ ਵੀ ਨਹੀਂ ਸੀ, ਕਦੇ ਵਿਜ਼ਿਟ ਕਰਨ ਵੀ ਨਹੀਂ ਸੀ ਗਏ ਦਿੱਲੀ ਜਾ ਕੇ। ਬਹੁਤ ਵੱਡਾ ਉਸ ਟਾਈਮ ਤਾਂ ਕਲਪਨਾ ਵੀ ਨਹੀਂ ਸੀ ਕਰ ਸਕਦੇ ਅਸੀਂ। ਪਰ ਜੇ ਮੈਂ ਤੁਹਾਨੂੰ ਦੱਸਾਂ ਕਿ ਐਸੀ ਵਾਹਿਗੁਰੂ ਦੀ ਮਿਹਰ ਰਹੀ ਕਿ ਜਰਨੀ ਕੋਈ ਔਖੀ ਨਹੀਂ ਸੀ, ਕੋਈ ਔਖੀ ਨਹੀਂ ਸੀ। ਆਪਣੇ ਆਪ ਹੀ ਰਾਹ ਬਣਦਾ ਗਿਆ, ਆਪਣੇ ਆਪ ਹੀ ਰਾਹ ਬਣਦਾ ਗਿਆ। ਬਸ ਇੱਕ ਮੈਂ ਤੁਹਾਨੂੰ ਜ਼ਰੂਰ ਕਹਾਂਗਾ ਕਿ ਇਹ ਕਿਉਂਕਿ ਅੱਜ ਜੋ ਤੁਸੀਂ ਮੇਰੇ ਐਕਸਪੀਰੀਅੰਸ ਤੋਂ ਸਿੱਖਣਾ ਚਾਹੁੰਦੇ ਹੋ, ਉੱਥੇ ਮੈਂ ਤੁਹਾਨੂੰ ਥੋੜ੍ਹੇ ਜਿਹੇ ਆਪਣੇ ਐਕਸਪੀਰੀਅੰਸ ਐਸੇ ਦੱਸਣਾ ਚਾਹੁੰਦਾ ਜਿਹੜੇ ਮੇਰੇ ਕੰਮ ਆਏ, ਜਿਨ੍ਹਾਂ ਨੂੰ ਮੈਂ ਦੱਸੇ ਉਹਨਾਂ ਦੇ ਵੀ ਕੰਮ ਆਏ ਤੇ ਮੈਨੂੰ ਲੱਗਦੀ ਹਮੇਸ਼ਾ ਕੰਮ ਆਏ। ਤੇ ਮੈਂ ਉੱਥੇ ਕਿਉਂਕਿ ਇੱਕ ਗੱਲ ਮੈਂ ਆਪਣੇ ਲੜ ਬਣੀ ਹੋਈ ਸੀ, ਜੋ ਕਿ ਮੈਨੂੰ ਕਾਲਜ ਦੇ ਵਿੱਚ ਮੇਰੇ ਇੱਕ ਡੀਨ ਨੇ ਸਿਖਾਈ ਸੀ ਕਿ ਵੈਲ ਪ੍ਰੀਪੇਅਰਡ, ਜਦੋਂ ਜਾਓ ਇੰਨੀ ਤਿਆਰੀ ਕਰਕੇ ਜਾਓ। ਮੈਂ ਉਹਨਾਂ ਕੋਲ ਕਿਸੇ ਕੰਮ ਗਿਆ ਤੇ ਉੱਥੇ ਮੈਂ ਉਹਨਾਂ ਨੂੰ ਕਿਹਾ ਜੀ ਕੰਮ ਕਰ ਦਿਓ, ਕਹਿੰਦੇ ਲਿਆ ਐਪਲੀਕੇਸ਼ਨ। ਮੈਂ ਕਿਹਾ ਲਿਖ ਕੇ ਲਿਆਉਣਾ, ਕਹਿੰਦੇ ਬਹਿ ਜਾ ਇੱਥੇ। ਅੱਗੇ ਤੋਂ ਕਹਿੰਦੇ ਜਦੋਂ ਕਿਸੇ ਕੋਲੇ ਕੋਈ ਕੰਮ ਕਰਾਉਣ ਜਾਓ ਆਪਣੇ ਆਪ ਹੀ ਵੈਲ ਪ੍ਰੀਪੇਅਰਡ, ਜਦੋਂ ਜਾਓ ਤਾਂ ਇੰਨੀ ਕੁ ਤਿਆਰੀ ਕਰਕੇ ਜਾਓ ਕਿ ਜੇ ਅਗਲੇ ਬੰਦੇ ਨੇ ਮਨਾ ਕਰਨਾ ਤਾਂ ਮਨਾ ਨਾ ਕਰ ਸਕੇ। ਉਹ ਮੈਂ ਆਪਣੇ ਲੜ ਗੱਲ ਬਣ ਕੇ ਰੱਖੀ। ਜਦੋਂ ਵੀ ਮੈਂ ਪਹਿਲੀ ਗੱਲ ਜਿੱਥੇ ਜਿੱਥੇ ਮੈਂ ਉਸ ਤੋਂ ਮਗਰੋਂ ਗਿਆ, ਚਾਹੇ ਮੈਂ ਲਾਅ ਕਾਲਜ ਗਿਆ ਤਾਂ ਮੈਂ ਜਾਂਦੇ ਸਾਰੀ ਪਹਿਲਾਂ ਪੂਰਾ ਜ਼ੋਰ ਲਾ ਕੇ, ਮਤਲਬ ਕਿ ਇਹ ਨਹੀਂ ਕਿ ਮੈਂ ਹੁਣ ਆ ਕੇ ਜੁਆਇਨ ਕੀਤਾ ਤੇ ਫਾਈਨਲ ਈਅਰ ਜਾ ਕੇ ਕਰਾਂਗੇ ਜਾਂ ਸਮੈਸਟਰ ਦੇ ਐਂਡ 'ਚ ਜਾ ਕੇ ਕਰਾਂਗੇ। ਜਾਂਦੇ ਸਾਰ ਮੈਂ ਪਹਿਲੇ ਮਹੀਨੇ ਹੀ ਲਾਅ ਕਾਲਜ ਦੇ ਵਿੱਚ ਮੂਟ ਕੰਪੀਟੀਸ਼ਨ 'ਚ ਪਾਰਟੀਸਪੇਟ ਕੀਤਾ। ਮੂਟ ਹੁੰਦਾ ਉਹ ਇੱਕ ਮੌਕ ਕੋਰਟ ਹੁੰਦੀ ਹੈ, ਉੱਥੇ ਪਾਰਟੀਸਪੇਟ ਕੀਤਾ ਤੇ ਪਹਿਲੇ ਸਮੈਸਟਰ 'ਚ ਹੀ ਮੈਂ ਮੂਟ ਦਾ ਫਸਟ ਪ੍ਰਾਈਜ਼ ਲੈ ਗਿਆ ਸੀ। ਐਸੀ ਅਕਾਲ ਤਖਤ ਵਾਹਿਗੁਰੂ ਦੀ ਮਿਹਰ ਫਸਟ ਈਅਰ 'ਚ। ਉਸ ਤੋਂ ਮਗਰੋਂ ਜਦੋਂ ਮੈਂ ਦਿੱਲੀ ਗਿਆ, ਦਿੱਲੀ ਵੀ ਜਾ ਕੇ ਮਤਲਬ ਕਿ ਮੇਰਾ ਇਸ ਤਰ੍ਹਾਂ ਰਿਹਾ ਕਿ ਜਿਵੇਂ ਉਹ ਕਹਿੰਦੇ ਆ ਨਾ ਅੰਗਰੇਜ਼ੀ 'ਚ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਮੇਰਾ ਹਮੇਸ਼ਾ ਇੱਥੇ ਰਿਹਾ। ਮੈਂ ਜਿੱਥੇ ਵੀ ਜਾਵਾਂ, ਮੈਂ ਪ੍ਰੋਫੈਸ਼ਨ ਜਾਵਾਂ, ਮੈਂ ਆਪਣੇ ਸੀਨੀਅਰ ਦੇ ਆਫਿਸ ਨੂੰ ਜੁਆਇਨ ਕੀਤਾ ਕਿ ਪਹਿਲਾਂ ਸਭ ਤੋਂ ਪਹਿਲੇ ਦਿਨ ਤਿਆਰੀ ਕਰਕੇ। ਦੇਖੋ ਮੈਂ ਤੁਹਾਨੂੰ ਇਹ ਕਹਾਂਗਾ, ਤੁਸੀਂ ਸਾਰੇ ਤੁਹਾਡੇ ਸਿਆਣੇ ਹੋ, ਬੜੇ ਸੁਲਝੇ ਹੋਏ ਹੋ ਤੇ ਮੇਰਾ ਖਿਆਲ ਆ ਇਹ ਅਧਿਆਪਕ ਤਾਂ ਤੁਸੀਂ ਸ਼ਾਇਦ ਮੇਰੇ ਨਾਲੋਂ ਬਹੁਤ ਉੱਚੇ ਹੋਵੋ, ਪਰ ਇੱਕ ਗੱਲ ਕਿ ਖਾਸ ਕਰਕੇ ਨੌਨ ਸਿੱਖਾਂ ਦੀ ਗੈਦਰਿੰਗ ਦੇ ਵਿੱਚ ਆ ਤਾਂ ਅਸੀਂ ਸਿੱਖਾਂ ਦੇ ਇਨਵੈਸਟਰ ਹਾਂ।
ਤੇ ਆਪਣਾ ਤੁਸੀਂ ਜਿਹੜਾ ਉੱਥੇ ਇਮੇਜ ਬਣਾਉਣਾ, ਆਪਣਾ ਰੈਪੂਟੇਸ਼ਨ ਬਣਾਉਣਾ, ਉਹ ਤੁਹਾਡਾ ਵੀ ਬਣੇਗਾ ਤੇ ਨਾਲ ਦੀ ਨਾਲ ਉਹ ਸਿੱਖੀ ਦਾ ਵੀ ਬਣੇਗਾ। ਤੇ ਮੈਂ ਇਹੋ ਗੱਲ ਲੜ ਬਣ ਕੇ ਮੈਂ ਤੁਹਾਨੂੰ ਇੱਕ ਚੀਜ਼ ਸੁਣਾਉਣਾ। ਮੈਂ ਜਦੋਂ ਆਪਣੇ ਸੀਨੀਅਰ ਨੂੰ ਜਾ ਕੇ ਜੁਆਇਨ ਕੀਤਾ ਦਿੱਲੀ, ਟੌਪ ਸਭ ਕੀ ਮੈਂ ਮੇਰੇ ਖਿਆਲ ਪਹਿਲੀ ਦੂਜੀ ਵਾਰੀ ਮੈਂ ਦਿੱਲੀ ਗਿਆ ਸੀ ਤੇ ਉਸਦੇ ਆਫਿਸ ਦੇ ਵਿੱਚ ਮੈਨੂੰ ਅਜੇ ਲਾਅ ਦਾ ਲਾਇਸੈਂਸ ਨਹੀਂ ਸੀ ਮਿਲਿਆ, ਰਿਜ਼ਲਟ ਵੀ ਨਹੀਂ ਸੀ ਆਇਆ। जी सो संगत जी मैं लगता शायद थोड़ा टैक्नीकल प्रॉब्लम हो गया। सो बेसिकली असी जिहड़े फुलका जी दे नाल अज गल करनी आ, इट इज़ अबाउट जो उन्होंने दे एक्सपीरियंसिस रहे, उन्होंने जीवन विच जो चीज़ां अपने शरीर ते हंडाइयां ने। नॉट जस्ट दैट, इट्स नॉट जस्ट दैट फिजिकली तुसी बैटल फील्ड च जाना एंड तुसी ये सोचो नहीं नहीं मैं जंग जित लेनी आ, नहीं। It has always been about planning, strategizing, and that planning and strategy ਜਦੋਂ ਅਸੀਂ ਜੀਵਨ ਚ ਬਣਾ ਕੇ ਤੁਰਦੇ ਹਾਂ ਤੇ ਸਾਡੀ ਫਤਿਹ ਹੁੰਦੀ ਹੈ। ਤੇ ਅੱਜ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਮਨਾ ਰਹੇ ਹਾਂ ਨਾ ਪਿਆਰਿਓ, ਸਾਨੂੰ ਇਹ ਚੀਜ਼ ਵਾਚਣੀ ਚਾਹੀਦੀ ਹੈ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਤੇ ਉਹ ਅਕਾਲ ਤਖਤ ਸਾਹਿਬ ਕੇਵਲ ਇੱਕ ਸਟਰਕਚਰ ਨਹੀਂ, ਕੇਵਲ ਇੱਕ ਬਿਲਡਿੰਗ ਨਹੀਂ, ਉਹ ਇੱਕ ਸੁਤੰਤਰਤਾ ਦਾ ਸਾਡਾ ਪ੍ਰਤੀਕ ਆ। ਤੇ ਉਹ ਜਿਹੜੇ ਜਦੋਂ ਅਸੀਂ ਆਪਣੇ ਜੀਵਨ ਵਿੱਚ ਇਹਨੂੰ ਵਾਚਣ ਦਾ ਯਤਨ ਕਰੀਏ ਤੇ ਅਸੀਂ ਸਮਝਾਂਗੇ ਕਿ ਨਹੀਂ, ਅਸੀਂ ਕਿਸੇ ਦੇ ਅਧੀਨ ਪ੍ਰਤੰਤਰ ਨਹੀਂ, ਸਾਡੀ ਸੋਚ ਤੇ ਸਾਡੀ ਜੀਵਨੀ ਸੁਤੰਤਰ ਹੁੰਦੀ ਹੈ। ਸੋ ਫੁਲਕਾ ਜੀ ਸਾਡੇ ਨਾਲ ਨੇ, ਆਓ ਵਿਚਾਰਾਂ ਨੂੰ ਫੇਰ ਉੱਥੋਂ ਹੀ ਆਪਾਂ ਸ਼ੁਰੂ ਕਰੀਏ ਜੀ। हाँ जसविंदर जी, मैं तुहानू ये दस रहा सी कि मेरी जिंदगी का एक असूल रहा कि जदों भी किते जाना पूरा वैल प्रिपेयर्ड जाना, पूरा तैयार होकर जाना। उस चीज़ ने मैनू बहुत हेल्प की, मैनू थ्रू आउट मेरी जिंदगी च बड़ी हेल्प की। तो हुण मेरे सर पहले दिनों तैयार होकर जाना ते ताकि जो इंप्रैशन पहला पैना, हुण जदों मैं कोर्स दे विच भी गया तो मैनू अजे लाइसेंस तक भी नहीं सी मिलिया, मैं उदों ही बड़े जोरां शुरां नाल पूरी मेहनत करता सी। मैनू अजे लाइसेंस भी नहीं मिलिया कि मेरे सीनियर के दफ्तर के विच जिहड़े होर बाकी जूनीयर सीगे वो 10-10 15-15 साल के एक्सपीरियंस वाले सी, पर मेरा ख्याल लाइसेंस मिलने तक मैं उसका काम इन्ना सांभ लिया सी कि दूजियां नालों किते ज़्यादा मैं एक काम कर रहा सी। ते ये गल मैं अपने जिंदगी च लड़ बन के रखी ते मैं होरां नूं भी अपने मेरे नाल जो भी आउंदे आ, मेरे नाल जो जूनीयर्स आके ज्वाइन करते हैं, जो भी आउंदे उन्हां नूं मैं इक्को गल यही कहना कि पहले दिनों पूरी तैयारी करके जाओ। ये ना सोचो कि बड़े मौके मिलने हैं, ये सोचो कि पहला मौका, पहली मेरी मीटिंग का ये चांस दूजी बार नहीं आना और दूजी बार आना भी नहीं। मैनू एक हाई कोर्ट के रिटायर्ड जज सीगे दिल्ली हाई कोर्ट के, उन्होंने एक गल कही शुरू च मेरे वो कहते एवरीबॉडी गेट्स ए चांस इन लाइफ, दोज हू ग्रैब इट गो अप इन लाइफ, दोज हू फील मैनी मोर चांसेस विल कम विल नेवर गेट इट अगेन। सो जदों तुहानू मौका मिलता ये सोच के कि ये दिन फिर नहीं आना, ये मौका फिर नहीं आना, तो इसे करता रहा। उस चीज़ नू मैं मतलब कि हमेशा ही अब याद रख के उस तरीके नाल काम किया कि ये मौका फिर नहीं आना, ये मौके नू जिन्ना साम सकते हो साम लो, ये मौके तो जिन्ना मैं फायदा लै सकता लै लो। तो दूजा अकाल पुरख की ऐसी मेहर रही कि कोई मैनू कोई मुश्किल नहीं आई, बिल्कुल मुश्किल नहीं आई। तो इन्ना रुतबा बाबे ने वैगुरू ने दिता। 19 साल हो गए, 20 साल अज तो मैनू 21 हो गए हुण तां। 1999 दे विच मैनू सीनियर एडवोकेट डेजिग्नेट किया गया। सीनियर एडवोकेट मेरा ख्याल है तुसीं तुहाडे चों कोई लीगल फील्ड चों नहीं है, तो ये एडवोकेट्स दे विचों ना कुछ बंदियां नूं, बहुत थोड़ियां नूं, कोर्ट सारे जज इकट्ठे होके बैठते हैं तो फिर उत्थे डिस्कस करके उत्थे वोटिंग हुंदी है, वोटिंग करके फिर जाके डिकलेयर करते हैं कि सीनियर एडवोकेट किस नूं बनाना, उन्होंने डेजिग्नेशन कॉन्फर करते हैं कि ये सिर्फ मतलब कि ईयर्स ऑफ एक्सपीरियंस नाल नहीं हुंदा। ते मेरे सिर्फ उधर 18 साल का एक्सपीरियंस सी, 44 साल की उम्र सी। मेरे नाल जिहड़े दूसरे नूं मिलिया वो बार कौंसल के चेयरमैन सी ते उन्हां दी 62 साल की उम्र सी ते मेरे नालों
कम से कम 19-20 साल सीनियर सी। तो ऐसी वाहिगुरू अकाल पुरख की मेहर रही है कि अज 21 साल हो गए मैनू सीनियर एडवोकेट का डेजिग्नेशन मिले। जी जी जी, तो महाराज जी बड़ी किरपा रही है ते जदों साडा मन साफ होवे, साडियां जड़ां ਜਿਹੜੇ गुरु ਨਾਲ ਜੁੜੀਆਂ ਹੋਣ ਤੇ गुरु भी सहाय ਹੁੰਦਾ है जीवन ਚ। तो भाई साहब जे ਅਸੀਂ ਇਹ ਸਮਝਣਾ ਚਾਹੀਏ कि आप जी ने ਉਹ ਦਰਦ ਆਪਣੇ ਆਪ ਵੀ ਦੇਖਿਆ ਹੈ ਜੋ 84 ਚ ਵਾਪਰਿਆ। ਤੁਸੀਂ ਆਪ ਵੀ ਉਦੋਂ ਦਿੱਲੀ ਵਿੱਚ ਹੀ ਸੀਗੇ ਤੇ ਅਸੀਂ ਜਦੋਂ ਆਪ ਜੀ ਦੀ ਜਿਹੜੀ ਕਿਤਾਬ ਤੁਸੀਂ ਲਿਖੀ ਉਸ ਵਿੱਚ ਦਾ ਵਕਫਾ ਵੀ ਪੜ੍ਹਦੇ ਹਾਂ ਤੇ ਕਈ ਵਾਰੀ ਇਹ ਮਨ ਦਾ ਅੰਦਰ ਦਾ ਜਿਹੜਾ ਦਰਦ ਆ ਤੇ ਉੱਥੋਂ ਉਸ ਦਰਦ ਨੂੰ ਲੈ ਕੇ ਬਹਿ ਜਾਣਾ ਤੇ ਉਸ ਦਰਦ ਨੂੰ ਲੈ ਕੇ ਆਪਣੇ ਆਪ ਨੂੰ ਇੰਨਾ ਮੋਟੀਵੇਟ ਕਰ ਲੈਣਾ ਕਿ ਨਹੀਂ ਮੈਂ ਜੰਗ ਲੜਨੀ ਤੇ ਜੰਗ ਕੇਵਲ ਆਪਣੇ ਵਾਸਤੇ ਨਹੀਂ ਉਹਨਾਂ ਸਾਰਿਆਂ ਵਾਸਤੇ ਲੜਨੀ ਜਿਹੜੇ ਉਸ ਸਾਕੇ 'ਚ ਸ਼ਹੀਦ ਹੋਏ ਨੇ। ਤੇ ਇਹ ਪੱਖ ਆਪ ਜੀ ਕਿਵੇਂ ਸੋਚਦੇ? मैं कोई इसका फैसला करके ये नहीं सी गया। मैं बिल्कुल तुहानू सच दसा, मैं जो मेरे अपने घरे हमला होया तो बड़ी मुश्किल नाल बचाव होया। मेरे वाइफ उदों शी वॉज प्रैगनेंट, साडी बिटिया उदों कुछ महीने बाद उहदा जन्म होया तो बड़ी मुश्किल नाल बचाव होया। लंबी स्टोरी आ मेरी वो किताब जो वैन इट रीच ऑफ दिल्ली मैं सारा कुछ लिखा। ਤੇ ਅਸੀਂ ਉਸ ਤੋਂ ਮਗਰੋਂ ਪੰਜਾਬ ਆ ਗਏ। ਮੇਰਾ ਇੱਕ ਦੋਸਤ ਇੰਡੀਅਨ 에ਅਰਲਾਈਨ ਚ ਪਾਇਲਟ ਸੀ, ਉਹਨੇ ਆਪ ਫਲਾਈਟ ਤੇ ਡਿਊਟੀ ਲਗਾਈ, ਸਾਨੂੰ ਲਿਆ ਕੇ 5 ਨਵੰਬਰ ਪੰਜਾਬ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਤੁਸੀਂ ਪੰਜਾਬ ਆ ਜਾਓ। ਸਾਰੇ ਦਿੱਲੀ ਛੱਡ ਕੇ ਪੰਜਾਬ ਆ ਰਹੇ ਸੀ। ਮੇਰੇ ਵਾਈਫ, ਸਾਡੀ ਮੈਰਿਜ 83 ਹੋਈ ਸੀ। ਮੇਰੇ ਵਾਈਫ ਉਹ PhD ਦਾ ਤੇ ਪੋਸਟ ਡਾਕਟਰੇਟ ਉਦੋਂ ਡੈਨਮਾਰਕ ਤੋਂ ਉਹਨਾਂ ਨੇ ਸਕਾਲਰਸ਼ਿਪ ਤੋਂ ਕਰਕੇ ਵਾਪਸ ਤੇ ਲੁਧਿਆਣੇ PHU ਦੇ ਵਿੱਚ ਉਹ ਉੱਥੇ ਪੜ੍ਹਾਉਂਦੇ ਸੀ। ਤੇ ਮੈਰਿਜ ਤੋਂ ਬਾਅਦ ਉਹਨਾਂ ਨੇ ਆ ਕੇ ਦਿੱਲੀ ਜੌਬ ਲੈ ਲਈ ਸੀ। ਅਸੀਂ ਉੱਥੇ PHU ਗਏ, ਉਹਨਾਂ ਦੇ ਪ੍ਰੋਫੈਸਰ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਵਾਪਸ ਆ ਜਾਓ, ਤੁਹਾਨੂੰ ਨੌਕਰੀ ਦੇਣਾ। ਦਿੱਲੀ ਅਸੀਂ ਸਮਾਨ ਚੁੱਕਣ ਗਏ ਸੀ। ਇਹ ਕੋਈ 20-21 ਨਵੰਬਰ ਦੀ ਗੱਲ ਹੈ। ਸਮਾਨ ਚੁੱਕਣ ਤੇ ਵਾਈਂਡ ਅਪ ਕਰਕੇ ਵੀ ਹਫ਼ਤੇ 10 ਦਿਨ ਚ ਅਸੀਂ ਵਾਪਸ ਆ ਜਾਂਦੇ ਹਾਂ। ਤੇ ਉੱਥੇ ਜਦੋਂ ਮੈਂ ਗਿਆ ਤੇ ਕੋਰਟ ਦੇ ਵਿੱਚ ਕਿਹਾ ਕਿ ਜੀ ਰਿਲੀਫ ਕੈਂਪਾਂ 'ਚ ਵਕੀਲਾਂ ਦੀ ਲੋੜ ਹੈ। ਤੇ ਮੈਂ ਕਿਹਾ ਮੈਨੂੰ ਦੱਸੋ ਕਿਹੜੇ ਕਿੱਥੇ ਜਾਣਾ। ਤੇ ਉੱਥੇ ਇੱਕ ਸਾਰੇ ਸੀਨੀਅਰ ਐਡਵੋਕੇਟ ਸੀ, ਉਹਨਾਂ ਨੇ ਮੈਨੂੰ ਫਰਸ਼ ਬਾਜ਼ਾਰ ਰਿਲੀਫ ਕੈਂਪ ਭੇਜਤਾ। ਉਸ ਰਿਲੀਫ ਕੈਂਪ ਦੇ ਵਿੱਚ ਤਰਲੋਕਪੁਰੀ ਦੇ ਜੋ ਪੀੜਤ ਸਨ ਉਹ ਸੀਗੇ। ਤਰਲੋਕਪੁਰੀ ਇੱਕ ਐਸਾ ਇਲਾਕਾ ਜਿੱਥੇ 2 ਬਲਾਕ 30 ਤੇ 32 2 ਬਲਾਕਾਂ 'ਚ 400 ਸਿੱਖਾਂ ਨੂੰ ਮਾਰਿਆ ਸੀ ਤੇ ਕੋਈ ਟਾਮਾ ਹੀ ਕੋਈ ਮੇਲ ਮੈਂਬਰ ਰਹਿ ਗਿਆ ਸੀ, ਨਹੀਂ ਤਾਂ ਸਾਰੇ ਬੱਚੇ ਤੇ ਔਰਤਾਂ। ਬਹੁਤ ਹੀ ਬੁਰਾ ਹਾਲ ਹੋਇਆ। ਉਹ ਮੈਂ ਆਪਣੀ ਬੁੱਕ ਦੇ ਵਿੱਚ ਵੀ ਐਕਸਪਲੇਨ ਕੀਤਾ ਵਾ। ਤੁਸੀਂ ਤਰਲੋਕਪੁਰੀ ਦਾ ਸਾਕਾ ਕਿਤੇ ਵੀ ਦੇਖੋ ਤੁਹਾਨੂੰ ਪਤਾ ਚੱਲੂਗਾ। ਤੇ ਉੱਥੇ ਜੋ ਮੈਂ ਕੈਂਪ ਵਿੱਚ ਹਾਲਤ ਦੇਖੀ, ਬੜੀ ਬੁਰੀ ਹਾਲਤ ਸੀ। ਉਹ ਕੈਂਪ ਨੂੰ ਸਾਂਭ ਰਹੇ ਸੀ ਨਾਗਰਿਕ ਏਕਤਾ ਮੰਚ ਦੇ ਲੋਕ, ਜੋ ਜਰਨਲਿਸਟ, ਪ੍ਰੋਫੈਸਰ, ਉਹ ਸਾਰੇ। ਸਾਗਰਿਕਾ ਘੋਸ਼ ਜਿਹੜੀ ਅੱਜ ਕੱਲ੍ਹ ਜਰਨਲਿਸਟ ਆ, ਉਹ ਵੀ ਉੱਥੇ ਉਹਨਾਂ ਦਿਨਾਂ 'ਚ ਕੰਮ ਕਰਦੀ ਸੀ। ਜਯਾ ਜੇਟਲੀ ਉਹ ਵੀ ਉੱਥੇ ਕੰਮ ਕਰਦੇ ਸੀ। ਉਹਨਾਂ ਨੇ ਮੈਨੂੰ ਤੇ ਤੁਸੀਂ ਇੱਥੇ ਆਉਂਦੇ ਰਿਹਾ। ਮੈਂ ਉਸ ਦਿਨ ਆ ਕੇ ਆਪਣੀ ਵਾਈਫ ਨਾਲ ਗੱਲ ਕੀਤੀ। ਮੈਂ ਕਿਹਾ ਵੀ ਦੇਖੋ ਉਹਨਾਂ ਲੋਕਾਂ ਦਾ ਤਾਂ ਕੁਛ ਰਹੇ ਨਹੀਂ, ਸਾਨੂੰ ਤਾਂ ਸਾਡਾ ਕੁਛ ਵਿਗੜਿਆ ਨਹੀਂ, ਬਾਬੇ ਨੇ ਬਚਾ ਲਿਆ ਸਾਨੂੰ। ਉਹਨਾਂ ਦਾ ਸਭ ਕੁਛ ਤਬਾਹ ਹੋ ਗਿਆ। ਉਹ ਇੱਥੇ ਬੈਠਿਆ ਤੇ ਆਪਾਂ ਛੱਡ ਕੇ ਜੇ ਜਾਵਾਂਗੇ ਨਾ ਤੇ ਸ਼ਾਇਦ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੇ। ਤਾਂ ਅਸੀਂ ਸੋਚਿਆ ਵੀ 5-6 ਮਹੀਨੇ ਲਗਾ ਲਓ, 5-6 ਮਹੀਨਿਆਂ 'ਚ ਹਾਲਤ ਇਹ ਠੀਕ ਹੋ ਜਾਣੇ ਆ, ਸੁਧਰ ਜਾਣੇ, ਉਦੋਂ ਬਾਅਦ ਚ। ਉਹ ਸੋਚ ਕੇ ਅਸੀਂ ਉੱਥੇ ਰਹਿ ਗਏ ਤੇ ਉਦੋਂ ਬਾਅਦ ਮੈਂ ਉਹ ਰਿਲੀਫ ਕੈਂਪਾਂ 'ਚ ਜਾਣ ਲੱਗ ਗਿਆ। ਤੇ ਮੈਂ ਉਦੋਂ ਬਾਅਦ ਥੋੜੇ ਮੋਟੇ ਕੇਸ, ਪਹਿਲਾ ਕੇਸ ਮੈਂ ਦਸੰਬਰ 84 'ਚ ਕੀਤਾ। ਬੜਾ ਬਲਕਿ ਦਿਲ ਦਿਖਾਉਣ ਵਾਲਾ, ਬੜੀ ਬਲਕਿ ਐਸੀ ਘਟਨਾ। ਔਰਫਨ ਬੱਚੇ, ਸਾਰਾ ਪਰਿਵਾਰ, ਉਹਨਾਂ ਦਾ ਫਾਦਰ, ਮਦਰ, ਅੰਕਲ, ਬ੍ਰਦਰ ਸਾਰੇ ਮਾਰਤੇ ਸੀ। 4 ਬੱਚੀਆਂ ਰਹਿ ਗਈਆਂ ਸੀ। ਉਹ ਕੇਸ ਮੈਂ ਕੀਤਾ। ਉਸ ਤੋਂ ਮਗਰੋਂ ਜਦੋਂ ਇੱਥੇ ਕੇਸ ਹੁੰਦੇ ਸੀ ਨਾ ਕੋਰਟ ਵਿੱਚ, ਸਾਡੇ ਪੀੜਤਾਂ ਵੱਲੋਂ ਕਈ ਟੌਪ ਦੇ ਵਕੀਲ ਪੇਸ਼ ਹੁੰਦੇ ਸੀ। ਉਹ ਨਾਨ ਸਿੱਖ ਤੇ ਉਹ ਸਾਰੇ ਫ੍ਰੀ ਪੇਸ਼ ਹੁੰਦੇ ਸੀ। ਤੇ ਉੱਥੇ ਜਦੋਂ ਮੈਨੂੰ ਪਤਾ ਚੱਲਣਾ ਕਿ ਹਾਈ ਕੋਰਟ ਕੇਸ ਆ, ਜਿਵੇਂ ਕੇਸ ਲਾਇਆ ਰਿਲੀਫ ਕੈਂਪਾਂ 'ਚ ਨੂੰ ਬੰਦ ਕਰਨ ਲੱਗਿਆ, ਉਹਦੇ ਵਾਸਤੇ ਕੇਸ ਲਗਾਇਆ, ਉਹ ਚੱਲ ਰਿਹਾ ਸੀ। ਫਿਰ ਕਮਿਸ਼ਨ ਆਫ ਇਨਕੁਆਇਰੀ ਅਪਾਇੰਟ ਕਰੋ, ਉਹ ਚੱਲ ਰਿਹਾ ਸੀ। ਇਸ ਤਰ੍ਹਾਂ ਦੇ ਕੇਸ ਉੱਥੇ ਦਿੱਲੀ ਹਾਈ ਕੋਰਟ ਚੱਲ ਰਹੇ ਸੀ। ਮੈਨੂੰ ਜਦੋਂ ਪਤਾ ਚੱਲਣਾ ਕਿ ਕੋਈ ਕੇਸ ਚੱਲ ਰਿਹਾ, ਮੈਂ ਜਾ ਕੇ ਉੱਥੇ ਪਿੱਛੇ ਖੜ੍ਹ ਗਿਆ, ਕਿਉਂਕਿ ਉਹ ਇੰਨੇ ਕੁ ਸੀਨੀਅਰ ਸੀ ਉਹ ਲੋਕ ਕਿ ਉਹਨਾਂ ਦੇ ਜੂਨੀਅਰ ਵੀ ਮੇਰੇ ਨਾਲ ਕਿਤੇ ਸੀਨੀਅਰ ਸੀ। ਮੈਂ ਜਾ ਕੇ ਪਿੱਛੇ ਖੜ ਜਾਣਾ ਤੇ ਜੇ ਉਹਨੇ ਕਹਿਤਾ ਨਾ ਗੈਟ ਮੀ ਦਿਸ ਬੁੱਕ ਫਰਮ ਲਾਇਬ੍ਰੇਰੀ, ਮੈਂ ਭੱਜੇ ਜਾਣਾ, ਲਾਇਬ੍ਰੇਰੀ ਚੋਂ ਲਿਆ ਕੇ ਕਿਤਾਬ ਦੇ ਦੇਣੀ ਤੇ ਆ ਕੇ ਘਰੇ ਆਪਣੀ ਵਾਈਫ ਨੂੰ ਕਹਿਣਾ ਅੱਜ ਮੈਂ ਆਪਣਾ ਹਿੱਸਾ ਪਾ ਆਇਆ। ਆਈ ਵਾਸ ਹੈਪੀ ਐਂਡ ਕੰਟੈਂਟ
कि मैं अपना हिस्सा पाता। मैं तो इन्ना क रोल शुरू किया। मैं क्या मैंने तो पता ही नहीं सी कि मैं किताब फड़ाउण गया तो बाबे ने हथ फड़ के अपने आप उत्थे खड़ा कर लेना। ਉਹਦਾ बिल्कुल उही गल हुई। वो जिवें कि ਉਹਨੇ ड्यूटी लानी सी, उत्थे अपने आप ही हथ फड़ के खड़ा कर लिया, क्योंकि उदों बाद मिश्रा कमिश्नर अपॉइंट होया। जे ये राजीव लौंगोवाल रिकॉर्ड मई 1985 च होया। ਜਦੋਂ ਉਹ ਹੋਇਆ ਤੇ ਮੈਂ ਉਸ ਤੋਂ ਬਾਅਦ ਮਤਲਬ ਕਿ ਮੈਂ ਤੁਹਾਨੂੰ ਇਹ ਵੀ ਜਿਹੜੀ ਗੱਲ ਜਿਹੜੀ ਦੱਸਣਾ ਚਾਹੁੰਦਾ ਆਪਣਾ ਐਕਸਪੀਰੀਅੰਸ, ਕਿ ਜਦੋਂ ਤੁਹਾਨੂੰ ਮੌਕਾ ਮਿਲੇ ਨਾ ਕਿਸੇ ਮੁੱਦੇ ਨੂੰ ਵੱਡਾ ਨਹੀਂ ਸਮਝਣਾ। ਦੇਖੋ ਮੈਂ ਨਾ ਤਾਂ ਮੈਂ ਲੱਭਣ ਗਿਆ ਇਹ ਸੋਚ ਕੇ ਕਿ ਮੈਂ ਕਰਨਾ ਇਹ ਮੌਕਾ, ਜਦੋਂ ਮੌਕਾ ਮਿਲਿਆ ਤੇ ਆਪਣਾ ਹਿੱਸਾ ਵਿੱਚ ਪਾਇਆ। ਅੱਛਾ ਉਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਗੱਲ ਦੱਸਾਂ, ਆਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਆਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਪਹਿਲਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਬੈਨ ਕੀਤਾ। ਉਹਦੇ ਬੈਨ ਦਾ ਕੇਸ ਉੱਥੇ ਚੱਲ ਰਿਹਾ ਸੀ। ਉਹਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਇੱਕ ਲਾਇਰ ਨੂੰ ਕੀਤਾ ਸੀ, ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨੂੰ ਅੰਗੇਜ ਕੀਤਾ ਸੀ। ਉਹਦੇ ਕੋਲੇ ਮੈਂ ਚਲਾ ਗਿਆ, ਜੀ ਮੈਨੂੰ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ। ਉਹਨਾਂ ਨੂੰ ਅਸਿਸਟ ਕਰਨ ਲੱਗੇ। ਉਸ ਤੋਂ ਮਗਰੋਂ ਇੱਕ ਉਦੋਂ ਬੁੱਕ ਲਿਖੀ ਸੀ ਜਸਟਿਸ ਤਾਰਕੁੰਡੇ ਦੀ ਬੋਡੀ ਨੇ, ਆਪਰੇਸ਼ਨ ਬਲੂ ਸਟਾਰ ਤੇ। ਇਹਨਾਂ ਨੇ ਸਰਕਾਰ ਨੇ ਕਿਹਾ ਸੀ ਕਿ ਆਪਰੇਸ਼ਨ ਬਲੂ ਸਟਾਰ ਤਾਂ ਅਸੀਂ ਸਿਰਫ ਉਗਰਵਾਦੀ ਮਾਰੇ ਆ, ਇਹ ਤਾਂ ਸਿਰਫ ਟੈਰਰਿਸਟ ਹੀ ਮਾਰੇ ਨੇ। ਤੇ ਉਸ ਰਿਪੋਰਟ ਦੇ ਵਿੱਚ ਪਹਿਲੀ ਵਾਰੀ ਇਹ ਬਾਹਰ ਆਇਆ ਕਿ ਕਿਵੇਂ ਇਹਨਾਂ ਨੇ ਹੱਥ ਬੰਨ ਕੇ ਸ਼ਰਧਾਲੂਆਂ ਨੂੰ ਤੇ ਲੋਕਾਂ ਨੂੰ ਉੱਥੇ ਮਾਰਿਆ। ਉਹ ਰਿਪੋਰਟ ਦੇ ਵਿੱਚ ਇੱਕ ਪੋਸਟਮਾਰਟਮ ਰਿਪੋਰਟ ਲਾਈ, ਜਿਹਦੇ ਵਿੱਚ ਡਾਕਟਰ ਨੇ ਲਿਖਿਆ ਵਾ ਕਿ ਪੋਸਟਮਾਰਟਮ ਟੇਬਲ ਦੇ ਉੱਤੇ ਜਦੋਂ ਬੋਡੀ ਆਈ ਤਾਂ ਉਹਦੇ ਹੱਥ ਪਿੱਛੇ ਬੰਨੇ ਹੋਏ ਸੀ ਤੇ ਉਹਦੀ ਡੈਥ ਗੋਲੀਆਂ ਨਾਲ ਹੋਈ ਆ। ਉਹ ਰਿਪੋਰਟ ਉਹਨਾਂ ਨੇ ਵਿੱਚ ਲਗਾਈ। ਉਹ ਰਿਪੋਰਟ ਜੋ ਲਿਖੀ ਸੀ ਜਸਟਿਸ ਤਾਰਕੁੰਡੇ, ਬੰਬੇ ਹਾਈ ਕੋਰਟ ਦੇ ਰਿਟਾਇਰਡ ਜੱਜ ਸਨ, ਹੀ ਇਜ਼ ਨੋਨ ਐਜ਼ ਦਾ ਫਾਦਰ ਆਫ ਹਿਊਮਨ ਰਾਈਟ ਮੂਵਮੈਂਟ ਇਨ ਇੰਡੀਆ। ਉਹਨਾਂ ਬਾਰੇ ਮੈਂ ਤੁਹਾਨੂੰ ਦੱਸੂਗਾ, ਮੈਂ ਬੜੇ ਕਲੋਜ਼ਲੀ ਉਹਨਾਂ ਨਾਲ ਬਾਅਦ ਚ ਕੰਮ ਕੀਤਾ। ਨਾਲ ਐਂਡੀ ਪੰਚੋਲੀ ਅੱਜ ਵੀ ਹੈਗੇ ਨੇ, ਦਿੱਲੀ ਨੇ ਐਡਵੋਕੇਟ ਨੇ। ਨਾਲ ਤਜਿੰਦਰ ਸਿੰਘ ਹੁਜਾ ਅੱਜ ਵੀ ਹੈਗੇ ਨੇ, ਦਿੱਲੀ ਦੇ ਵਿੱਚ ਐਡਵੋਕੇਟ ਨੇ। ਨਾਲ ਉਹਨਾਂ ਦੇ ਐਮੀਆ ਰਾਓ, ਉਹ ਹੁਣ ਅੱਜ ਨਹੀਂ ਰਹੇ। ਤੇ ਇਹ ਲੋਕ ਸੀ ਜਿਨ੍ਹਾਂ ਨੇ ਜਾ ਕੇ ਉੱਥੇ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਲਿਖੀ। ਜਿਸ ਦਿਨ ਇਹ ਰਿਪੋਰਟ ਇਹਨਾਂ ਨੇ ਪਬਲਿਸ਼ ਕਰਨੀ ਸੀ, ਉਸੇ ਦਿਨ ਆ ਕੇ ਸਰਕਾਰ ਨੇ ਰੇਡ ਕਰਕੇ ਸਾਰੀਆਂ ਕਾਪੀਆਂ ਚੁੱਕ ਕੇ ਲੈ ਗਏ ਤੇ ਇਹਨਾਂ ਨੂੰ ਅਰੈਸਟ ਕਰ ਲਿਆ। ਇਹਨੂੰ ਇੱਕ ਅਰਵਿੰਦੋ ਘੋਸ਼ ਸੀ ਇਹਨਾਂ ਨਾਲ, ਜਰਨਲਿਸਟ ਸੀ, ਉਹਦੇ ਬਾਅਦ ਐਡਵੋਕੇਟ ਬਣਿਆ। ਐਂਡੀ ਪੰਚੋਲੀ, ਤਜਿੰਦਰ ਹੁਜਾ ਤੇ ਅਰਵਿੰਦੋ ਘੋਸ਼, ਇਹਨਾਂ ਨੂੰ ਅਰੈਸਟ ਕਰ ਲਿਆ। ਤੇ ਇਹਨਾਂ ਨੂੰ ਅਰੈਸਟ ਕਰਕੇ ਜਦੋਂ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ, ਜਦੋਂ ਮੈਨੂੰ ਪਤਾ ਚੱਲਿਆ ਮੈਂ ਉੱਥੇ ਹੀ ਪਹੁੰਚਿਆ। ਪਿੱਛੇ ਖੜੇ ਹੋ ਗਏ ਕੋਰਟ ਦੇ ਵਿੱਚ ਕਿ ਆਪਣੀ ਸਪੋਰਟ ਦੇਣ ਲਈ, ਮੋਰਲ ਸਪੋਰਟ ਦੇਣ ਲਈ। ਉਹ ਜੱਜ ਦਾ ਤਕੜਾ ਜੱਜ ਸੀ, ਜੀਪੀ ਥਰੇਜਾ, ਮੈਜਿਸਟ੍ਰੇਟ, ਇੰਨਾ ਤਕੜਾ। ਮਤਲਬ ਕਿ ਇਹ ਐਮੀਆ ਰਾਓ 90 ਸਾਲ ਦੀ ਸੀ। ਉਹਨੂੰ ਜਦੋਂ ਅਰੈਸਟ ਕਰਨ ਗਏ ਤਾਂ ਕੁਝ ਵਕੀਲਾਂ ਨੇ ਆ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਕਿ ਜੀ ਇਹਨੂੰ ਅਰੈਸਟ ਕਰ ਰਹੇ ਆ ਇਹਦੇ ਕਰਕੇ, ਕਿਉਂਕਿ ਇਹਨੇ ਆਪਰੇਸ਼ਨ ਬਲੂ ਸਟਾਰ ਤੇ ਰਿਪੋਰਟ ਲਿਖੀ ਆ। ਸੁਪਰੀਮ ਕੋਰਟ ਨੇ ਉਹਦੀ ਐਪਲੀਕੇਸ਼ਨ ਡਿਸਮਿਸ ਕਰਤੀ। ਪਰ ਉਹ ਜੀਪੀ ਥਰੇਜਾ ਜੱਜ ਇੰਨਾ ਤਕੜਾ ਰਿਹਾ, ਪਹਿਲੇ ਦਿਨ ਉਸਨੇ ਕਿਹਾ ਕਿ what wrong have they done? ਉਹ ਕਹਿੰਦਾ sedition is a what sedition? They are telling what has happened over there. What sedition? ਉਹਨੇ ਜ਼ਮਾਨਤ ਨਹੀਂ, ਉਹਨੇ ਡਿਸਚਾਰਜ ਕਰਤੇ, ਪਹਿਲੇ ਦਿਨ ਹੀ ਕੇਸ ਡਿਸਚਾਰਜ ਕਰਤੇ। ਅੱਛਾ, ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਮੈਂ ਜਾ ਕੇ ਹਰ ਕੇਸ ਦੇ ਵਿੱਚ ਪਿੱਛੇ ਬੈਠ ਜਾਣਾ। ਤੇ ਜਦੋਂ ਇਹ ਹੋਈ, ਇਹ ਮਈ ਦੇ ਵਿੱਚ ਪੁਆਇੰਟ ਹੋਇਆ, ਉਦੋਂ 3 ਹਿਊਮਨ ਰਾਈਟ ਰਿਪੋਰਟ ਆਈਆਂ ਹੋਈਆਂ ਸੀ ਹਿਊਮਨ ਰਾਈਟ ਗਰੁੱਪਾਂ ਦੀਆਂ। ਇੱਕ ਸੀਗੀ ਉਹ ਬਲੈਕ ਬੁੱਕ, PUCL ਤੇ PUDRC, ਤੇ ਦੂਜੀ ਇੱਕ ਸੀਗੀ ਜਸਟਿਸ ਸਿਕਰੀ ਦੀ ਸਿਟੀਜ਼ਨ ਕਮਿਸ਼ਨ ਦੀ ਰਿਪੋਰਟ, ਤੇ ਇੱਕ ਸੀਗੀ ਜਸਟਿਸ ਤਾਰਕੁੰਡੇ ਦੀ ਫੈਕਟਸ ਅਬਾਊਟ ਦਿੱਲੀ ਰਾਈਟਸ। ਇਹ 3 ਰਿਪੋਰਟ ਉਦੋਂ ਆਈਆਂ ਹੋਈਆਂ ਸੀ। ਮੈਂ ਉਦੋਂ ਮਤਲਬ ਕਿ ਜਿਵੇਂ ਤੁਸੀਂ ਦੱਸਿਆ ਮੇਰੀ 29 ਸਾਲ ਦੀ ਸਿਰਫ ਉਮਰ ਸੀ। 3 ਸਾਲ ਦਾ ਮੇਰਾ ਐਜ਼ ਅ ਲਾਇਰ ਐਕਸਪੀਰੀਅੰਸ ਸੀ। ਪਰ ਮੇਰੇ ਦਿਲ ਵਿੱਚ ਇਹ ਆਇਆ ਵੀ ਸਰਕਾਰ ਰਾਜੀਵ ਗਾਂਧੀ ਦੀ ਇੰਨੀ ਤਕੜੀ, ਇੰਨੀ ਪਾਵਰਫੁਲ ਆ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਮੈਂ ਉਦੋਂ ਸਾਡੇ ਜਿਹੜੇ ਸੀਨੀਅਰ ਐਡਵੋਕੇਟ ਸੀ ਉਹਨਾਂ ਕੋਲ ਚਲਾ ਗਿਆ, ਕਿਸੇ ਨੂੰ ਜਾਣਦਾ ਨਹੀਂ ਸੀ, ਕਿਸੇ ਨੂੰ ਨਹੀਂ। ਮੈਂ ਸਿੱਧਾ ਦਰਵਾਜ਼ਾ ਖੜਕਾਉਣਾ, ਅੰਦਰ ਵੜ ਜਾਣਾ, ਕਹਿੰਦਾ ਜੀ ਆਪਾਂ ਇਕੱਠੇ ਹੋਈਏ, ਇੱਕ ਜੁਆਇੰਟ ਕਮੇਟੀ ਬਣਾਈਏ। ਜਸਟਿਸ ਨਰੂਲਾ ਸੀਗੇ, ਉਹਨਾਂ ਕੋਲੇ ਗਿਆ। ਗਿਆਨ ਸਿੰਘ ਵੋਰਾ ਸੀਨੀਅਰ ਐਡਵੋਕੇਟ ਸੀ, ਉਹਨਾਂ ਕੋਲੇ ਗਿਆ। ਤੇ ਹਰਦੇਵ ਸਿੰਘ ਸੀਨੀਅਰ ਐਡਵੋਕੇਟ ਸੀ, ਉਹਨਾਂ ਕੋਲੇ ਗਿਆ। ਗੁਰਦੁਆਰਾ ਕਮੇਟੀ ਕੋਲੇ ਗਿਆ, ਅਕਾਲੀ ਦਲ ਕੋਲੇ ਗਿਆ ਕਿ ਆਪਾਂ ਇੱਕ ਜੁਆਇੰਟ ਕਮੇਟੀ ਬਣਾਈਏ। ਫਿਰ ਉਹ ਜਸਟਿਸ ਨਰੂਲਾ ਨੇ ਮੈਨੂੰ ਜਨਰਲ ਅਰੋੜਾ ਕੋਲੇ ਭੇਜਤਾ। ਜਨਰਲ ਅਰੋੜਾ ਲਾਈਕ ਦਿਸ ਆਈਡੀਆ। ਫਿਰ ਮੈਂ ਖੁਸ਼ਵੰਤ ਸਿੰਘ ਕੋਲੇ ਚਲਾ ਗਿਆ ਸਿੱਧਾ। ਖੁਸ਼ਵੰਤ ਸਿੰਘ said it's a very good idea। ਖੁਸ਼ਵੰਤ ਸਿੰਘ took me to ਸੋਲੀ ਸਰਾਬ ਜੀ। ਸੋਲੀ ਸਰਾਬ ਜੀ ਉਹ ਉਦੋਂ ਫਾਰਮਰ ਸੋਲਿਸਿਟਰ ਜਨਰਲ ਸੀ, ਹੁਣ ਇਸ ਟਾਈਮ 2 ਵਾਰੀ ਅਟਰਨੀ ਜਨਰਲ ਰਹਿ ਚੁੱਕੇ ਆ, ਟੌਪ ਦੇ ਵਕੀਲ ਆ ਇੰਡੀਆ ਦੇ। ਸੋਲੀ ਸਰਾਬ ਜੀ then took the initiative
ਉਹਨਾਂ ਨੇ ਫਿਰ ਅੱਗੇ ਲੱਗ ਕੇ ਇੱਕ ਕਮੇਟੀ ਬਣਾਈ। ਉਹਨਾਂ ਨੇ ਕਿਹਾ ਸੀ ਨॉन ਪੋਲੀਟੀਕਲ ਕਮੇਟੀ ਬਣਾਉਣੀ ਆ ਤੇ ਇਹਦੇ ਵਿੱਚ ਅਸੀਂ ਜੋ ਅਕਾਲੀ ਦਲ ਤੇ ਜੋ ਦਿੱਲੀ ਗੁਰਦੁਆਰਾ ਕਮੇਟੀ ਸਾਨੂੰ ਸਪੋਰਟ ਕਰੇਗਾ, ਪਰ ਇਹ ਜਿਹੜੀ ਕਮੇਟੀ ਹੋਏਗੀ ਇਹ ਸਿਵਲ ਸੁਸਾਇਟੀ ਦੀ ਕਮੇਟੀ ਹੋਏਗੀ ਤੇ ਟੋਟਲ ਅਸੀਂ। ਤੇ ਉਹਨਾਂ ਨੇ ਜਸਟਿਸ ਤਾਰਕੁੰਡੇ ਨੂੰ ਵਿੱਚ ਲਿਆ, PGCL ਦੇ ਪ੍ਰੈਜ਼ੀਡੈਂਟ ਰਜਨੀ ਕੁਥਾੜੀ ਨੂੰ ਲਿਆ, PGDR ਦੇ ਪ੍ਰੈਜ਼ੀਡੈਂਟ ਗੋਬਿੰਦਾ ਮਖੋਟੇ ਨੂੰ ਲਿਆ ਤੇ ਨਾਲ ਉਹਨਾਂ ਨੇ ਸੋਲੀ ਸਰਾਬ ਜੀ ਖੁਦ ਸੀਗੇ, ਉਹਦੇ ਵਿੱਚ ਜਨਰਲ ਰੋੜਾ ਸੀ, ਜਸਟਿਨ ਰੂਲਾ ਸੀ, ਇਸ ਤਰ੍ਹਾਂ ਦੇ ਬੰਦੇ। ਫਿਰ ਜਸਟਿਸ ਸਿਕਰੀ ਫਾਰਮਰ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ, ਉਹ ਪ੍ਰੈਜ਼ੀਡੈਂਟ ਬਣੇ। ਤੇ ਇਹ ਮੈਂ ਇੱਥੇ ਕਾਗਜ਼ ਪੱਤਰ ਦਾ ਸਾਰਾ ਕੰਮ ਮੈਂ ਦੇਖ ਰਿਹਾ ਸੀ ਤੇ ਉੱਥੇ ਮੀਟਿੰਗ ਹੋਈ ਜਦੋਂ ਇਹ ਜੂਨ ਦੇ ਵਿੱਚ, ਤੇ ਉਹਨਾਂ ਨੇ ਕਿਹਾ ਜੀ ਆਪਾਂ ਸੈਕਟਰੀ ਕਿਹਨੂੰ ਬਣਾਈਏ। ਉਹਨਾਂ ਨੇ ਕਿਹਾ ਕੋਈ ਰਿਟਾਇਰਡ DGP ਜਾਂ ਰਿਟਾਇਰਡ IAS ਕੋਈ ਆਪਾਂ ਦਿੱਤੀ। ਉਹ 2 ਬੰਦਿਆਂ ਦਾ ਨਾਮ ਆਇਆ। ਅਗਲੀ ਜਦੋਂ ਮੀਟਿੰਗ ਹੋਈ, ਇਹ ਗੱਲ ਆ 85 ਜੁਲਾਈ ਦੇ ਸ਼ੁਰੂ ਦੀ, ਉਹਨਾਂ ਨੇ ਕਿਹਾ ਜੀ ਦੋਨੋਂ ਅਵੇਲੇਬਲ ਨਹੀਂ ਹਨ, ਕਹਿੰਦੇ ਫਿਰ ਆਪਾਂ ਸੈਕਟਰੀ ਕਿਹਨੂੰ ਦੇਖੀਏ, ਕੋਈ ਸੈਕਟਰੀ ਤੇ ਕੰਮ ਬਹੁਤ ਜ਼ਿਆਦਾ। ਸੋਲੀ ਸਰਾਬ ਜੀ ਨੇ ਕਿਹਾ ਜੀ ਯੰਗ ਬॉय ਇਜ਼ ਹੈਂਡਲਿੰਗ ਸੋ ਵੈਲ, ਲੈਟ ਹਿਮ ਬੀ ਦਾ ਮੈਂਬਰ ਸੈਕਟਰੀ। ਲਓ ਤੇ ਦੇਖੋ ਇੰਨੀ ਪਾਵਰਫੁਲ ਬਾਡੀ, ਉਹ ਇੱਕ 3 ਸਾਲ ਦਾ ਵਕੀਲ, ਉਹ ਵਾਹਿਗੁਰੂ ਨੇ ਐਸੀ ਮਿਹਰ ਕੀਤੀ ਕਿ ਮੈਨੂੰ ਉਹਦਾ ਮੈਂਬਰ ਸੈਕਟਰੀ ਬਣਾ। ਤੇ ਉੱਥੋਂ ਸਾਰੇ ਦਾ ਸਾਰਾ ਜੋ ਮੇਰੇ ਤੇ ਆਇਆ, ਮੈਨੂੰ ਸਿਰਫ ਇਹ ਸੀ ਪਹਿਲੀ ਗੱਲ, ਜੋ ਇੱਕ ਤਾਂ ਮੈਂ ਇਹ ਗੱਲ ਕਿ ਹੁਣੇ ਵਾਹਿਗੁਰੂ ਨੇ ਮੇਰੀ ਡਿਊਟੀ ਲਾਈ ਹੈ, ਮੌਕਾ ਦਿੱਤਾ, ਪਹਿਲੀ ਗੱਲ। ਦੂਜੀ ਗੱਲ, ਇਹ ਸਾਰੇ ਲੋਕ ਹੁਣ ਆਏ ਆ, ਅੱਛਾ ਉਹ ਸਾਰੇ ਫ੍ਰੀ ਕੇਸਿਸ ਕਰਦੇ, ਇੱਕ ਨਵਾਂ ਪੈਸਾ ਕਿਸੇ ਨੇ ਫੀਸ ਨਹੀਂ ਲਈ, ਆਪਣੇ ਜੇਬਾਂ ਚੋਂ ਖਰਚਾ ਕੀਤਾ। ਸੋਲੀ ਸਰਾਬ ਜੀ, ਜਸਟਿਸ ਤਾਰਕੁੰਡੇ, ਜਸਟਿਸ ਸਿਕਰੀ, ਸਾਰੇ ਲੋਕਾਂ ਨੇ, ਉਹਨਾਂ ਲੋਕਾਂ ਦਾ ਨਾ ਬਹੁਤ ਇਨਫਲੂਐਂਸ ਪਿਆ ਮੇਰੇ ਤੇ, ਮੇਰੀ ਜ਼ਿੰਦਗੀ ਤੇ। ਮੈਨੂੰ ਇਹ ਸੀ ਕਿ ਇਹ ਲੋਕ ਇੰਨਾ ਸਾਡੇ ਵਾਸਤੇ ਕਰ ਰਹੇ, ਅਸੀਂ ਕਿਉਂ ਨਾ ਕਰੀਏ। ਮੈਂ ਉਸ ਤੋਂ ਮਗਰੋਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ, ਮਤਲਬ ਕਿ ਉਹ ਆਫਿਸ ਦੇ ਵਿੱਚ ਇਹ ਕੰਮ ਕਰਦੇ ਸੀ। ਉਹ ਮਿਸ਼ਰਾ ਕਮਿਸ਼ਨ ਜਦੋਂ ਚੱਲਿਆ ਤੇ ਉਹ ਮੇਰੀ ਉਹ ਕਿਤਾਬ ਵਿੱਚ ਸਾਰਾ ਕੁਝ ਦੱਸਿਆ। ਹੁਣ ਮੈਂ ਇੰਨਾ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਉਹ ਗੱਲਾਂ। ਵੈਨ ਏ ਟਰੀ ਸ਼ੁਕ, ਉਹ ਕਿਤਾਬ ਆ, ਤੁਹਾਨੂੰ ਮਿਲ ਜੇਗੀ, ਈ ਬੁੱਕ ਵੀ ਆ, ਉਹਦੇ ਸਾਰਾ ਮੈਂ ਦੱਸਿਆ ਵਾ। ਤੇ ਇਸ ਤਰ੍ਹਾਂ ਕਰਕੇ ਨਾ ਮੈਂ ਕੋਈ ਸੋਚ ਕੇ ਨਹੀਂ ਸੀ ਗਿਆ ਕਿ ਮੈਂ ਇਹ ਕੇਸ ਕਰਨੇ ਆ, ਇਹ ਕਰਨਾ। ਬਸ ਇੱਕੋ ਗੱਲ ਮਤਲਬ ਕਿ ਹਮੇਸ਼ਾ ਹੀ ਆਪਣੇ ਲੜ ਬਣ ਕੇ ਰੱਖੀ ਹੈ, ਚੜ੍ਹਦੀ ਕਲਾ, ਚੜ੍ਹਦੀ ਕਲਾ। ਚਾਹੇ ਉਹਨਾਂ ਨੇ ਜੋ ਮਰਜ਼ੀ ਕਰਤਾ ਸੀ, ਜੋ ਮਰਜ਼ੀ ਕਰਤਾ ਸੀ, ਪਰ ਬਚਦਾ ਗਏ ਨਾ, ਜੋ ਬਚਿਆ ਤਾਂ ਚੜ੍ਹਦੀ ਕਲਾ ਚ ਰਹਿਣਾ, ਕਿਸੇ ਤੋਂ ਡਰਨਾ ਨਹੀਂ, ਘਬਰਾਉਣਾ ਨਹੀਂ, ਬਿਲਕੁਲ। ਜਦੋਂ ਤੁਸੀਂ ਇਹ ਸੋਚ ਕੇ ਚੱਲਦੇ ਹੋ ਨਾ, ਆਪਣੇ ਆਪ ਵਾਹਿਗੁਰੂ ਤੁਹਾਡਾ ਸਾਥ ਦਿੰਦਾ, ਆਪਣੇ ਆਪ ਰਸਤਾ ਦਿਖਾਉਂਦਾ, ਆਪਣੇ ਆਪ ਸਿੱਧਾ ਕਰਦਾ। ਇਹੋ ਮੇਰੇ ਨਾਲ ਤਾਂ ਹੋਇਆ। ਸੋ ਭਾਈ ਸਾਹਿਬ, ਜਦੋਂ ਆਪਾਂ 84 ਦੇ ਕਤਲੇਆਮ ਦੀ ਗੱਲ ਕਰਦੇ ਹਾਂ, ਤੇ ਭਾਵੇਂ ਉਹ ਇੰਡੀਅਨ ਮੀਡੀਆ ਹੋਵੇ ਜਾਂ ਆਮ ਜਿਹੜੀ ਭਾਵਨਾ ਜਾਂ ਲੋਕਾਂ ਦੇ ਵਿੱਚੋਂ ਕਿਹਾ ਜਾਂਦਾ ਕਿ ਦੰਗੇ ਨੇ, ਰਾਈਟਸ ਕਹਿ ਕੇ ਕਿਹਾ ਜਾਂਦਾ, ਪਰ ਜਦੋਂ ਆਪਾਂ ਸਿੱਖ ਪੰਥ ਵਿੱਚੋਂ ਇਹ ਗੱਲ ਸੁਣਦੇ ਹਾਂ ਤੇ ਕਹਿੰਦੇ ਨੇ ਉਹ ਦੰਗੇ 2 ਗਰੁੱਪਸ ਦੇ ਵਿੱਚ ਹੁੰਦੇ ਨੇ, ਤੇ ਕਤਲੇਆਮ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਸਪੋਂਸਰਡ ਹੁੰਦਾ ਹੈ। ਤੇ ਇਹ ਜਿਹੜਾ ਪੱਖ ਹੈ, ਇਸ ਨੂੰ ਆਪ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਚੀਜ਼ ਕਿਵੇਂ ਕਲੈਰੀਫਾਈ ਕੀਤੀ ਜਾਵੇ, ਭਾਵੇਂ ਉਹ ਮੀਡੀਆ ਵਿੱਚ ਹੋਵੇ, ਭਾਵੇਂ ਹੋਰ ਪੱਖ ਵਿੱਚ, ਉਹ ਸਾਰਿਆਂ ਨੂੰ ਇਹ ਸੱਚ ਕਿਵੇਂ ਸਾਹਮਣੇ ਲੈ ਕੇ ਆਇਆ ਜਾਵੇ? ਦੇਖੋ, ਇਹ ਇੱਕ ਕਤਲੇਆਮ ਸੀ, ਇੱਕ ਜੀਨੋਸਾਈਡ ਸੀ। ਤੇ ਇਹਨੂੰ ਅਸੀਂ ਜਦੋਂ ਉਦੋਂ ਜਸਟਿਸ ਸਿਕਰੀ ਨੇ ਕਿਹਾ ਸੀ ਇਟ ਵਾਜ਼ ਅ ਕਾਰਨੇਜ, ਕਿਉਂਕਿ ਜੀਨੋਸਾਈਡ ਦਾ ਉਦੋਂ ਇੰਨਾ ਬਹੁਤਾ ਲਾਅ ਨਹੀਂ ਸੀ, ਇੰਟਰਨੈਸ਼ਨਲ ਲਾਅ ਵੀ ਉਸ ਤੋਂ ਬਾਅਦ ਹੀ ਜ਼ਿਆਦਾ ਆਇਆ। ਉਹਨਾਂ ਨੇ ਕਿਹਾ ਇਟ ਵਾਜ਼ ਅ ਕਾਰਨੇਜ, ਸੋ ਵੀ ਆਲਵੇਜ਼ ਕਾਲਡ ਇਟ ਅ ਕਾਰਨੇਜ। ਅੱਛਾ, ਕੁਛ ਤਾਂ ਇਹ ਕਿਉਂਕਿ ਇਹਦਾ ਨਾਮ ਹੀ ਪੈ ਗਿਆ ਰੈਟਸ, ਕੁਛ ਤਾਂ ਉਹਦੇ ਕਰਕੇ ਕਹਿੰਦੇ ਆ। ਕੁਛ ਲੋਕ ਬਾਕੀ ਗਵਰਨਮੈਂਟ ਦੇ ਪ੍ਰੋਪੋਗੈਂਡੇ ਦੇ ਨਾਲ ਇਨਫਲੂਐਂਸ ਹੋਏ ਹੋਏ ਆ। ਸਰਕਾਰ ਨੇ ਕਿਹਾ ਕਿ ਜੀ ਇਹ ਤਾਂ ਜੀ प्राइम मिनिस्टर की डेथ हो गई, वो जिम्मे राजीव गांधी करता जी, इतना लोग उसको प्यार करते थे, बड़ा पेड़ गिरता है, तरक्की मिलती है, बस वो कुछ को लोग प्रोपोगेंडे के असर इन्फ्लुएंस दे विच आ कि ये तो स्पॉन्टेनियस सी। पर असी इन्ना एविडेंस एक कमिशन दे सरकारी कमिशनर दे अगे रखिया जिहदे नाल शो हुंदा इट वाज नॉट स्पॉन्टेनियस एट ऑल, इट वाज अ वेल प्लान्ड स्ट्रैटजी। ते ओ वेल प्लान्ड स्ट्रैटजी दे अंडर ए होए ਤੇ ਇਟ ਵਾਜ਼ ਅ ਜੀਨੋਸਾਈਡ। ਮੈਂ ਤੁਹਾਨੂੰ 2-3 ਚੀਜ਼ਾਂ ਉਹਦੀਆਂ ਜੀਨੋਸਾਈਡ ਦੇ ਦੱਸ ਦਿੰਦਾ। ਜਦੋਂ ਜਿਹੜਾ ਸਪੌਂਟੇਨੀਅਸ ਹੁੰਦਾ ਨਾ, ਉਹ ਹਮੇਸ਼ਾ ਕੋਈ ਕੱਲਾ ਕੋਈ ਦੂਜੀ ਕਮਿਊਨਿਟੀ ਦਾ ਬੰਦਾ ਹੋਵੇ, ਉੱਥੇ ਅਟੈਕ ਹੋ ਕੇ ਉਸ ਤਰ੍ਹਾਂ ਹੁੰਦੇ ਆ, ਉਹ ਹੁੰਦੇ ਆ ਰਾਈਟਸ ਦਾ ਦੰਗੇ। ਪਰ ਇੱਥੇ ਜਿਹੜਾ ਹੋਇਆ, ਡੂ ਯੂ ਨੋ ਹੂ ਵਾਜ਼ ਦ ਫਰਸਟ ਸਿੱਖ ਹੂ ਵਾਜ਼ ਅਟੈਕਡ ਇਨ ਦਿੱਲੀ? ਇਟ ਵਾਜ਼ ਦ ਪ੍ਰੈਜ਼ੀਡੈਂਟ ਆਫ ਇੰਡੀਆ। ਪ੍ਰੈਜ਼ੀਡੈਂਟ ਆਫ ਇੰਡੀਆ, ਯੈਸ। ਦਿੱਲੀ ਦੇ ਵਿੱਚ ਪਹਿਲਾ ਅਟੈਕ ਜਿਹੜਾ ਹੋਇਆ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਕੈਬਨਿਟ ਸੇ ਹੋਇਆ। ਤੇ ਆਲ ਇੰਡੀਆ ਇੰਸਟੀਚਿਊਟ ਜਦੋਂ ਮਿਸਿਸ ਗਾਂਧੀ ਦੀ ਬੋਡੀ ਕੋਲੇ ਜਾ ਰਹੇ ਸੀ, ਸ਼ਾਮ ਨੂੰ 5 ਵਜੇ ਦੀ ਗੱਲ ਆ,
ਤੇ ਉਦੋਂ ਉਹਨਾਂ ਦੇ ਉੱਤੇ ਅਟੈਕ ਹੋਇਆ। ਜਲ ਦੀਆਂ ਮਿਸਾਲਾਂ ਉਹਨਾਂ ਦੇ ਕੈਵਲਕੇਟ ਦੇ ਕਾਰ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਿੱਛੇ ਉਹਨਾਂ ਦਾ ਪ੍ਰੈਸ ਸੈਕਟਰੀ ਦੀ ਕਾਰ ਸੀ ਤਰਲੋਚਨ ਸਿੰਘ, ਉਹਦੀ ਕਾਰ ਦੇ ਸ਼ੀਸ਼ੇ ਤੋੜ ਕੇ ਅੰਦਰ ਮਿਸਾਲਾਂ ਸੁੱਟੀਆਂ। ਉਹ ਕਾਰ ਭਜਾ ਕੇ ਲੈ ਗਿਆ। ਰਾਸ਼ਟਰਪਤੀ ਦੀ ਕਾਰ ਦੇ ਸ਼ੀਸ਼ੇ ਤੋੜਤੇ। ਰਾਸ਼ਟਰਪਤੀ ਦਾ ਜਿਹੜਾ ਬੋਡੀਗਾਰਡ ਸੀ ਉਹਦਾ ਸਿਰ ਪਾੜਤਾ ਤੇ ਉਹ ਰਾਸ਼ਟਰਪਤੀ ਅੰਦਰ ਗਿਆ। ਉੱਥੇ ਸਾਰੀ ਉਦੋਂ ਪੁਲਿਸ ਮੌਜੂਦ ਆ, CRP ਸਭ ਕੁਛ ਹੈ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਬਾਹਰ। ਤੇ ਉਸ ਤੋਂ ਬਾਅਦ ਰਾਸ਼ਟਰਪਤੀ ਜਦੋਂ ਬਾਹਰ ਆਇਆ ਦੂਜੀ ਵਾਰੀ ਫਿਰ ਅਟੈਕ ਹੋਇਆ ਔਰ ਇਸ ਦੀ ਕੋਈ FIR ਨਹੀਂ। ਅਰੈਸਟ ਤਾਂ ਕਿਸੇ ਨੂੰ ਕਰਨਾ, FIR ਤੱਕ ਵੀ ਨਹੀਂ, ਕੋਈ FIR ਨਹੀਂ। ਮਤਲਬ ਕਿ ਦਿਸ ਵਾਜ਼ ਦ ਬਿਗੇਸਟ ਟੈਰਰ ਅਟੈਕ। ਰਾਸ਼ਟਰਪਤੀ ਨੂੰ ਟੈਰੋਰਾਈਜ਼ ਕਰਨਾ ਸੀ ਕਿ ਤੂੰ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾ ਦੇ, ਨਹੀਂ ਤਾਂ ਦੇਖ ਲਾ ਸੀ ਆਹ ਹਾਲ ਕਰਨਾ। ਤੇ 6 ਵਜੇ ਉਹਨੇ ਗਿਆਨੀ ਜੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਦੀ ਸਹੁੰ ਚੁਕਾਤੀ। ਪਰ ਇਹ ਗਿਆਨੀ ਜੈਲ ਸਿੰਘ ਦੀਆਂ ਬੜੀਆਂ ਗਲਤੀਆਂ ਵੀ ਗਲਤੀ ਸੀ। ਅਸਲੀ ਤਾਂ ਜੋ ਕੰਮ ਵਧਿਆ ਉਸ ਤੋਂ ਮਗਰੋਂ ਵਧਿਆ, ਉਸ ਤੋਂ ਮਗਰੋਂ। ਅੱਛਾ ਦੂਜੀ ਗੱਲ, 31 ਤਰੀਕ ਨੂੰ ਕੋਈ ਜ਼ਿਆਦਾ ਨਹੀਂ ਹੋਇਆ। 31 ਤਰੀਕ ਨੂੰ ਰਾਤ ਨੂੰ ਇਹਨਾਂ ਨੇ ਪੂਰੀ ਤਿਆਰੀ ਕਰਕੇ 1 ਤਰੀਕ ਨੂੰ ਸਵੇਰੇ ਕੀਤਾ। ਅੱਛਾ 1 ਤਰੀਕ ਨੂੰ ਸਵੇਰੇ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਉਹ ਜਗ੍ਹਾ ਜਗ੍ਹਾ ਤੇ ਵੰਡੀਆਂ ਗਈਆਂ, ਹਰ ਜਗ੍ਹਾ ਤੇ, ਕਿਉਂਕਿ ਇਹਨਾਂ ਕੋਲ ਪਹਿਲਾਂ ਤਿਆਰ ਸੀ ਤਾਂ ਹੀ ਦਿੱਤੀਆਂ ਨਾ, ਇਹ ਕਿੱਥੋਂ ਆ ਗਈਆਂ। ਸਿੱਖਾਂ ਦੇ ਘਰਾਂ ਦੀਆਂ ਲਿਸਟਾਂ। ਦੂਜੀ ਗੱਲ, ਇੱਕ ਇਨਫਲੇਮੇਬਲ ਪਾਊਡਰ, ਜੇਕਰ ਉਹ ਪਾਊਡਰ ਨੂੰ ਤੁਸੀਂ ਸੁੱਟਦੇ ਹੋ ਤੇ ਉਹਨੂੰ ਅੱਗ ਲੱਗ ਜਾਂਦੀ ਹੈ। ਕੋਈ ਅਣਜਾਣ ਬੰਦਾ ਪਾਊਡਰ ਨੂੰ ਹੱਥ ਲਾਵੇ ਤਾਂ ਆਪਣੇ ਹੱਥ ਲਾ ਲਓ। ਐਕਸਪਰਟ ਬੰਦੇ ਸੀ ਉਹਦੇ। ਟਰੱਕਾਂ ਦੇ ਉੱਤੇ ਰੋਡਸ ਵੰਡੀਆਂ ਗਈਆਂ ਪੂਰੀਆਂ, ਉੱਥੇ ਸਾਰੀ ਦਿੱਲੀ ਦੇ ਵਿੱਚ ਪਲੈਨਿੰਗ ਕੀਤੀ ਗਈ। ਸਭ ਤੋਂ ਪਹਿਲਾਂ ਅਟੈਕ ਗੁਰਦੁਆਰੇ 'ਚ ਕਰਨਾ, ਸਾਰੀ ਜਗ੍ਹਾ ਦੇ ਉੱਤੇ, ਤਾਂ ਕਿ ਗੁਰਦੁਆਰੇ 'ਚ ਇਕੱਠੇ ਹੋ ਜਾਂਦੇ ਆ ਸਭ ਤੋਂ ਪਹਿਲਾਂ। ਪੰਜਵੀਂ ਗੱਲ, ਇਹ ਕਿਹਾ ਗਿਆ ਕਿ FIR ਨਹੀਂ ਲਿਖਣੀ, ਸਿਰਫ ਇੱਕ FIR ਲਿਖਣੀ ਆ ਕਿ ਥੋੜੇ ਮੋਟੇ ਦੰਗੇ ਹੋ ਗਏ ਬਸ ਉਸ ਤਰ੍ਹਾਂ। 6ਵੀਂ ਗੱਲ ਕਿ ਕਿਸੇ ਵੀ ਸਿੱਖ ਨੂੰ ਬਚਾਉਣ ਨਹੀਂ ਜਾਣਾ, ਜਿੰਨਾ ਮਰਜ਼ੀ ਆਈ ਜਾਵੇ, ਲੌਗ ਬੁੱਕ 'ਚ ਐਂਟਰੀ ਨਹੀਂ ਕਰਨੀ। 7ਵੀਂ ਗੱਲ ਕਿ ਜਿੱਥੇ ਕਿਤੇ ਇਹ ਮੈਸੇਜ ਆ ਜਾਏ ਕਿ ਸਿੱਖ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਆ, ਉੱਥੇ ਵੱਡੀ ਗਿਣਤੀ 'ਚ ਪਹੁੰਚ ਜਾਓ, ਉਸੇ ਟਾਈਮ ਜਾ ਕੇ ਸਿੱਖ ਨੂੰ ਅਰੈਸਟ ਕਰ। ਮਤਲਬ ਕਿ ਇਸ ਤਰ੍ਹਾਂ ਦੇ ਬੜੇ ਜੋ ਇਹਦੇ ਇਨਗਰੀਡੀਐਂਟਸ ਨੇ ਵਿਚ ਕਲੀਅਰਲੀ ਸ਼ੋਜ਼ ਇਟ ਵਾਜ਼ ਅ ਜੀਨੋਸਾਈਡ। ਅੱਛਾ ਹੁਣ ਉਸ ਤੋਂ ਬਾਅਦ ਹੁਣ ਤਾਂ ਜਿਹੜੀ ਸੱਜਣ ਕੁਮਾਰ ਦੀ ਜੱਜਮੈਂਟ ਆਈ ਆ ਜਸਟਿਸ ਮੁਰਲੀਧਰ ਦੀ, ਜੋ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਆ, ਉਹਦੇ 'ਚ ਕੋਰਟ ਤੇ ਵੀ ਇਹ ਗੱਲ ਇਟ ਵਾਜ਼ ਅ ਜੀਨੋਸਾਈਡ। ਹੁਣ ਤਾਂ ਸਾਡੇ ਹੋਮ ਮਿਨਿਸਟਰ ਨੇ, ਜੋ ਰਾਜਨਾਥ ਪਹਿਲਾਂ ਹੋਮ ਮਿਨਿਸਟਰ ਸੀ, 2-3 ਵਾਰੀ ਉਹਨੇ ਵੀ ਕਿਹਾ ਇਟ ਵਾਜ਼ ਅ ਜੀਨੋਸਾਈਡ। ਹੁਣ ਮਤਲਬ ਕਿ ਹੁਣ ਤਾਂ ਕਲੀਅਰ, ਬਿਲਕੁਲ ਇਹ ਕਲੀਅਰ ਆ ਕਿ ਇਟ ਵਾਜ਼ ਅ ਜੀਨੋਸਾਈਡ ਤੇ ਇਟ ਵਾਜ਼ ਨਾਟ ਸਪੌਂਟੇਨੀਅਸ ਐਟ ਆਲ, ਇਟ ਵਾਜ਼ ਵੈਲ ਪਲਾਨਡ ਸਟ੍ਰੈਟਜੀ। ਸੋ ਇਹ ਮਤਲਬ ਕਿ ਬੜੀ ਪਲੈਨਿੰਗ ਦੇ ਤਹਿਤ ਇਹ ਸਾਰਾ ਕੀਤਾ ਗਿਆ। ਜਸਵਿੰਦਰ ਜੀ ਅੱਛਾ ਜਸਵਿੰਦਰ ਜੀ ਮੇਰਾ ਖਿਆਲ ਹੈ ਕੋਈ ਟੈਕਨੀਕਲ ਕਨੈਕਸ਼ਨ ਕੱਟ ਗਿਆ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਫਿਰ ਇਹ ਲੋਕ ਕਹਿਣਗੇ ਜੀ ਇਹ ਪਲਾਨ ਕਿਵੇਂ ਹੋਇਆ, ਉਹਨਾਂ ਨੂੰ ਕਿਹੜਾ ਪਤਾ ਸੀ ਕਿ ਇੰਦਰਾ ਗਾਂਧੀ ਨੂੰ ਮਾਰਿਆ ਜਾਣਾ। ਇਹ ਗੱਲ ਕਹੀ ਹੈ, ਇਹ ਲੋਕਾਂ ਨੇ ਕਹਿਣਾ। ਇਹ ਹੁਣ ਜਿਹੜੀ ਪਲਾਨ ਹੋਈ ਸੀ ਨਾ, ਇਹ ਪਲਾਨ ਕੀਤੀ ਸੀ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਨਾਲ ਇਹ ਕਰਨ ਦੀ। ਇਹ ਮਤਲਬ ਕਿ ਕਈਆਂ ਲੋਕਾਂ ਨੇ ਸਾਨੂੰ ਕਿਹਾ ਕਿ ਜੋ ਇੰਟੈਲੀਜੈਂਸ ਦੀਆਂ ਫਾਈਲਾਂ ਨੇ ਉਸ ਦੇ ਵਿੱਚ ਇਹਦਾ ਜ਼ਿਕਰ ਵੀ ਹੈ, ਪਰ ਅਨਫੋਰਚੂਨੇਟਲੀ ਉਹ ਫਾਈਲਾਂ ਸਾਨੂੰ ਮਿਲ ਨਹੀਂ ਸਕੀਆਂ। ਕਹਿੰਦੇ ਇਹਨਾਂ ਨੂੰ ਇੰਦਰਾ ਗਾਂਧੀ ਨੂੰ ਕਿਸੇ ਨੇ ਕਿਹਾ ਕਿ ਜੇਕਰ ਤੁਸੀਂ ਪੰਜਾਬ ਦਾ ਆਰਮੀ ਲਗਾ ਦੋਗੇ, ਜੇ ਦਿੱਲੀ ਦੇ ਸਿੱਖ ਉੱਠ ਗਏ, ਦਿੱਲੀ ਦੇ ਵਿੱਚ ਉਹਨਾਂ ਨੇ ਗਦਰ ਪਾਤਾ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ, ਤੇ ਉਹਨਾਂ ਨੂੰ ਕਿਵੇਂ ਕੰਟਰੋਲ ਕਰੋਗੇ। ਉਹ ਦਿੱਲੀ ਦੇ ਵਿੱਚ ਇਹ ਜਿਹੜਾ ਕਤਲੇਆਮ ਸੀ ਉਹ ਆਪਰੇਸ਼ਨ ਬਲੂ ਸਟਾਰ ਦੇ ਨਾਲ ਹੋਣਾ ਸੀ, ਉਹਦੇ ਕਰਕੇ ਪਲਾਨ ਕੀਤੀ ਗਈ ਸੀ। ਇਹ ਜਿਹੜੀਆਂ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਸੀ, ਇਹ ਸੀਗੀਆਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਦੀਆਂ ਜੋ ਵੋਟਰ ਲਿਸਟ ਸੀ ਉਹ ਸੀਗੀਆਂ, ਉਹ ਤਿਆਰ ਕਰਕੇ ਪਹਿਲਾਂ ਰੱਖੀਆਂ ਹੋਈਆਂ ਸੀ ਕਿ ਮੌਬ ਨੂੰ ਇਹ ਦੇਣੀਆਂ। ਤੇ ਉਹ ਲਿਸਟਾਂ ਤੇ ਨਾਲ ਦੀ ਨਾਲ ਇਹ ਇਨਫਲੂਐਂਸ ਪਾਊਡਰ, ਸਾਰੀ ਤਿਆਰੀ ਉਦੋਂ ਦੀ ਰੱਖੀ ਗਈ ਸੀ। ਤੇ ਪਰ ਉਦੋਂ ਦਿੱਲੀ ਦੇ ਵਿੱਚ ਕਿਉਂਕਿ ਜ਼ਿਆਦਾ ਕੋਈ ਸਿੱਖਾਂ ਵੱਲੋਂ ਕੋਈ ਰੋਸ ਨਹੀਂ ਹੋਇਆ, ਜ਼ਿਆਦਾ ਨਹੀਂ ਹੋਇਆ, ਤਾਂ ਕਰਕੇ ਉਦੋਂ ਇਹਨਾਂ ਨੇ ਨਹੀਂ ਕੀਤਾ। ਤੇ ਉਹ ਜਿਹੜਾ ਪੂਰੇ ਦਾ ਪੂਰਾ ਇਹਨਾਂ ਨੇ ਪਲਾਨ ਕੀਤਾ ਸੀ, ਉਹ ਮਿਸਿਸ ਗਾਂਧੀ ਦੇ ਡੈਥ ਤੋਂ ਬਾਅਦ, ਉਹ ਰਾਜੀਵ ਗਾਂਧੀ ਨੂੰ ਇਹਦਾ ਸਾਰਾ ਪਤਾ ਸੀ ਤੇ ਅਰਨ ਨਹਿਰੂ ਨੂੰ ਪਤਾ ਸੀ। ਰਾਜੀਵ ਗਾਂਧੀ ਦੀ ਡੈਥ ਤੋਂ ਬਾਅਦ ਇਹਨਾਂ ਨੇ ਉਸੇ ਪਲਾਨ ਨੂੰ ਐਗਜ਼ੀਕਿਊਟ ਕੀਤਾ ਤੇ ਉਹ ਪੂਰੇ ਦੇ ਪੂਰੇ ਉਹ ਸਾਰੇ ਦਿੱਤਾ। ਹੁਣ ਮੈਂ ਤੁਹਾਨੂੰ ਇੱਕ ਹੋਰ ਇਨਸੀਡੈਂਟ ਸੁਣਾਉਣਾ, ਕਿਉਂਕਿ ਜਸਵਿੰਦਰ ਜੀ ਆਗੇ ਚਲੋ। ਹੁਣ ਤੁਸੀਂ, ਮੈਂ ਤੁਹਾਨੂੰ ਸੁਣਾਉਣ ਲੱਗਾ ਸੀ ਮਨਮੋਹਨ ਸਿੰਘ ਦੇ ਘਰ ਦਾ ਇਨਸੀਡੈਂਟ। ਮਨਮੋਹਨ ਸਿੰਘ
ਹੋਰੀ ਉਦੋਂ ਅਸ਼ੋਕ ਵਿਹਾਰ ਰਹਿੰਦੇ ਸੀ, ਮਨਮੋਹਨ ਸਿੰਘ ਆਪਣੇ ਫਾਰਮਰ ਪ੍ਰਾਈਮ ਮਿਨਿਸਟਰ। ਇਹਨਾਂ ਇੰਸੀਡੈਂਟ ਇਹ ਆਪਣੇ ਬੁੱਕ ਦੇ ਵਿੱਚ ਲਿਖਿਆ, ਤੇ ਇਹਨਾਂ ਦੇ ਘਰੇ ਮੌਬ ਨੇ ਆ ਕੇ ਹਮਲਾ ਕੀਤਾ। ਇਹਨਾਂ ਦਾ ਜਵਾਈ ਆ ਉਹ ਨੌਨ ਸਿੱਖ ਆ, ਉਹ ਬਾਹਰ ਖੜ ਗਿਆ, ਕਹਿੰਦਾ ਤਾਂ ਮੇਰਾ ਘਰ ਆ। ਉਹਨਾਂ ਨੇ ਲਿਸਟ ਦਿਖਾਈ, ਕਹਿੰਦੇ ਲਿਸਟ ਵਿੱਚ ਤਾਂ ਸਾਡਾ ਸਿੱਖ ਦਾ ਘਰ ਆ। ਉਹ ਕਹਿੰਦਾ ਨਹੀਂ ਮੇਰਾ ਘਰ ਆ, ਤੇ ਤਾਂ ਕਰਕੇ ਉਹ ਚਲੇ ਗਏ ਵਿੱਤੇ। ਹੁਣ ਉਹ ਦੇਖੋ ਲਿਸਟ ਉਹਨਾਂ ਕੋਲ ਸੀ, ਉਹ ਲਿਸਟ ਵਿੱਚ ਸੀਗਾ ਸਿੱਖ ਦਾ ਘਰ, ਤੇ ਇਹ ਲਿਸਟਾਂ ਉਹਨਾਂ ਕੋਲ ਪੂਰੀਆਂ ਕੰਪਲੀਟ ਸੀ। ਤੇ ਉਹੀ ਮੌਬ, ਕਿਉਂਕਿ ਬਾਅਦ ਚ ਅਸੀਂ ਜੋ ਟ੍ਰੇਸ ਕੀਤਾ, ਅਸੀਂ ਆਲਰੇਡੀ ਐਵੀਡੈਂਸ ਕੀਤਾ ਸੀ ਇਸੇ ਮੌਬ ਦੇ ਨਾਲ ਦੀ ਦੂਜੀ ਗਲੀ ਦੇ ਵਿੱਚ ਮੌਬ, ਉੱਥੋਂ ਦਾ ਲੋਕਲ ਕਾਉਂਸਲਰ, ਉਹਨਾਂ ਦਿਨਾਂ 'ਚ ਐਮਐਲਏ ਨਹੀਂ ਸੀ ਹੁੰਦੇ, ਦਿੱਲੀ ਕਾਉਂਸਲਰ ਹੀ ਹੁੰਦੇ ਸੀ, ਲੋਕਲ ਕਾਉਂਸਲਰ ਦੀਪ ਚੰਦ ਬੰਧੂ, ਉਹ ਮੌਬ ਨੂੰ ਲੀਡ ਕਰ ਰਿਹਾ ਸੀ। ਮਤਲਬ ਕਿ ਬੜੀਆਂ ਗੱਲਾਂ, ਬੜਾ ਕੁਛ ਆ। ਹੁਣ ਇੰਨੇ 1 ਘੰਟੇ ਦੇ ਪ੍ਰੋਗਰਾਮ ਤਾਂ ਮੈਂ ਸਾਰਾ ਕੁਛ ਨਹੀਂ ਤੁਹਾਨੂੰ ਦੱਸ ਸਕਦਾ, ਐਕਸਪਲੇਨ ਕਰ ਸਕਦਾ। ਹਾਂ ਜਸਵਿੰਦਰ ਜੀ, ਅਗਲਾ ਜੀ। ਭਾਈ ਸਾਹਿਬ, ਜਿਵੇਂ ਆਪ ਜੀ ਹੁਣੇ ਵੀ ਗੱਲ ਕੀਤੀ ਕਿ ਜਿਹੜੇ ਕਲਪ੍ਰਿਟਸ ਹੁੰਦੇ ਨੇ ਉਹ ਬੜੇ ਸਿਸਟਮ ਦੇ ਲੂਪ ਹੋਲਸ ਕੱਢ ਕੇ ਨਾ, ਤੇ ਉਹ ਤੋਂ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰਦੇ ਕਿ ਅਸੀਂ ਬਚ ਜਾਈਏ। ਜਿਵੇਂ HKL ਭਗਤ ਹੋਇਆ ਜਾਂ ਹੋਰ ਵੀ ਕਲਪ੍ਰਿਟ, ਜਦੋਂ ਉਹਨਾਂ ਨੂੰ ਲੂਪ ਹੋਲਸ ਪਤਾ ਚੱਲ ਜਾਂਦੇ, ਬੜੇ ਸਿਆਣੇ ਹੁੰਦੇ ਨੇ ਤੇ ਉਹ ਨਿਕਲਣ ਦਾ ਯਤਨ ਕਰਦੇ ਨੇ। ਤੇ ਤੁਸੀਂ ਉਸ ਪੱਖ ਨੂੰ ਕਿਵੇਂ ਦੇਖਿਆ, ਤੇ ਨਾਲੇ ਜਿਹੜੀ ਸਟ੍ਰੈਟਜੀਜ਼ ਤੁਸੀਂ ਜਾਂ ਆਪ ਜੀ ਦੀ ਟੀਮ ਨੇ ਅਪਲਾਈ ਕੀਤੀਆਂ ਕਿ ਨਹੀਂ ਉਹਨਾਂ ਨੂੰ ਭੱਜਣ ਨਹੀਂ ਜਾਣ ਦੇਣਾ, ਬਿਕਾਜ਼ ਉਹ ਬੜੀ ਸਟ੍ਰੈਟਜੀ ਬੜੀ ਇੰਪੋਰਟੈਂਟ ਹੈ। ਤੇ ਅੱਜ ਕੱਲ੍ਹ ਦੇ ਯੂਥ ਵਾਸਤੇ ਸੱਚਦਾ ਕਿ ਨਹੀਂ ਆਪਾਂ ਹਾਰ ਕੇ ਘਰ ਨਾ ਬਹਿ ਜਾਈਏ, ਅਸੀਂ ਲੜਨਾ ਹੈ, ਤੇ ਉਹ ਜਿਹੜੇ ਟੈਕਨੀਕਸ ਨੇ ਉਹ ਸਿੱਖਣੀਆਂ ਬੜੀਆਂ ਜ਼ਰੂਰੀ ਨੇ। ਪਹਿਲੀ ਗੱਲ, ਇੱਕ ਤਾਂ ਹੁੰਦਾ ਜਿਹੜਾ ਕੋਈ ਮੁਲਜ਼ਮ ਹੋਵੇ ਉਹ ਖੁਦ ਲੂਪ ਹੋਲ ਨੂੰ ਐਕਸਪਲੋਇਟ ਕਰੇ, ਲੂਪ ਹੋਲ ਨੂੰ ਐਕਸਪਲੋਇਟ ਕਰਕੇ ਉਹ ਆਪਣੇ ਆਪ ਨੂੰ ਬਚਾ ਕਰੇ। ਦੂਜਾ ਹੁੰਦਾ ਕਿ ਜਿਹੜਾ ਸਿਸਟਮ ਉਹਨੂੰ ਬਚਾਵੇ। ਸਾਡੇ ਵਾਲੇ ਕੇਸ ਵਿੱਚ ਦੂਜੀ ਗੱਲ, ਸਾਡੇ ਵਾਲੇ ਕੇਸ ਦੇ ਵਿੱਚ ਸਿਸਟਮ ਨੇ ਇਹਨਾਂ ਨੂੰ ਬਚਾਇਆ। ਸਰਕਾਰਾਂ ਜਿਹਦੀਆਂ ਮਰਜ਼ੀ ਆ ਗਈਆਂ, ਪਰ ਉਹ ਸਿਸਟਮ ਜਿਹੜਾ ਇਹਨਾਂ ਨੂੰ ਬਚਾ ਰਿਹਾ ਸੀ, ਉਹ ਇਸ ਕਰਕੇ ਕਿਉਂਕਿ ਇੰਟੈਲੀਜੈਂਸ ਏਜੰਸੀਆਂ ਦਾ ਆਪਰੇਸ਼ਨ ਸੀ। ਚਾਹੇ ਸਰਕਾਰ ਜਿਹਦੀ ਮਰਜ਼ੀ, ਇੰਟੈਲੀਜੈਂਸ ਏਜੰਸੀਆਂ ਤੇ ਉਹ ਸਿਸਟਮ ਦਾ ਪੂਰਾ ਇਹ ਸੀ ਕਿ ਇਹ ਵਿੱਚੋਂ ਇਹ ਕਦੇ ਵੀ ਸੱਚਾਈ ਦਾ ਪਤਾ ਨਹੀਂ ਚੱਲਣਾ ਚਾਹੀਦਾ, ਤੇ ਇਹਨਾਂ ਨੂੰ ਉਹ ਸਿਸਟਮ ਬਚਾਉਂਦਾ ਰਿਹਾ। ਹੁਣ ਤੁਸੀਂ ਦੇਖੋ, ਰਾਜੀਵ ਗਾਂਧੀ ਦੀ ਸਰਕਾਰ ਸੀ, ਇੰਨੀ ਪਾਵਰਫੁਲ ਸਰਕਾਰ ਸੀ, ਇਹਨਾਂ ਨੇ ਕੇਸ ਹੀ ਰਜਿਸਟਰ ਨਹੀਂ ਕੀਤੇ। ਹੁਣ ਜਿਹੜਾ ਕੇਸ ਸੱਜਣ ਕੁਮਾਰ ਵਾਲਾ ਜਿਹਦੇ 'ਚ ਸਜ਼ਾ ਹੋਈ ਆ ਸੱਜਣ ਕੁਮਾਰ ਨੂੰ, ਉਹ ਸਾਨੂੰ ਮਤਲਬ ਕਿ 2006 'ਚ ਕੇਸ ਰਜਿਸਟਰ ਹੋਇਆ, 2006 ਦੇ ਵਿੱਚ ਤਾਂ ਕੇਸ ਰਜਿਸਟਰ ਹੋਇਆ। ਟਾਈਟਲ ਵਾਲਾ ਵੀ 2006 'ਚ ਆ ਕੇ ਹੋਇਆ। ਮਤਲਬ ਕਿ 22 ਸਾਲ ਜੋ ਸਾਨੂੰ ਲੱਗੇ ਇਹ ਕੇਸ ਰਜਿਸਟਰ ਕਰਾਉਣ ਦੇ ਉੱਤੇ। ਉਦੋਂ ਵੀ ਉਹਨਾਂ ਨੇ ਸਿਸਟਮ ਇਹੀ ਸੀ ਕਿ ਕੇਸ ਰਜਿਸਟਰ ਨਹੀਂ ਕੀਤੇ, ਇਹਦੇ ਉੱਤੇ ਬਿਲਕੁਲ ਪੁੱਛਾ ਪਾਉਣਾ ਚਾਹਿਆ ਕਿ ਬਾਅਦ ਜੋ ਹੋ ਗਿਆ ਤਾਂ ਹੋ ਗਿਆ, ਤੇ ਉਹ ਭੁੱਲ ਜਾਓ। ਅੱਛਾ, ਇਹ ਪੂਰੇ ਦਾ ਪੂਰਾ ਸਿਸਟਮ। ਹੁਣ ਤੁਸੀਂ ਜਿਹੜੀ ਗੱਲ ਕੀਤੀ ਆ HKL ਭਗਤ ਵਾਲੀ, HKL ਭਗਤ ਵਾਸ ਲਾਈਕ ਏ ਅਨਕਰਾਊਨਡ ਕਿੰਗ ਆਫ ਦਿੱਲੀ। ਦਿੱਲੀ ਦੇ ਵਿੱਚ ਪਤਾ ਨਹੀਂ ਸੀ ਹਿਲਦਾ HKL ਭਗਤ ਤੋਂ ਬਿਨਾਂ। ਜਿਹੜੇ ਪੁਰਾਣੇ ਨੇ ਬਜ਼ੁਰਗ, ਉਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦਾ ਚੰਗੀ ਤਰ੍ਹਾਂ ਪਤਾ। ਮਤਲਬ ਕਿ ਦਿੱਲੀ ਦੇ ਵਿੱਚ ਕੋਈ ਅਪੁਆਇੰਟਮੈਂਟ, ਕੋਈ ਚਾਹੇ ਜੁਡੀਸ਼ਰੀ ਦੇ ਵਿੱਚ ਹੋਵੇ, ਕੋਈ ਜੱਜ ਹੋਵੇ, ਕੋਈ ਨਹੀਂ ਸੀ ਹੁੰਦਾ ਭਗਤ ਦੇ ਕਲੀਅਰੈਂਸ ਤੋਂ ਬਿਨਾਂ। ਇੰਨਾ ਪਾਵਰਫੁਲ ਸੀ HKL ਭਗਤ। ਉੱਥੇ ਭਗਤ ਨੂੰ ਹੱਥ ਪਾਉਣਾ ਕੋਈ ਸੌਖੀ ਚੀਜ਼ ਨਹੀਂ ਸੀ। ਪਰ ਉੱਥੇ ਇੱਕ ਜੱਜ ਆ ਗਿਆ, ਐਸਾ ਦਿਵੰਗ ਜੱਜ, ਉਸਨੇ ਭਗਤ ਦੇ ਵਾਰੰਟ ਕੱਢੇ। ਇਹ ਪੁਲਿਸ ਨੇ ਨਹੀਂ ਕੇਸ ਕੀਤਾ, ਉਹ ਜੱਜ ਨੇ ਉਹਦੇ ਵਾਰੰਟ ਕੱਢੇ। ਉਹਦਾ ਨਾਮ ਹੈ ਜੱਜ ਦਾ ਸ਼ਿਵ ਨਾਰਾਇਣ ਢੀਂਗਰਾ। ਤੇ ਜਦੋਂ ਭਗਤ ਦੇ ਉਹਨੇ ਵਾਰੰਟ ਕੱਢੇ ਤਾਂ ਤਹਿਲਕਾ ਮਚ ਗਿਆ। 1995 ਦੀ ਗੱਲ, ਤਹਿਲਕਾ ਮਚ ਗਿਆ ਸਾਰੇ ਉੱਥੇ, ਸਾਰੇ ਇੰਡੀਆ 'ਚ। ਕਿਉਂਕਿ ਅੱਜ ਕੱਲ੍ਹ ਤਾਂ ਪੋਲੀਟੀਸ਼ੀਅਨ ਨੂੰ ਆਮ ਫੜ ਦਈਦਾ ਨਾ, ਉਹਨਾਂ ਦਿਨਾਂ 'ਚ ਤਾਂ ਕਦੇ ਕਿਸੇ ਐਕਸ ਮਿਨਿਸਟਰ ਦੇ ਅਗੇਂਸਟ ਮੇਰਾ ਕੇਸ ਨਹੀਂ ਚੱਲਿਆ ਹੋਣਾ। ਉਹ ਹਵਾਲਾ ਵੀ ਉਸ ਤੋਂ ਮਗਰੋਂ ਹੋਇਆ। ਜੋ ਜਿਹੜਾ ਤੁਸੀਂ ਪੜ੍ਹਦੇ ਹੋ JMM ਵਾਲਾ, ਇਹਦੇ ਅਗੇਂਸਟ ਨਰਸਿਮਹਾ ਰਾਓ ਦੇ ਅਗੇਂਸਟ, ਉਹ ਵੀ ਬਾਅਦ 'ਚ ਹੋਇਆ। ਇਹ ਸਾਰਾ ਉਸ ਤੋਂ ਪਹਿਲਾਂ ਦੀ ਗੱਲ। ਨਰਸਿਮਹਾ ਰਾਓ ਦੀ ਉਦੋਂ ਸਰਕਾਰ, ਉਹ ਜੱਜ ਨੇ ਵਾਰੰਟ ਕਰਤੇ। ਤੇ ਉਦੋਂ ਸੀਗਾ ਹੁਣ ਜਦੋਂ ਮਤਲਬ ਕਿ ਕਿਵੇਂ ਉਹ ਬੜੀ ਲੰਬੀ ਚੀਜ਼ ਆ ਮੇਰੇ, ਕਿ ਹਾਈ ਕੋਰਟ ਦੇ 'ਚ ਅਸੀਂ ਕਿਵੇਂ ਕੇਸ ਨੂੰ ਡਿਫੈਂਡ ਕੀਤਾ, ਕਿਵੇਂ ਬਚਾਇਆ, ਸੁਪਰੀਮ ਕੋਰਟ 'ਚੋਂ ਕਿਵੇਂ ਬਚਾਇਆ, ਤੇ ਅਖੀਰ ਤੋਂ ਇਹਨੂੰ ਕੋਈ ਰਿਲੀਫ ਨਹੀਂ ਮਿਲਿਆ। ਤੇ ਇਹਨੂੰ ਜਾ ਕੇ ਉੱਥੇ ਪੇਸ਼ ਹੋਣਾ ਪਿਆ ਕੋਰਟ ਦੇ ਵਿੱਚ, ਢੀਂਗਰਾ ਦੀ ਕੋਰਟ 'ਚ। ਤੇ ਮੈਂ ਤੁਹਾਨੂੰ ਉਸ ਦਿਨ ਦੀ ਹਾਲਤ ਦੱਸਦਾ ਜੋ ਢੀਂਗਰਾ ਦੀ ਕੋਰਟ ਵਿੱਚ ਭਗਤ ਪੇਸ਼ ਹੋਇਆ। ਇਹਦੇ ਨਾਲ 100 ਵਕੀਲ ਆਇਆ, ਨਾਲ ਬਾਰ ਕੌਂਸਲ ਦਾ ਚੇਅਰਮੈਨ, ਤੇ ਨਾਲ 10,000 ਬੰਦਾ ਆਏ ਉੱਥੇ ਕੋਰਟ ਦੇ ਵਿੱਚ। ਜਿਵੇਂ ਪੂਰੇ ਦਾ ਪੂਰਾ ਕਰਫਿਊ ਲੱਗਿਆ ਹੁੰਦਾ, ਇਸ ਤਰ੍ਹਾਂ ਕਰਕੇ ਸਾਰਿਆਂ ਨੂੰ ਰੋਕ ਕੇ ਹਰ ਜਗ੍ਹਾ ਪਾਸੇ ਇਹਦੇ ਹੀ ਬੰਦੇ HKL ਭਗਤ ਜਿੰਦਾਬਾਦ, ਇਹ ਕੁਛ ਹੀ ਹੋ ਰਿਹਾ। ਤੇ ਮੇਰੇ ਨਾਲ 2 ਬੰਦੇ ਹੋਰ,
ਜਦੋਂ ਕੋਰਟ ਦੇ ਵਿੱਚ ਬਹਿਸ ਬੜੀ ਗਰਮੋ ਗਰਮ ਬਹਿਸ ਬੜੀ ਜ਼ਿਆਦਾ, ਉਹ ਜੱਜ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ, ਮੈਂ ਉਹ ਡਿਫੈਂਡ ਕਰ ਰਿਹਾ ਸੀ ਉਸ ਤਰੀਕੇ ਨਾਲ। ਜਦੋਂ ਜੱਜ ਉੱਠ ਕੇ ਚੈਂਬਰ ਚਲਾ ਗਿਆ ਤੇ ਭਗਤ ਦੀ ਟੋਲੀ ਚੋਂ 2 ਵਕੀਲ ਆਏ, ਕਹਿੰਦੇ ਹੁਣ ਇਹਨੇ ਜੱਜ ਨੇ ਇਹਨੂੰ ਜੇਲ੍ਹ ਭੇਜਣਾ, ਇਹਨੂੰ ਜ਼ਮਾਨਤ ਨਹੀਂ ਦੇਣੀ ਤੇ ਲੋਕਾਂ ਨੇ ਤੁਹਾਨੂੰ ਜਾਣ ਨਹੀਂ ਦੇਣਾ, ਤੁਸੀਂ ਪਿਛਲੇ ਦਰਵਾਜ਼ੇ ਸਾਂਝੇ ਨਿਕਲ ਜਾਓ। ਕਿ ਜੱਜ ਦੇ ਰੀਡਰ ਨੇ ਜੱਜ ਦੇ ਕਮਰੇ ਚੋਂ ਸਾਨੂੰ ਪਿਛਲੇ ਪਾਸੇ ਦੀ ਕੱਢਿਆ, 1995 ਦੀ ਗੱਲ ਆ, 11 ਸਾਲ ਬਾਅਦ ਉੱਥੋਂ ਦੀ ਸਾਨੂੰ ਕੱਢਿਆ ਤੇ ਉਹਨੇ ਢੀਂਗਰਾ ਨੇ ਭਗਤ ਨੂੰ ਜੇਲ੍ਹ ਭੇਜਿਆ। ਤੇ ਜੇਕਰ ਉਹ ਸਭ ਕੁਝ ਠੀਕ ਠਾਕ ਰਹਿੰਦਾ ਨਾ ਤਾਂ 6 ਮਹੀਨੇ ਦੇ ਵਿੱਚ ਢੀਂਗਰਾ ਨੇ ਉਹ ਭਗਤ ਨੂੰ ਜਾਂ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਸੁਣਾ ਦੇਣੀ ਸੀ। ਇਹ ਜਿਹੜਾ ਅਸੀਂ ਅੱਜ ਗੱਲਾਂ ਕਰਦੇ ਹਾਂ ਕਿ ਇਨਸਾਫ ਸਾਨੂੰ ਨਹੀਂ ਮਿਲਿਆ, 1995 ਚ ਇਹ ਕੰਮ ਹੋਇਆ ਹੋਣਾ ਸੀ ਇਹ। ਅੱਛਾ, ਹੁਣ ਉਹ ਕਿਉਂ ਨਹੀਂ ਹੋਇਆ, ਹੁਣ ਉਹ ਤੁਸੀਂ ਦੇਖ ਲਓ। ਉਹ ਜਿਹੜੀ ਮੁੱਖ ਗਵਾਹ ਸੀ ਸਤਨਾਮੀ ਬਾਈ, ਉਦੋਂ ਬਾਅਦ ਇੱਕ ਹੋਰ ਗਵਾਹ ਸੀ ਦਰਸ਼ਨ ਕੌਰ, ਪਰ ਮੇਨ ਗਵਾਹ ਸੀ ਸਤਨਾਮੀ ਬਾਈ। ਜਿਹੜੀ ਉਹ ਸਤਨਾਮੀ ਬਾਈ ਸੀ ਉਹਨੂੰ ਮੁਕਰਾ ਦਿੱਤਾ। ਅਗਲੀ ਪੇਸ਼ੀ ਤੇ ਸਤਨਾਮੀ ਬਾਈ ਮੁਕਰੀ, ਔਰ ਮੁਕਰਾਇਆ ਕਿਹਨਾਂ ਨੇ? ਸਾਡੇ ਆਪਣੇ ਸਿੱਖ ਲੀਡਰਾਂ ਨੇ, ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ, ਜਿਹਦੀ ਡਿਊਟੀ ਲੱਗੀ ਹੋਈ ਸੀ ਕਿ ਤੂੰ ਇਹਨੂੰ ਕੋਰਟ ਲੈ ਕੇ ਆਉਣਾ, ਤੂੰ ਇਹਦੀ ਦੇਖ ਰੇਖ ਕਰਨੀ ਆ, ਤੂੰ ਇਹਨੂੰ ਦੇਖਣਾ। ਮਤਲਬ ਕਿ ਇਹ ਕੋਈ ਮੈਂ ਤੁਹਾਨੂੰ ਸੀਕਰਟ ਨਹੀਂ ਦੱਸ ਰਿਹਾ, ਸਾਰਾ ਕੁਝ ਟੈਬੂਲੇਟਰ ਆਉਣ ਦੇ ਅਖਬਾਰ ਚੱਕ ਲਓ, ਸਾਰਾ ਹੈਗਾ। ਉਦੋਂ ਨਾਲੇ ਇੱਕ ਦਿੱਲੀ ਗੁਰਦੁਆਰਾ ਕਮੇਟੀ ਦਾ ਬੜਾ ਵੱਡਾ ਲੀਡਰ ਜਿਹੜਾ ਪ੍ਰਧਾਨ ਵੀ ਰਿਹਾ, ਉਹ ਵੀ ਵਿੱਚ ਇਨਵੋਲਵ ਸੀ। ਉਸ ਤੋਂ ਮਗਰੋਂ ਇਹ ਉਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਭਾਈ ਰਣਜੀਤ ਸਿੰਘ ਹੁੰਦੇ ਸੀ। ਭਾਈ ਰਣਜੀਤ ਸਿੰਘ ਨੇ ਉਹਨੂੰ ਉੱਥੇ ਅਕਾਲ ਤਖਤ ਸਮਨ ਕੀਤਾ, ਉਹ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ ਤੇ ਉਹਨੂੰ ਤਨਖਾਹੀਆ ਡਿਕਲੇਅਰ ਕਰਤਾ। ਪਰ ਉਸ ਤੋਂ ਮਗਰੋਂ ਵੀ ਉਹ 3 ਵਾਰੀ ਗੁਰਦੁਆਰਾ ਕਮੇਟੀ ਦਾ ਮੈਂਬਰ ਰਿਹਾ, ਅੱਜ ਤੱਕ ਤਨਖਾਹੀਆ। 3 ਵਾਰੀ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂਬਰ ਰਿਹਾ ਤੇ ਅੱਜ ਵੀ ਮੈਂਬਰ ਆ। ਹਾਂ, ਤੇ ਜਿਹੜੇ ਦੂਜੇ ਨੇਤਾ ਸਾਹਿਬ ਦਾ ਨਾਮ ਸੀ, ਉਸ ਤੋਂ ਬਾਅਦ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਆ, ਅੱਜ ਵੀ ਬੜੀਆਂ ਉੱਚੀਆਂ ਪੋਸਟ ਪਦਵੀਆਂ ਤੇ ਮਤਲਬ ਕਿ ਇਹ ਤਾਂ ਸਾਡਾ ਹਾਲ ਆ। ਤੁਸੀਂ ਦੱਸੋ। ਔਰ ਉਹ ਢੀਂਗਰੇ ਦਾ ਕੀ ਹਸ਼ਰ ਹੋਇਆ? ਢੀਂਗਰੇ ਦਾ ਹਸ਼ਰ ਇਹ ਹੋਇਆ ਕਿ ਇਹਨਾਂ ਨੇ ਢੀਂਗਰੇ ਨੂੰ ਪ੍ਰਮੋਟ ਨਹੀਂ ਕੀਤਾ। ਢੀਂਗਰੇ ਨੂੰ ਪ੍ਰਮੋਟ ਨਹੀਂ ਕੀਤਾ, ਉਹਦੀ ਪ੍ਰਮੋਸ਼ਨ ਬਣਦੀ ਸੀ ਹਾਈ ਕੋਰਟ ਦਾ ਜੱਜ ਬਣਨਾ ਸੀ। 2 ਸਾਲ ਉਹਦੀ ਪ੍ਰਮੋਸ਼ਨ ਨਹੀਂ ਕੀਤੀ। ਜਦੋਂ ਸਰਕਾਰ ਬਦਲੀ ਤੇ ਉਹ ਆਈ ਕਿ ਗੁਜਰਾਤ ਦੀ ਸਰਕਾਰ ਆਈ ਤੇ ਉਦੋਂ ਜਾ ਕੇ ਉਹਦੀ ਪ੍ਰਮੋਸ਼ਨ ਹੋਈ ਤੇ ਹੁਣ ਹਾਈ ਕੋਰਟ ਦਾ ਤੋਂ ਜੱਜ ਰਿਟਾਇਰ ਹੋਇਆ ਸਿਮਰਨ ਢੀਂਗਰਾ, ਉਹ ਵਾਲੀ ਗੱਲ। ਤੇ ਇਹ ਤਾਂ ਇਹ ਹੈ ਕਿ ਬੜਾ ਕੁਛ ਹਾਲ ਰਿਹਾ। ਤੇ ਬਾਕੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਟ੍ਰੈਟਜੀ ਕੀ ਸੀ, ਉਹ ਮੈਂ ਤੁਹਾਨੂੰ ਨਕਸ਼ਲ 'ਚ ਦੱਸ ਦਿਆਂ। ਦੇਖੋ, ਇਹ ਜਿਹੜੀ ਸਟ੍ਰੈਟਜੀ ਸੀ ਕਿ ਸਿਵਲ ਸੁਸਾਇਟੀ ਨੂੰ ਨਾਲ ਲੈ ਕੇ, ਦੇਖੋ ਮੈਂ ਤਾਂ ਉਦੋਂ ਬਹੁਤ ਛੋਟਾ ਸੀ, ਮੇਰੇ ਨਾਲ ਵੱਡੇ ਜੋ ਜਨਰਲ ਰੋੜਾ ਮੇਰੇ ਖਿਆਲ ਦਾ ਨਾਮ ਸੁਣਿਆ ਜੀ ਸਾਰਿਆਂ ਨੇ, ਬੰਗਲਾਦੇਸ਼, ਹਾਂਜੀ, ਬੰਗਲਾਦੇਸ਼ ਦੀ ਵਾਰ ਦੇ ਹੀਰੋ। ਬੰਗਲਾਦੇਸ਼ ਦੀ ਵਾਰ ਦੇ ਵਿੱਚ ਉਦੋਂ ਉੱਥੇ ਉਹ GOC ਸੀ, ਇੰਡੀਅਨ ਫੌਜ ਦੇ ਇੰਚਾਰਜ ਸੀ, ਤੇ ਜਨਰਲ ਨਿਆਜੀ ਤੇ 90,000 ਫੌਜ ਨੇ ਉਹ ਸਰਦਾਰ ਦੇ ਅੱਗੇ ਸਰੈਂਡਰ ਕੀਤਾ ਸੀ। ਦੁਨੀਆ 'ਚ ਅੱਜ ਤੱਕ ਰਿਕਾਰਡ। ਉਹ ਨੇ ਸਾਡੇ ਹੀਰੋ ਜਨਰਲ ਅਰੋੜਾ। ਉਹ ਤੇ ਨਾਲ ਜਸਟਿਸ ਨਰੂਲਾ ਸੀਗੇ, ਰਿਟਾਇਰਡ ਚੀਫ ਜਸਟਿਸ ਸੀ ਉਹ, ਜਸਟਿਸ ਰਣਜੀਤ ਸਿੰਘ ਨਰੂਲਾ। ਇਹ ਲੋਕਾਂ ਦੀ ਇਹ ਪਲੈਨਿੰਗ ਸੀ ਕਿ ਅਸੀਂ ਜੋ ਸਿਵਲ ਸੁਸਾਇਟੀ ਦੇ ਬੰਦੇ ਜਿਨ੍ਹਾਂ ਦੀ ਸਾਨੂੰ ਸਪੋਰਟ ਆ, ਸਾਨੂੰ ਸਪੋਰਟ ਕਰਦੇ ਆ, ਉਹਨਾਂ ਨੂੰ ਅਸੀਂ ਅੱਗੇ ਰੱਖਣਾ। ਤਾਂ ਅਸੀਂ ਇਹ ਜਸਟਿਸ ਤਾਰਕੁੰਡੇ, ਸੋਲੀ ਸਰਾਬ ਜੀ, ਜਸਟਿਸ ਸਿਕਰੀ, ਇਹ ਕੁਲਦੀਪ ਨਈਅਰ, ਇਹਨਾਂ ਨੂੰ ਅਸੀਂ ਅੱਗੇ ਰੱਖਦੇ ਸੀ ਤੇ ਅਸੀਂ ਪਿੱਛੇ ਰਹਿ ਕੇ ਹਮੇਸ਼ਾ ਕਰਦੇ ਸੀ। ਜੇਕਰ ਇਹ ਪਲੈਨਿੰਗ ਨਾ ਹੁੰਦੀ ਤਾਂ ਤੁਸੀਂ ਕੀ ਸੋਚਦੇ ਹੋ ਕਿ ਛੱਡਦੇ? ਜੀ, ਜਸਵੰਤ ਸਿੰਘ ਖਾਲੜਾ ਹੋਰਾਂ ਦਾ ਕੀ ਹਾਲ ਕੀਤਾ ਇਹਨਾਂ ਨੇ? ਜੀ ਹਾਂ, ਇਹ ਸਾਡੇ ਕੋਲੋਂ ਨਹੀਂ ਸੀ ਡਰਦੇ, ਇਹ ਉਹਨਾਂ ਲੋਕਾਂ ਤੋਂ ਡਰਦੇ ਸੀ, ਕਿਉਂਕਿ ਇਹਨਾਂ ਨੂੰ ਇਹ ਪਤਾ ਸੀ ਜੇ ਇਸ ਬੰਦੇ ਨੂੰ ਹੱਥ ਲਾਇਆ ਤੇ ਉਹ ਸਾਰੇ ਉੱਠ ਬੋਲ ਪੈਣਗੇ। ਤੇ ਇਹ ਜਿਹੜੀ ਸਟ੍ਰੈਟਜੀ ਸੀ, ਇਹ ਮਤਲਬ ਕਿ ਮੈਂ ਨਹੀਂ ਬਣਾਈ, ਇਹ ਉਹ ਮੇਰੇ ਵੱਡਿਆਂ ਨੇ ਬਣਾਈ। ਇਹ ਬਹੁਤ ਕੰਮ ਆਈ। ਤੇ ਇਹ ਤਕਰੀਬਨ ਅਸੀਂ ਇਹ ਜਿੰਨੀ ਦੇਰ ਇਹ ਹਾਲਤ ਇਸ ਤਰ੍ਹਾਂ ਰਹੀ, 7-8 ਸਾਲ, ਇਹ ਕੇਸ ਅਸੀਂ ਸਾਰੇ ਉਹਨਾਂ ਦੇ ਲੜਿਓ ਪਿੱਛੋਂ ਸਾਰੇ ਅਸੀਂ ਸਿੱਖ ਫੋਰਮ ਨੇ ਲੜੇ, ਮਤਲਬ ਕਿ ਮੈਂ ਵਕੀਲ ਸੀ, ਉਹਨਾਂ ਦੇ ਜਿਹੜੇ ਵੀ ਵਲੰਟੀਅਰ ਹੁੰਦੇ ਸੀ, ਉਹਨਾਂ ਫੌਜੀ ਬਹੁਤ ਲੱਗੇ ਹੋਏ ਸੀ, ਫੌਜੀ ਸਾਡਾ ਵਲੰਟੀਅਰ ਹੁੰਦੇ ਸੀ, ਸਾਰਾ ਕੰਮ ਇਹਨਾਂ ਨੇ ਕੀਤਾ। ਪਰ ਨਾਮ ਅੱਗੇ ਉਹਨਾਂ ਲੋਕਾਂ ਦਾ ਹੁੰਦਾ ਸੀ, ਸਾਰਾ ਉਹਨਾਂ ਦੇ ਨਾਮ ਤੇ ਸੀ, ਉਹਦੀ ਕ੍ਰੈਡੀਬਿਲਿਟੀ ਸੀ। ਤੇ ਜਦੋਂ ਕੁਝ ਕਹਿੰਦੇ ਸੀ ਉਦੋਂ ਦੁਨੀਆ ਸੁਣਦੀ ਵੀ ਸੀ ਤੇ ਇੰਡੀਆ ਸਾਰੇ ਦੇਸ਼ ਦੇ ਲੋਕ ਵੀ ਸੁਣਦੇ ਸੀ ਤੇ ਉਹਨਾਂ ਦੀ ਗੱਲ ਵੀ ਮੰਨਦੇ ਸੀ। ਤੇ ਇਹ ਸਟ੍ਰੈਟਜੀ ਸੀ ਜਿਸ ਸਟ੍ਰੈਟਜੀ ਕਰਕੇ ਇਹ
मतलब कि ਇੰਨਾ ਕੁਛ ਕਰ ਸਕੇ ਆ। ਤੇ ਉਹ ਹਾਲਤਾਂ ਅੱਜ ਕੱਲ੍ਹ ਤਾਂ ਹਾਲਤਾਂ ਹੀ ਅੱਜ ਕੱਲ੍ਹ ਤਾਂ ਵਿਗੜੀਆਂ। ਉਸ ਤੋਂ ਬਾਅਦ ਕੀ ਉਹ ਅਸਲੀ ਉਹ ਜੋ ਪਹਿਲੇ 5-6 ਸਾਲ ਸੀ ਰਾਜੀਵ ਗਾਂਧੀ ਦੀ ਸਰਕਾਰ ਨੇ, HKL ਭਗਤ ਉਦੋਂ ਮੰਤਰੀ ਸੀ, ਟਾਈਟਲਰ ਉਦੋਂ ਮੰਤਰੀ, ਜਿਹੜੇ ਉਹ ਹਾਲਤ ਸੀ ਉਹ ਬਹੁਤ ਹੀ ਮੁਸ਼ਕਿਲ ਦਿਨ ਸੀ ਉਦੋਂ। ਜੀ ਜੀ ਸੋ ਭਾਈ ਸਾਹਿਬ, ਜਿਵੇਂ ਆਪ ਜੀ ਗੱਲ ਕੀਤੀ ਕਿ ਜਦੋਂ ਕੋਰਟ ਰੂਮ 'ਚ ਜੋ ਆਪ ਜੀ ਦੇ ਨਾਲ ਹੋਇਆ, ਜਦੋਂ HKL ਭਗਤ ਆਇਆ ਤੇ ਬਾਕੀ ਸਾਰਾ ਕੁਛ, ਤੇ ਕਈ ਵਾਰੀ ਅਸੀਂ ਜਦੋਂ ਅਖਬਾਰਾਂ 'ਚ ਵੀ ਪੜ੍ਹਿਆ, ਆਪ ਜੀ ਦੇ ਬਿਆਨ ਵੀ ਆਏ ਕਿ ਆਪ ਜੀ ਨੂੰ ਡੈਥ ਥ੍ਰੈਟਸ ਵੀ ਬੜੇ ਦਿੱਤੇ ਗਏ ਸੀਗੇ, ਤੇ ਉਦੋਂ ਆਪ ਜੀ ਨੂੰ ਇਹ ਚੀਜ਼ ਨਹੀਂ ਲੱਗੀ ਕਿ ਨਹੀਂ ਨਹੀਂ ਮੈਂ ਕਿੱਥੇ ਆ ਗਿਆ, ਕੋਈ ਹੋਰ ਕਰ ਲਵੇਗਾ, ਤੇ ਇਹ ਜਿਹੜੀ ਮਹਾਰਾਜ ਨੇ ਬਿੱਦ ਬਣਾਈ ਹੈ ਕਹਿੰਦੇ ਕੋਈ ਹੋਰ ਸੇਵਾ ਲੈ ਲਏਗਾ, ਮੈਂ ਹੀ ਕਿਉਂ ਕਰਾਂ, ਮੇਰੇ ਵੀ ਆਪਣੇ ਬੱਚੇ ਨੇ, ਆਪਣਾ ਪਰਿਵਾਰ ਆ, ਤੇ ਜੇ ਇਹ ਕੰਮ ਪੰਥ ਦਾ ਕੋਈ ਹੋਰ ਕਰ ਲਵੇ ਮੈਂ ਬਚ ਜਾਵਾਂ, ਇਹ ਕਦੇ ਸੋਚਣੀ ਮਨ 'ਚ ਨਹੀਂ ਆਈ ਕਦੇ? ਦੇਖੋ ਮੈਂ ਤੁਹਾਨੂੰ ਦੱਸਾਂ, ਇਹਨਾਂ ਕੰਮਾਂ ਦੇ ਵਿੱਚ ਨਾ ਆਪਣਾ ਮਨ ਨਹੀਂ ਡੋਲਦਾ ਹੁੰਦਾ, ਇਹ ਪਰਿਵਾਰ ਦਾ ਪ੍ਰੈਸ਼ਰ ਹੁੰਦਾ, ਪਰਿਵਾਰ ਦਾ ਹਮੇਸ਼ਾ ਪ੍ਰੈਸ਼ਰ ਹੁੰਦਾ। ਪਰ ਮੈਂ ਗੁਰੂ ਮਹਾਰਾਜ ਦੀ ਐਸੀ ਮਿਹਰ ਰਹੀ, ਉਹਨਾਂ ਨੇ ਮੇਰੇ ਘਰੋਂ ਡਾਕਟਰ ਮਨਿੰਦਰ ਕੌਰ ਐਸੇ ਦਿੱਤੇ ਜਿਹੜੇ ਕਿ ਮੇਰੇ ਨਾਲੋਂ ਵੀ ਜ਼ਿਆਦਾ ਕਮਿਟਡ ਸੀ ਇਸ ਮੁੱਦੇ ਦੇ ਵਿੱਚ। ਉਹਨਾਂ ਨੇ ਰੋਕਣਾ ਦਾ ਕੀ, ਹਮੇਸ਼ਾ ਬਾਕੀ ਸਾਰਿਆਂ ਨੂੰ ਸਭ ਨੂੰ ਇਹ ਗੱਲ ਕਹੀ। ਔਰ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਜੇ 2 ਨਵੰਬਰ 1984 ਨੂੰ ਉਹਨੇ ਵਾਹਿਗੁਰੂ ਨੇ ਬਚਾ ਲਿਆ ਤਾਂ ਹੁਣ ਵੀ ਬਚਾਊਗਾ। ਤੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਮੇਰੀ ਕੋਈ ਇਹਦੇ 'ਚ ਉਹਦੇ 'ਚ ਬਹਾਦਰੀ ਨਹੀਂ, ਕਰਾਮਾਤ ਨਹੀਂ, ਕੁਛ ਨਹੀਂ, ਇਹ ਤਾਂ ਉਹਦਾ ਹੀ ਹੱਥ ਆ, ਉਸੇ ਨੇ ਬਚਾਇਆ ਬਸ। ਤੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਕਿ ਇਹ ਜੋ ਕੰਮ ਆ, ਇਹ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਜੋ ਹੈ ਇਹ ਤੀਜਾ ਘੱਲੂਘਾਰਾ ਜੀ, ਛੋਟਾ ਵੱਡਾ ਘੱਲੂਘਾਰਾ ਅਸੀਂ ਗੱਲ ਕਰਦੇ ਹਾਂ, ਇਹ ਤੀਜਾ ਘੱਲੂਘਾਰਾ। ਇਹ ਤੀਜੇ ਘੱਲੂਘਾਰੇ ਦੇ ਵਿੱਚ ਜੇਕਰ, ਬਲਕਿ ਮੈਂ ਸੋਚਦਾ ਸੀ ਕਿ ਜੇ ਉਹਨੇ ਅਕਾਲ ਪੁਰਖ ਨੇ ਮੇਰੀ ਡਿਊਟੀ ਲਗਾਈ ਆ, ਮੇਰੇ ਕੋਲੋਂ ਇਹ ਕੰਮ ਲੈ ਰਿਹਾ, ਤੇ ਮੈਂ ਆਪਣੇ ਆਪ ਨੂੰ ਧੰਨ ਭਾਗਾ ਸਮਝਦਾ ਸੀ। ਅੱਛਾ ਮੈਂ ਤੁਹਾਨੂੰ ਇੱਕ ਹੋਰ ਇੰਸੀਡੈਂਟ ਦੱਸਾਂ, ਕਿਉਂਕਿ ਜਦੋਂ ਤੁਸੀਂ ਇਹ ਸੋਚਦੇ ਹੋ ਨਾ ਕਿ ਅਸੀਂ ਕੌਮ ਵਾਸਤੇ ਕਰ ਰਹੇ ਹਾਂ, ਇਹ ਸਿੱਖਾਂ ਦੇ ਵਾਸਤੇ ਕਰ ਰਹੇ ਹਾਂ, ਲੀਡਰਾਂ ਵਾਸਤੇ ਕਰ ਰਹੇ ਹਾਂ, ਤਾਂ ਉਦੋਂ ਬੜੀਆਂ ਮਾਯੂਸੀਆਂ ਬਹੁਤ, ਕਿਉਂਕਿ ਮਤਲਬ ਕਿ ਉਹ ਤੁਹਾਨੂੰ ਪਤਾ ਹੀ ਆ ਹਾਲਤ ਕੀ ਹੁੰਦੀਆਂ। ਅੱਜ ਜਿਵੇਂ ਇਹੋ ਜਿਹੀ ਗੱਲ ਕਿ ਜੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਤੇ ਉਹਨਾਂ ਦੇ ਪ੍ਰਧਾਨ ਹੀ ਉਲਟਾਉਣ ਲੱਗੇ ਪਏ ਆ, ਹੈ ਤੇ ਉਹ ਇੱਕ ਮੈਂ ਇੰਸੀਡੈਂਟ ਸੁਣਾਉਣਾ ਛੋਟਾ ਜਿਹਾ। 1985 ਦੀ ਗੱਲ ਆ, ਮੈਂ ਆਪਣੀ ਵਕਾਲਤ ਉਦੋਂ ਪੂਰੀ ਛੱਡ ਕੇ ਮੈਂ ਇੱਧਰ ਹੀ ਲੱਗਿਆ ਵਾ ਸੀ, ਤੇ ਉਦੋਂ ਅਸੀਂ ਕੋਰਟ ਵਿੱਚ ਬੈਠੇ, ਸਿੱਖ ਵਕੀਲ ਹੀ ਬੈਠੇ 3-4, ਉੱਥੇ ਇੱਕ ਸਿੱਖ ਵਕੀਲ ਨੇ ਕਹਿਤਾ ਮੇਰੇ ਖਿਲਾਫ ਕੁਝ ਬੋਲਤਾ, ਤੇ ਮੈਨੂੰ ਬੜਾ ਦੁੱਖ ਹੋਇਆ ਬਹੁਤ। ਮੈਂ ਉੱਠਿਆ, ਉੱਠ ਕੇ ਜਾ ਕੇ, ਉਹ ਗਿਆਨ ਸਿੰਘ ਹੋਰਾਂ ਸੀਨੀਅਰ ਐਡਵੋਕੇਟ ਸੀ, ਉਹ ਸਾਡੀ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ ਸੀ, ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ, ਤੇ ਨਾਲੇ ਉਹ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ ਸੀ, ਬੜੇ ਬਜ਼ੁਰਗ ਸੁਲਝੇ ਹੋਏ। ਮੈਂ ਕਿਹਾ ਜੀ ਮੇਰਾ ਬੜਾ ਮਨ ਖਰਾਬ ਆ, ਮੈਂ ਤਾਂ ਦੇਖੋ ਲੱਗਿਆ ਪਿਆ, ਕਦੇ ਪਰਵਾਹ ਨਹੀਂ ਕੀਤੀ। ਤੇ ਉਹਨਾਂ ਨੇ ਕਿਹਾ ਬਿਲਕੁਲ ਸਹੀ ਆ, ਤੇ ਬਿਲਕੁਲ ਸਹੀ ਆ, ਤੂੰ ਬੈਠ ਜਾ, ਦੱਸ ਚਾਹ ਪੀਏਗਾ ਕਾਫੀ ਪੀਏਗਾ। ਕਹਿੰਦੇ ਮੈਨੂੰ ਇਹ ਗੱਲ ਦੱਸ ਦੇ, ਇਹ ਜੋ ਤੂੰ ਕੰਮ ਕਰ ਰਿਹਾ ਵਕੀਲ ਵਾਸਤੇ ਕਰ ਰਿਹਾ? ਮੈਂ ਕਿਹਾ ਨਹੀਂ। ਕਹਿੰਦੇ ਮੇਰੇ ਵਾਸਤੇ ਕਰ ਰਿਹਾ? ਮੈਂ ਕਿਹਾ ਨਹੀਂ। ਕਹਿੰਦੇ ਫਿਰ ਕਿਹਦੇ ਵਾਸਤੇ ਕਰ ਰਿਹਾ? ਮੈਂ ਕਹਿੰਦਾ ਮੈਂ ਆਪਣੇ ਵਾਸਤੇ ਕਰ ਰਿਹਾ। ਕੱਲ ਨੂੰ ਕਮ ਸੇ ਕਮ ਜੋ ਮੇਰੀਆਂ ਪੁਸ਼ਤਾਂ ਮੈਨੂੰ ਪੁੱਛਣ ਕਿ ਉਹ ਡੈਡੀ ਤੂੰ ਤਾਂ ਵਕੀਲ ਸੀ, ਤੂੰ ਕੀ ਕੀਤਾ? ਤੇ ਨਾਲੇ ਮੈਂ ਆਪਣੇ ਵਾਹਿਗੁਰੂ ਵਾਸਤੇ ਕਰ ਰਿਹਾ ਜਿਹਨੇ ਇਹ ਡਿਊਟੀ ਮੇਰੀ ਲਾਈ ਆ। ਕਹਿੰਦੇ ਫਿਰ ਗੁੱਸਾ ਕਾਹਦਾ? ਮੈਂ ਨਾ ਉੱਥੇ ਹੀ ਮੈਂ ਕਿਹਾ ਜੀ ਮੈਨੂੰ ਹੁਣ ਤੁਹਾਡੀ ਚਾਹ ਦੀ ਲੋੜ, ਮੈਂ ਇਹ ਲੜ ਬੰਨਿਆ ਵਾ। ਮੈਂ ਦੇਖੋ ਜੇ ਤੁਸੀਂ ਮੇਰੇ ਐਕਸਪੀਰੀਅੰਸ ਤੋਂ ਸਿੱਖਣਾ ਚਾਹੁੰਦੇ ਹੋ ਤਾਂ ਮੈਂ ਜਦੋਂ ਵੀ ਤੁਸੀਂ ਕੋਈ ਭਲਾ ਕੰਮ ਕਰ ਰਹੇ ਹੋ ਨਾ, ਕਦੇ ਨਹੀਂ ਇਹ ਸੋਚਣਾ ਕਿ ਮੈਂ ਕੌਮ ਵਾਸਤੇ ਕਰ ਰਿਹਾ, ਕਿਉਂਕਿ ਕੌਮ ਦੇ ਵਿੱਚੋਂ ਬਹੁਤ ਆਵਾਜ਼ਾਂ ਤੁਹਾਡੇ ਖਿਲਾਫ ਬੜੀਆਂ ਹੁੰਦੀਆਂ, ਉਹ ਫਿਰ ਮਿਊਸੀ ਹੁੰਦੀ ਹੈ। ਕਦੇ ਨਹੀਂ ਕਰ ਸਕਦੇ। ਜੇ ਤੁਸੀਂ ਜਦੋਂ ਕਰ ਰਹੇ ਹੋ ਤੁਸੀਂ ਇਹ ਸੋਚਣਾ ਕਿ ਮੈਂ ਉਸ ਦੇ ਵਾਸਤੇ ਕਰ ਰਿਹਾ, ਅਕਾਲ ਪੁਰਖ ਤੋਂ ਕਰ ਰਿਹਾ। ਜੋ ਤੁਸੀਂ ਰਿਵਾਰਡ ਮੰਗਣਾ, ਅਕਾਲ ਪੁਰਖ ਤੋਂ ਰਿਵਾਰਡ ਮੰਗਣਾ। ਅਕਾਲ ਪੁਰਖ ਮੇਰੇ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਤੋਂ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ। ਦੇਖੋ ਮੈਂ ਇਹ ਕੇਸ ਫ੍ਰੀ, ਮਤਲਬ ਕਿ ਫ੍ਰੀ ਨਹੀਂ ਮੈਨੂੰ ਕਹਿਣਾ ਚਾਹੀਦਾ। ਮੈਂ ਉਹਨਾਂ ਲੋਕਾਂ ਤੋਂ ਫੀਸਾਂ ਨਹੀਂ ਲਈਆਂ, ਮੈਂ ਕਿਸੇ ਗੁਰਦੁਆਰਾ ਕਮੇਟੀ ਜਾਂ ਕਿਸੇ ਤੋਂ ਫੀਸਾਂ ਨਹੀਂ ਲਈਆਂ, ਪਰ ਉਹ ਅਕਾਲ ਪੁਰਖ ਨੇ ਛੱਪੜ ਪਾੜ ਕੇ ਦਿੱਤਾ, ਛੱਪੜ ਪਾੜ। ਹੁਣ ਜਿਹੜਾ ਮੈਂ ਸੋਚਦਾ, ਜਿਹੜਾ ਮੈਂ ਉਹ ਇੰਨੀ ਯੰਗ ਏਜ ਦੇ ਵਿੱਚ ਸੀਨੀਅਰ ਐਡਵੋਕੇਟ ਦਾ ਡੈਜ਼ਿਗਨੇਸ਼ਨ, ਇੰਨਾ ਰੁਤਬਾ, ਅੱਜ ਇੰਨਾ ਇਮੇਜ, ਇੰਨਾ ਰੈਪੂਟੇਸ਼ਨ, ਇੰਨਾ ਕੁਛ, ਔਰ ਸਭ ਕੁਝ ਦਿੱਤਾ, ਕੋਈ ਚੰਗਾ ਕਰ ਦਿੱਤਾ, ਸਭ ਕੁਝ ਦਿੱਤਾ ਵਾ ਅਕਾਲ ਪੁਰਖ ਨੇ।
ਉਹਨੇ ਦਿੱਤਾ। ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ, ਉਹਦੇ ਕੋਲੋਂ ਉਮੀਦਾਂ ਕਰੋ, ਕਿਸੇ ਲੀਡਰ ਤੋਂ ਕਿਸੇ ਤੋਂ ਉਮੀਦਾਂ ਨਹੀਂ ਕਰਨੀ। ਉਹ ਮਿਊਸੀਆਂ ਹੁੰਦੀਆਂ, ਉਹਨਾਂ ਮਿਊਸੀ ਹੁੰਦੀ। ਤੇ ਮੈਂ ਜਦੋਂ ਵੀ ਅਸੀਂ ਕਹਿੰਦੇ ਸੀ, ਮੈਂ ਤੇ ਮੇਰੀ ਵਾਈਫ ਹਮੇਸ਼ਾ ਉਹਨਾਂ ਨੂੰ ਇਹ ਕਹਿੰਦੇ ਸੀ ਵੀ ਜੇਕਰ 2 ਨਵੰਬਰ 1984 ਨੂੰ ਵਾਹਿਗੁਰੂ ਨੇ ਬਚਾਇਆ ਤਾਂ ਅੱਜ ਵੀ ਬਚਾਊਗਾ, ਜੋ ਕੰਮ ਕਰਨਾ ਸੋ ਕਰਨਾ, ਉਹਦੇ ਤੇ ਛੱਡ ਦਿਓ, ਬਾਕੀ ਬਸ। ਮਤਲਬ ਕਿ ਇਹ ਗੱਲ ਕਰਕੇ ਕਦੇ ਵੀ ਪਰਵਾਹ ਹੀ ਨਹੀਂ ਕੀਤੀ, ਕਿਸੇ ਚੀਜ਼ ਦੀ ਪਰਵਾਹ ਨਹੀਂ ਸੀ। ਬਸ ਇਹੋ ਸੀ ਕਿ ਮੈਂ ਤੁਹਾਨੂੰ ਹਾਈ ਕਰ ਹੋਰ ਦੱਸਾਂ, ਜਿਹੜਾ ਜ਼ਿਆਦਾ ਜਦੋਂ ਵੀ ਕੋਈ ਫੇਲਰ ਹੁੰਦਾ ਸੀ ਨਾ, ਉਹ ਦੈਟ ਯੂਜ਼ ਟੂ ਇਨਫਿਊਜ਼ ਮੋਰ એનર્ਜੀ ਇਨ ਮੀ। ਮੈਨੂੰ ਮੈਂ ਰਿਸਪੌਂਡ ਨਹੀਂ ਸੀ, ਮੈਂ ਚ ਹੋਰ એનર્ਜੀ ਆਉਂਦੀ ਸੀ, ਕਿਉਂਕਿ ਮੈਨੂੰ ਇੱਕ ਗੱਲ ਹੁੰਦੀ ਸੀ ਹਮੇਸ਼ਾ ਕਿ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ, ਦੇਖੋ ਇਹ ਵੀ ਇਤਿਹਾਸ ਹੈ, ਤੀਜਾ ਘੱਲੂਘਾਰਾ ਇਹ ਇਤਿਹਾਸ ਤਾਂ, ਔਰ ਇਹ ਇਤਿਹਾਸ ਅਜੇ ਵੀ ਲਿਖਿਆ ਜਾ ਰਿਹਾ ਜੀ। ਇਹ ਇਤਿਹਾਸ ਦਾ ਆਖਰੀ ਪੰਨਾ ਅਜੇ ਵੀ ਲਿਖਿਆ ਜਾ ਰਿਹਾ। ਅੱਜ ਅਸੀਂ ਵੱਡਾ ਘੱਲੂਘਾਰਾ ਜੋ ਪੜ੍ਹਦੇ ਹਾਂ ਤੇ ਉਦੋਂ ਅਸੀਂ ਦੇਖਦੇ ਹਾਂ ਵੱਡੇ ਘੱਲੂਘਾਰੇ ਵਿੱਚ ਲਗਭਗ ਕਹਿੰਦੇ 60,000 ਸਿੱਖਾਂ ਨੂੰ ਮਾਰਤਾ, ਇੰਡੀਆ ਨੂੰ ਕਰਤਾ। ਉਦੋਂ ਤਾਂ ਬਹੁਤ ਥੋੜੀ ਸੀ, ਪਰਸੈਂਟੇਜ ਵਾਈਜ਼ ਦੇਖੋ ਤਾਂ 50% ਤੋਂ ਵੀ ਜ਼ਿਆਦਾ ਹੋਣੇ ਆ ਜੀ ਉਦੋਂ। ਤੇ ਉਦੋਂ ਦੀ ਕੌਮ ਨੇ ਕੀ ਕੀਤਾ, 25 ਸਾਲ ਦੇ ਵਿੱਚ ਜਾ ਕੇ ਲਾਲ ਕਿਲੇ ਦੇ ਉੱਤੇ ਆਪਣਾ ਝੰਡਾ ਕੱਢਤਾ, ਆਪਣਾ ਝੰਡਾ ਕੱਢਤਾ। ਉਹ ਕੀ ਜਜ਼ਬਾ ਸੀ ਉਹਨਾਂ ਦਾ, ਉਹ ਕੀ ਜਜ਼ਬਾ ਸੀ, ਉਹ ਦੇਖੋ। ਅੱਜ ਇਤਿਹਾਸ ਇਹ ਵੀ ਲਿਖੂਗਾ ਕਿ ਸਾਡੀ ਜਿਹੜੀ ਕੌਮ ਹੈ, ਜਿਹੜੀ ਸਾਡੀ ਪੀੜ੍ਹੀ ਹੈ, ਉਹਨੇ ਕੀ ਕੀਤਾ। ਇਹ ਤੀਜੇ ਘੱਲੂਘਾਰੇ 'ਚ ਸਾਡੀ ਪੀੜ੍ਹੀ ਨੇ ਕੀਤਾ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਹੁਤ ਹੀ ਇਹ ਸ਼ੁਕਰਾਨਾ ਕਰਦਾ ਕਿ ਅਖੀਰ ਦੇ ਉੱਤੇ, ਅਖੀਰਲੇ ਪੰਨੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਦਵਾ ਕੇ ਅਖੀਰਲੇ ਪੰਨੇ ਵਿੱਚ ਕਮ ਸੇ ਕਮ ਇਹ ਲਿਖਿਆ ਗਿਆ ਕਿ ਚਾਹੇ 35 ਸਾਲ ਲੜਾਈ ਲੜਨੀ ਪਈ, ਪਰ ਜਿਹੜਾ ਮੁੱਖ ਦੋਸ਼ੀ, ਦੇਖੋ ਸੱਜਣ ਕੁਮਾਰ ਨੇ ਵੀ, ਜਿਵੇਂ ਪਹਿਲਾਂ ਸਿੱਖਾਂ ਦੇ ਜ਼ਖੀਰਾ ਖਾਂ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਇਹ ਸੱਜਣ ਕੁਮਾਰ ਨੇ ਵੀ ਇਹਨਾਂ ਦੇ ਮੁੱਲ ਪਾਏ ਹੋਏ ਸੀ। ਅਸੀਂ ਐਵੀਡੈਂਸ ਪਲੇਸ ਕੀਤਾ ਗਵਰਨਮੈਂਟ ਦੇ ਕਮਿਸ਼ਨਰਾਂ ਦੇ ਅੱਗੇ ਕਿ ਸੱਜਣ ਕੁਮਾਰ ਨੇ ਕਿਹਾ ਵਾ ਸੀ ਕਿ 500 ਰੁਪਇਆ ਕਿ ਸਿੱਖ ਨੂੰ ਮਾਰ ਕੇ ਆ ਕੇ ਲੈ ਜਾਓ। ਐਵੀਡੈਂਸ ਪਲੇਸ ਕੀਤਾ। ਹੁਣ ਉਹ ਸਾਰਾ ਕੁਝ ਮੈਂ ਕਰਦਾ ਤੇ ਇਹ ਵੀ ਉਹੀ ਉਹਦੇ ਨਾਲ ਘੱਟ ਨਹੀਂ, ਇਹਨੂੰ ਸਜ਼ਾ ਦਿਵਾਉਣਾ ਬਹੁਤ ਹੀ ਜ਼ਰੂਰੀ ਸੀ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਹੁਣ ਤੁਸੀਂ ਚਾਹੇ ਮੇਰੇ ਖਿਆਲ ਸ਼ਾਇਦ ਉਹ ਸਵਾਲ ਤੁਸੀਂ ਨਹੀਂ ਪੁੱਛਿਆ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਆਮ ਤੌਰ ਦੇ ਉੱਤੇ ਇਹ ਬੜੀ ਕੌਮ, ਮੈਂ ਕਹੂੰਗਾ ਮੇਰੇ ਦੋਸਤ ਕੌਮ, ਮੇਰੇ ਸਪੋਰਟਰ ਮੇਰੇ ਨਾਲ ਨਾਰਾਜ਼ ਕਿ ਜੀ ਮੈਂ ਲੀਡਰ ਆਫ ਆਪੋਜੀਸ਼ਨ ਤੋਂ ਰਿਜ਼ਾਈਨ ਕਿਉਂ ਕੀਤਾ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਬਹੁਤ ਆਵੀ ਸੀ ਕਿ ਇਹ ਜੋ ਕੇਸ 84 ਦੇ ਕੇਸ ਆ, ਇਹ ਮੇਰੇ ਬਿਨਾਂ ਕੋਈ ਨਹੀਂ ਕਰ ਸਕਦਾ, ਕੋਈ ਨਹੀਂ ਕਰ ਸਕਦਾ, ਕੋਈ ਨੇ ਕਰਨੇ ਵੀ ਨਹੀਂ। ਤੇ ਕੱਲ ਨੂੰ ਇਤਿਹਾਸ ਵਿੱਚ ਇਹ ਚਲੇ ਜਾਂਦਾ ਕਿ ਜੀ ਇੱਕ ਬੰਦਾ ਜਿਹੜਾ ਕੇਸ ਕਰ ਰਿਹਾ ਸੀ ਉਹਨੂੰ ਮੰਤਰੀ ਦਾ ਦਰਜਾ ਮਿਲ ਗਿਆ, ਮੰਤਰੀ ਦਾ ਦਰਜਾ ਲੈ ਕੇ ਬੈਠ ਗਿਆ, ਕੇਸ ਛੱਡ ਗਿਆ, ਕਿਸੇ ਨੂੰ ਸਜ਼ਾ ਨਹੀਂ ਹੋਈ। ਇਹ ਚਾਹੁੰਦੇ ਸੀ ਅਸੀਂ ਇਤਿਹਾਸ ਵਿੱਚ ਜਾਣਾ। ਮੈਨੂੰ ਮੇਰੇ ਬੜੇ ਦੋਸਤਾਂ ਨੇ, ਕਈ ਵਿੱਚੋਂ ਸੁਣ ਵੀ ਰਹੇ ਹੋਣੇ ਆ, ਮੈਂ ਜਿਹੜਾ ਵੀ ਕਹਾ, ਬੜਿਆਂ ਨੇ ਮੈਨੂੰ ਡਿਸਕਰੇਜ ਕੀਤਾ, ਤੁਸੀਂ ਕਿਉਂ ਛੱਡ ਗਏ। ਕਈਆਂ ਨੇ ਇਹ ਵੀ ਕਿਹਾ 84 'ਚ ਕੀ ਹੋਣਾ, ਕੀ ਨਿਕਲਣਾ, ਐਵੇਂ ਤੁਸੀਂ ਲੱਗੇ ਪਏ ਹੋ। ਬੜਿਆਂ ਨੇ ਇਹ ਗੱਲਾਂ ਕਹੀਆਂ, ਪਰ ਮੈਂ ਦੇਖੋ ਇਹ ਪਹਿਲੀ ਗੱਲ ਤਾਂ ਅਕਾਲ ਪੁਰਖ ਨੇ ਮੇਰੀ ਡਿਊਟੀ ਲਾਈ, ਮੈਂ ਨਹੀਂ ਸੀ ਛੱਡਣ ਲੱਗਾ। ਦੂਜੀ ਗੱਲ, ਮੈਂ ਇਹ ਸਾਡੀ ਪੀੜ੍ਹੀ ਨੂੰ ਦਾਗ ਨਹੀਂ ਸੀ ਲੱਗਣ ਦੇਣਾ ਚਾਹੁੰਦਾ ਕਿ ਇਹ ਮੰਤਰੀਆਂ ਦੇ ਦਰਜਿਆਂ ਦੇ ਲਾਲਚ ਚ ਆ ਕੇ। ਅੱਛਾ, ਇਹਦੇ ਚ ਵੀ ਮੇਰੀ ਵਾਈਫ ਨੇ ਬਹੁਤ ਸਪੋਰਟ ਕੀਤਾ। ਉਹਨਾਂ ਨੇ ਕਿਹਾ ਵਾਹਿਗੁਰੂ ਨੇ ਦਿੱਤਾ ਸਭ ਕੁਝ, ਸਾਨੂੰ ਕਾਹਦੇ ਵਾਸਤੇ ਸਾਨੂੰ ਚਾਹੀਦਾ, ਸਾਨੂੰ ਕੀ ਲਾਲਚ ਹੈ। ਦੇਖੋ ਭਾਈ ਕਮਰਿਆਂ ਦੀ ਵੱਡੀ ਸੇ ਕੋਠੀ, ਐਡੀ ਵੱਡੀ, ਐਡੇ ਕੋਠੇ, ਚੰਡੀਗੜ੍ਹ ਦੀ ਕੋਠੀ, ਉਹ ਕਹਿੰਦੇ ਸਾਨੂੰ ਨਹੀਂ ਲੋੜ, ਸਾਨੂੰ ਜਿਹੜਾ ਘਰ ਦਿੱਤਾ ਡਿਫੈਂਸ ਕਾਲਜ ਦਾ, ਦਿੱਲੀ ਦਾ, ਅਕਾਲਪੁਰ ਤੇ ਬਹੁਤ ਵਧੀਆ ਦਿੱਤਾ ਵਾ। ਇਹ ਆਪਾਂ ਜੋ ਸੇਵਾ ਕਰਨੀ ਹੈ ਇਹ ਕਰਨੀ ਹੈ। ਪਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ, ਚਾਹੇ ਕੌਮ ਵਿੱਚੋਂ ਲੋਕ ਮੇਰੇ ਨਾਲ ਬੜੇ ਨਾਰਾਜ਼ ਹੋਣ, ਮੇਰੇ ਦੋਸਤ ਵੀ ਨਾਰਾਜ਼ ਹੋਣ ਮੇਰੇ ਕੋਲ ਹੈ ਕਿ ਮੈਂ ਇਹ ਪੋਲਿਟਿਕਸ ਕਿਉਂ ਛੱਡ ਕੇ ਗਿਆ, ਪਰ ਮੈਂ ਨਾ I am a content man today, fully content। ਜ਼ਿੰਦਗੀ ਦੀ ਜਿਹੜੀ ਡਿਊਟੀ ਅਕਾਲ ਪੁਰਖ ਨੇ ਲਾਈ ਸੀ, ਉਹ ਅਕਾਲ ਪੁਰਖ ਨੇ ਉਹਦੇ ਵਿੱਚ ਐਡੀ ਵੱਡੀ ਸਕਸੈਸ ਦਿੱਤੀ, ਐਡੀ ਵੱਡੀ ਸਕਸੈਸ। ਬਾਕੀ ਕੰਮ ਹੋਰ ਬੜੇ ਬੈਠੇ ਆ ਯਾਰ, ਹੋਰ ਕਰ ਲਓ, ਹੋਰ ਕੋਈ ਕਰ ਲਓ, ਇਹ ਜ਼ਰੂਰੀ ਥੋੜਾ ਕਿ ਮੈਂ ਹੀ ਸਭ ਕੁਝ ਕਰਨਾ, ਬਾਕੀ ਕੰਮ ਹੋਰ ਕਰ ਲਓ। ਹਾਂ, ਦੂਜੀ ਗੱਲ ਮੈਂ ਤੁਹਾਨੂੰ ਖੋਲ, ਹੁਣ ਤੁਸੀਂ ਮੈਂ ਇਹਦੀ ਗੱਲ ਹੀ ਕਰ ਲੱਗਾ। ਜੇਕਰ ਇਹ ਚਲੋ ਬਾਅਦ ਚ ਕਰਾਂਗੇ, ਇਹ ਲੰਬਾ ਬਹੁਤ ਜ਼ਿਆਦਾ ਹੋ ਗਿਆ ਸਵਾਲ, ਅੱਗੇ ਤੁਸੀਂ ਆਪਣੇ ਅੱਗੇ ਸਵਾਲ ਜੀ। ਜਿਵੇਂ ਹੁਣ ਆਪ ਜੀ ਇਹ ਗੱਲ ਕੀਤੀ ਲੀਡਰ ਆਫ ਆਪੋਜੀਸ਼ਨ ਨੂੰ ਦੇ ਪਦ ਨੂੰ ਤਿਆਗਣ ਦੀ, ਤੇ ਫਿਰ ਜਿਹੜਾ ਕੰਮ ਮਹਾਰਾਜ ਨੇ ਆਪ ਜੀ ਨੂੰ ਸੌਂਪਿਆ ਤੁਸੀਂ ਉਹ ਕੰਮ
ਦੇ ਪਿੱਛੇ ਪੂਰੀ ਦ੍ਰਿੜਤਾ ਨਾਲ ਲੱਗੇ ਹੋ। ਪਰ ਆਪ ਜੀ ਦੀ ਪੋਲਿਟਿਕਸ ਨੂੰ ਲੈ ਕੇ ਕੀ ਵਿਊਜ਼ ਨੇ? ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਉਹ ਪੋਸਟਾਂ ਜਿਹੜੀਆਂ ਪੋਲੀਟੀਸ਼ੀਅਨ, ਚੰਗੇ ਪੋਲੀਟੀਸ਼ੀਅਨ, ਜਿਹੜੇ ਚੰਗੇ ਗੁਰਸਿੱਖ ਪੋਲੀਟੀਸ਼ੀਅਨ ਜੋ ਇੱਕ ਰਾਈਚਸਨੈਸ, ਧਰਮ ਦੇ ਰਾਜ ਨੂੰ ਸਟੈਬਲਿਸ਼ ਕਰਨ ਵਾਸਤੇ, ਜਿੱਥੇ ਹਰ ਕੋਈ ਕਿਸੇ ਦਾ ਜੀਵਨ ਪ੍ਰਫੁੱਲਿਤ ਹੋਵੇ, ਕੀ ਉਹਨਾਂ ਨੂੰ ਪੋਲੀਟਿਕਸ ਵਿੱਚ ਆਉਣਾ ਚਾਹੀਦਾ ਹੈ? ਜਾਂ ਪੋਲੀਟਿਕਸ ਬਹੁਤ ਗੰਦਾ ਕਿਚੜ ਆ, ਉਸ ਵਿੱਚ ਪੈਰ ਰੱਖਣ ਨਾਲ ਆਪਣੇ ਤਨ ਤੇ ਦਾਗ ਲੱਗਣਗੇ? ਇਹ ਕੀ ਆਪ ਜੀ ਇਸ ਬਾਰੇ ਸੋਚਦੇ ਹੋ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਤਾਂ ਉੱਥੇ ਐਡਜਸਟ ਕਰ ਨਹੀਂ ਸਕਿਆ, ਸਾਫ਼ ਜੀ ਗੱਲ, ਪਹਿਲੀ ਗੱਲ। ਤੇ ਠੀਕ ਹੈ, ਜੇ ਕਿਸੇ ਨੂੰ ਮੌਕਾ ਮਿਲਦਾ ਜ਼ਰੂਰ ਕਰ ਲੈ, ਜਿੰਨਾ ਕਰ ਸਕਦਾ ਕਰ ਲੈ, ਪਰ ਆਪਣੇ ਪ੍ਰਿੰਸੀਪਲਸ ਨਾਲ ਕੰਪਰੋਮਾਈਜ਼, ਆਪਣੇ ਅਸੂਲਾਂ ਨਾਲ ਕੰਪਰੋਮਾਈਜ਼ ਕਰ। ਮੈਂ ਉੱਥੇ ਆਪਣੇ ਅਸੂਲਾਂ ਨਾਲ ਕੰਪਰੋਮਾਈਜ਼ ਕਰਨ ਨੂੰ ਬਿਲਕੁਲ ਤਿਆਰ ਨਹੀਂ ਸੀ, ਕਿਉਂਕਿ ਮੈਨੂੰ ਕੀ ਲੋੜ ਹੈ। ਦੇਖੋ, ਮੈਂ ਤੁਹਾਨੂੰ ਦੱਸਦਾ, 3 ਤਰ੍ਹਾਂ ਦੇ ਪੋਲੀਟੀਸ਼ੀਅਨ ਹੁੰਦੇ ਆ। ਇੱਕ ਉਹ ਹੁੰਦੇ ਆ ਜਿਨ੍ਹਾਂ ਦਾ ਬਿਜ਼ਨਸ, ਰੋਜੀ ਰੋਟੀ ਪੋਲੀਟਿਕਸ ਆ, ਪੋਲੀਟਿਕਸ ਚੋਂ ਨਿਕਲਦੀ ਆ, ਉਹਨਾਂ ਨੂੰ ਬਾਕੀ ਉਹਦਾ ਕੋਈ ਕਿੱਤਾ ਹੀ ਨਹੀਂ, ਪੋਲੀਟਿਕਸ ਹੀ ਆ। ਦੂਜੇ ਜਿਨ੍ਹਾਂ ਦੀ ਰੋਜੀ ਰੋਟੀ ਚੰਗੀ ਆ, ਤਕੜੇ ਆ, ਚੰਗੇ ਤਕੜੇ ਘਰੋਂ ਖਾਂਦੇ ਆ, ਉਹਦਾ ਸ਼ੌਕ ਆ ਪੋਲੀਟਿਕਸ, ਪਾਵਰ ਉਹਨਾਂ ਦਾ ਸ਼ੌਕ ਆ, ਕਿ ਉਹ ਪਾਵਰ ਨੂੰ ਰਿਟੇਨ ਕਰਨ ਦੇ ਵਾਸਤੇ ਸਭ ਕੁਝ ਕਰਦੇ ਆ। ਉਹ ਉੱਥੋਂ ਪੋਲੀਟਿਕਸ ਚੋਂ ਇਨਵੈਸਟਮੈਂਟ ਵਾਂਗੂ ਚੱਲਦੇ ਆ। ਜੇਕਰ ਉਹ ਇਲੈਕਸ਼ਨ 'ਚ 10 ਕਰੋੜ ਲਾਉਂਦੇ ਆ ਤਾਂ ਉਹਨਾਂ ਨੇ 50 ਕਰੋੜ ਵਿੱਚੋਂ ਕਮਾਉਣਾ। ਦੂਜੇ ਤੀਜੇ ਉਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਸੇਵਾ ਭਾਵਨਾ ਨਾਲ ਜਾਂਦੇ ਆ, ਆਪਣਾ ਨੁਕਸਾਨ ਕਰਾ ਕੇ ਵੀ ਜਾਂਦੇ ਆ। ਉਹ ਤੀਜੀ ਕੈਟਾਗਰੀ ਅੱਜ ਕੱਲ੍ਹ ਬਹੁਤ ਘੱਟ ਆ, ਬੜੀ ਘੱਟ। ਤੇ ਉਹ ਤੀਜੀ ਕੈਟਾਗਰੀ ਸਰਵਾਈਵ ਕਰਨੀ ਬੜੀ ਮੁਸ਼ਕਿਲ ਆ, ਬਹੁਤ ਮੁਸ਼ਕਿਲ ਆ। ਪਰ ਉਹ ਤੀਜੀ ਕੈਟਾਗਰੀ ਦੇ ਵਿੱਚ ਹੁਣ ਠੀਕ ਆ, ਮੈਂ ਤਾਂ ਜਿੱਤ ਗਿਆ, ਪਰ ਇੱਕ ਇਲੈਕਸ਼ਨ ਮੈਂ ਹਾਰਿਆ ਵੀ ਆ ਪਹਿਲਾਂ, ਦੂਜਾ ਮੈਂ ਜ਼ਰੂਰ ਜਿੱਤਿਆ। ਪਰ ਤੀਜੀ ਕੈਟਾਗਰੀ ਦੇ ਵਿੱਚ ਅੱਜ ਦੇ ਦਿਨ ਵਿੱਚ ਜੇ ਤੁਹਾਨੂੰ ਕਹਾਂ ਹੈ ਤਾਂ ਇੱਕ ਪੰਜਾਬ ਦੇ ਵਿੱਚ ਐਸਾ ਬੰਦਾ ਹੈਗਾ, ਉਹਨੂੰ ਵੀ ਬੁਰੀ ਤਰ੍ਹਾਂ ਦੂਜੇ ਇਲੈਕਸ਼ਨ ਹਰਾਤੇ, ਡਾਕਟਰ ਗਾਂਧੀ, ਡਾਕਟਰ ਧਰਮਵੀਰ ਗਾਂਧੀ ਪਟਿਆਲੇ ਦਾ। ਜੇ ਤੁਸੀਂ ਜਾਣਦੇ ਹੋ ਤਾਂ ਇਹੋ ਜਿਹਾ ਵਧੀਆ ਬੰਦਾ, ਉਹ ਕਿਸ ਕੈਟਾਗਰੀ ਦਾ ਆਪਣੀ ਨਾਲ ਪ੍ਰੈਕਟਿਸ ਕਰਦਾ, ਉਹਨੂੰ ਹਰਾ ਦਿੱਤੇ। ਤਾਂ ਇਹ ਸੌਖਾ ਕੰਮ ਨਹੀਂ ਹੈ ਪੋਲੀਟਿਕਸ ਕਰਨਾ। ਅੱਛਾ, ਦੂਜਾ ਮੈਂ ਜਿਹੜੀ ਤੁਹਾਨੂੰ ਅਸਲੀ ਗੱਲ ਕਹਿਣ ਲੱਗਾ, ਦੇਖੋ, ਸਾਨੂੰ ਮੈਂ ਕਹਿਣਾ ਕਿ ਸਾਨੂੰ ਜੋ ਇਸ਼ੂ ਬੇਸਡ ਸਟ੍ਰੈਟਜੀਜ਼ ਬਣਾਉਣੀਆਂ ਚਾਹੀਦੀਆਂ। ਜੇਕਰ ਅਸੀਂ ਸੋਚੀਏ ਕਿ ਇੱਕੋ ਬੰਦਾ ਸਾਰੇ ਇਸ਼ੂ ਕਰ ਲੇਗਾ, ਨਹੀਂ ਪੋਸੀਬਲ। ਜੇ ਅਸੀਂ ਸੋਚੀਏ ਕਿ ਇੱਕੋ ਬੰਦਾ ਸਾਡੀ ਮਦਦ ਕਰੇਗਾ ਹਰ ਇੱਕ ਇਸ਼ੂ ਤੇ, ਨਹੀਂ ਪੋਸੀਬਲ। ਜੇਕਰ ਅਸੀਂ ਅੱਜ ਲਿਸਟ ਬਣਾ ਲਈਏ ਤਾਂ ਤਕਰੀਬਨ 100 ਇਸ਼ੂ ਸਾਡੇ ਹੁੰਦੇ ਆ। ਤੋ ਜੇ ਇਹ ਕਹੀਏ ਕਿ 100 ਦੇ 100 ਇਸ਼ੂ ਦੇ ਉੱਤੇ ਸਹਿਮਤੀ ਹੋਵੇ, ਨਹੀਂ ਹੋ ਸਕਦੀ। ਅਸੀਂ ਹੁਣ ਕੀ ਕਰੀਦਾ, ਸਾਡੇ ਅਨਫੋਰਚੂਨੇਟਲੀ ਇਹ ਹੁਣ ਕੀ ਲੱਗਿਆ ਵਾ ਕਿ ਸਾਡੇ ਜੇ 90 ਮੁੱਦਿਆਂ ਤੇ ਸਾਡੀ ਸਾਂਝ ਆ, 10 ਤੇ ਸਾਡੇ ਵਿਚਾਰ ਅਲੱਗਾ ਤੇ ਅਸੀਂ 10 ਨੂੰ ਲੈ ਕੇ ਬਹਿ ਜਾਂਦੇ ਹਾਂ, 90 ਦੀ ਗੱਲ। ਪਰ ਇਹੋ ਸਾਡੀ ਅੱਜ ਦੀ ਪੀੜ੍ਹੀ ਦੀ ਇੱਕ ਗਲਤੀ ਹੈ। ਕਮ ਸੇ ਕਮ ਅਸੀਂ ਪਿੱਛੋਂ ਸਿੱਖ ਲਈਏ ਜੋ ਮਿਸਲਾਂ ਸੀ ਸਿਖਾਉਂਦੀਆਂ, ਆਪਸ 'ਚ ਲੜਦੇ ਸੀ, ਇੱਕ ਦੂਜੇ ਦੇ ਰਾਜ ਜਿੱਤਦੇ ਸੀ, ਬੜੀ ਲੜਾਈਆਂ ਕਰਦੇ ਸੀ, ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਬਾਹਰ ਨਾ ਆਉਂਦਾ ਸੀ ਉਦੋਂ ਇਕੱਠੇ। ਅੱਜ ਕਮ ਸੇ ਕਮ ਸਾਨੂੰ ਇਹ ਚੀਜ਼ ਸਿੱਖਣ ਦੀ ਲੋੜ ਹੈ। ਮੈਂ ਕਹਿੰਦਾ 90 ਮੁੱਦੇ ਤੱਕ ਹੀ, 100 ਮੁੱਦਿਆਂ ਚੋਂ ਜੇ 10 ਉੱਤੇ ਵੀ ਅਸੀਂ ਇਕੱਠੇ ਆ, ਉਹ 10 ਦੇ ਇਕੱਠੇ ਰਲ ਕੇ ਚੱਲੀਏ। ਜਦੋਂ 11 ਆ ਗਿਆ ਉਦੋਂ ਆਪਣੇ ਆਪ ਹੀ ਲੈਣਾ। ਅੱਛਾ, ਪਹਿਲੀ। ਦੂਜੀ ਗੱਲ ਜਿਹੜੀ ਮੈਂ ਕਹਾਂਗਾ ਤੁਹਾਡੇ ਨੌਜਵਾਨਾਂ ਨੂੰ, ਤੁਸੀਂ ਵੀ ਕਿਸੇ ਨਾ ਕਿਸੇ ਮੁੱਦੇ ਤੇ ਇਹਨਾਂ ਇਸ਼ੂਜ਼ ਦਾ ਇਹਨਾਂ ਜੋ ਕਿਸੇ ਨਾ ਕਿਸੇ ਇਸ਼ੂ ਤੇ ਕੰਮ ਕਰਨਾ ਸ਼ੁਰੂ ਕਰ, ਤੇ ਤੁਹਾਨੂੰ ਇਸ਼ੂ ਲੱਭਣ ਦੀ ਲੋੜ ਨਹੀਂ। ਚਲੋ ਇਹ 'ਚ ਮੈਂ ਬਾਅਦ 'ਚ ਗੱਲ ਕਰਦਾ ਕਿ ਇੱਕ ਇਸ਼ੂ ਤੁਸੀਂ ਚੂਜ਼ ਕਿਵੇਂ ਕਰਨਾ, ਇਹ ਅਲੱਗਾ ਸਬਜੈਕਟ ਹੈ। ਪਰ ਉਹ ਇਸ਼ੂ ਦੇ ਉੱਤੇ ਜੋ ਤੁਹਾਨੂੰ ਸਪੋਰਟ ਕਰਦਾ ਉਹ ਤੁਹਾਡਾ ਦੋਸਤ ਹੈ, ਜੋ ਇਸ਼ੂ ਤੇ ਤੁਹਾਨੂੰ ਅਪੋਜ਼ ਕਰਦਾ ਉਹ ਤੁਹਾਡਾ ਦੁਸ਼ਮਣ ਹੈ। ਮੈਂ ਇਹੀਓ ਸਟ੍ਰੈਟਜੀ ਲੈ ਕੇ ਚੱਲਿਆ। ਜੋ 84 ਦੇ ਵਿੱਚ ਮੈਨੂੰ ਸਪੋਰਟ ਕਰਦਾ ਉਹ ਮੇਰਾ ਦੋਸਤ ਆ, ਜੋ 84 ਦੇ ਵਿੱਚ ਮੈਨੂੰ ਅਪੋਜ਼ ਕਰਦਾ ਉਹ ਮੇਰਾ ਦੁਸ਼ਮਣ, ਚਾਹੇ ਜੋ ਮਰਜ਼ੀ ਹੈ। ਜਿਹੜੇ ਸਾਡੇ ਸਿੱਖ ਲੀਡਰ ਜਿਹੜੇ ਕਹਿੰਦੇ ਸੀ ਛੱਡੋ ਜੀ ਇਹ ਤੁਸੀਂ ਕਾਹਦਾ ਲਈ ਬੈਠੇ ਹੋ, ਉਹਨਾਂ ਨੂੰ ਮੈਂ ਆਪਣੇ ਦੁਸ਼ਮਣ ਸਮਝਦਾ। ਜਿਹੜੇ ਨਾਨ ਸਿੱਖ ਸਪੋਰਟ ਕਰਦੇ ਸੀ ਉਹਨੂੰ ਆਪਣੇ ਦੋਸਤ ਸਮਝਦਾ। ਮੈਂ ਜੇਕਰ ਟਾਈਟਲਰ ਨੇ 2005 'ਚ ਟਾਈਟਲਰ ਦਾ ਅਸਤੀਫਾ ਹੋਇਆ ਮੰਤਰੀ ਪਦ ਤੋਂ, ਤੇ ਨਾਲ ਇਹ ਜਿਹੜੇ ਇਹਨਾਂ ਨੇ ਸੱਜਣ ਕੁਮਾਰ ਦੇ ਟਾਈਟਲਰ ਦੇ ਕੇਸ ਅਗੇਂਸਟ ਕੇਸ ਰਜਿਸਟਰ ਹੋਇਆ, ਇਹਦੇ ਸਭ ਤੋਂ ਵੱਡਾ ਰੋਲ ਕਿਹਦਾ ਸੀ? ਇਹ ਸੀ ਬ੍ਰਿੰਦਾ ਕਰਾੜ ਦਾ, ਜੋ ਕਮਿਊਨਿਸਟਾਂ ਦੀ ਲੀਡਰ ਆ। ਪ੍ਰਕਾਸ਼ ਕਰਾੜ ਉਦੋਂ ਸੀਗਾ ਕਮਿਊਨਿਸਟ ਪਾਰਟੀ ਦਾ CPM ਦਾ ਹੈਡ, ਉਹਦੀ ਵਾਈਫ ਬ੍ਰਿੰਦਾ ਕਰਾੜ। ਮਤਲਬ ਕਿ ਇਹ ਹੁਣ ਤੇ ਬ੍ਰਿੰਦਾ ਕਰਾੜ ਦੇ ਨਾਲ ਉਹਨਾਂ ਦਿਨਾਂ 'ਚ ਮੇਰੀ ਰੈਗੂਲਰ ਮੀਟਿੰਗ ਹੁੰਦੀ ਸੀ।
मैं जाके उन्होंने रेगूलर मटीरियल दिता। उन्होंने दिनों च सरकार नूं उन्हां दी सपोर्ट सी। उन्होंने सरकार नूं साफ कहता कि जे तुसीं ये केस रजिस्टर नहीं करते, टाइटल का अस्तीफा नहीं लेंदे, असीं सपोर्ट विड्रॉ करदे। इत्थों तक जाके जदों कि देखो कॉमनिस्टां ने कदे इहनूं शो नहीं कीता, कदे सिखां दीआं वोटां लैण वास्ते नहीं आए, कदे नहीं कीता। तुसीं कल कटियाल नूं भी पुछ लो, मैं नहीं पता कि किते पर ये तो मैं दूजी गल हुण कांग्रेस पार्टी दे विच एक लीडर उदों सीगा जगमीत बराड़, अजकल तो चलो उधर आ गया। जगमीत बराड़ लोक सभा दे विच ठोके सज्जन कुमार दे केस से बोलिया, मैं उसकी हमेशा तारीफ करता सी। तां मेरा ये मैं जे मुद्दा अपना लेके चलना, जेड़ा उस मुद्दे दे विच मैनूं सपोर्ट करदा ते ओ मेरा दोस्त आ, जेड़ा उस मुद्दे च मैनूं अपोज करदा ओ मेरा दुश्मन आ। चाहे दूजे मुद्दियां ते ओहदे जो मर्जी व्यू होण, मैं उसदी कदे परवाह नहीं कीती, कदे उस चीज की परवाह नहीं कीती है। मैं तुहानूं दस्सां, अच्छा मैं पिछे जे विधान सभा दे विच मैं बोलिया भी, विधान सभा तो बाहर आके मैं मीडिया नूं कहा, जदों मैं ये एचजीपीसी दे इलैक्शन दा मुद्दा विधान सभा च उठाया, कि एचजीपीसी इलैक्शन ड्यू आ। पहले तो सीगा कि एचजीपीसी इलैक्शन ही 2021 होने आ, ये सरकारी रिकॉर्ड केस सीगा। मैं प्रधानमंत्री चिट्ठी लिखी तो जवाब आया कि इलैक्शन तो 2016 तो ड्यू ने। जो मैं मुद्दा एचजीपीसी का चुकिया, मता उत्थे मैं प्रपोज किया, मता पाया, पेश किया, उदों मैं कांग्रेस के मंत्रियों नाल गल करके की। सुखजिंदर रंधावा जो मैं देखा, सुखजिंदर रंधावा जिहदे अपने फादर पहला गुरुद्वारा कमेटी के मैंबर रहे हैं, काफी वो भी पक्का था। अच्छा इन्होंने अकाली दल ने बड़ा रौला पाया, ये तो जी गिटमिट की कांग्रेस नाल मिल गए हैं। मैं उदों इक्को गल आके मीडिया कही, मैं कहा देखो 1984 के मुद्दे विच मैनूं सेंट्रल सरकार की लोड़ आ, मैनूं सेंट्रल सरकार तो मदद लैण च कोई संकोच नहीं, जिन्हें जो कहना कही जाओ जी। एचजीपीसी दे वास्ते मैनूं पंजाब सरकार की लोड़ आ, इत्थे पंजाब च कांग्रेस की सरकार आ, मैनूं एचजीपीसी वास्ते ओदी मदद लैण तो कोई संकोच नहीं, जिन्हें जो कहना कही जाओ। देखो जिन्नी देर असीं ये स्ट्रैटजी नहीं बनाउंदे, जिद्दे ओदी मदद करनी होई उद्दे तुसीं सोच लियो। मैं कांग्रेस की सपोर्ट कर गया, आप सपोर्ट लैण आया, जिस दिन तुसीं उस बंदे की सपोर्ट करनी होई जाओ, पार्टी की सपोर्ट करनी हुई, उद्दे सोच लियो दूजे मुद्दों बारे। मतलब कि ये साडे दूजे मुद्दे ते साडे नाल दे विचार नहीं सहमत होंदे तो तुसीं इहदी सपोर्ट भी ना लाओ, नहीं बिल्कुल नहीं। असीं मिनोरिटी हां, ਉਹ ਮੁੱਦੇ ਦੇ ਉੱਤੇ ਇਸ਼ੂ ਬੇਸਡ ਸਟ੍ਰੈਟਜੀ ਬਣਾ ਕੇ ਹੀ ਸਾਨੂੰ ਚੱਲਣਾ ਚਾਹੀਦਾ। ਉਹ ਇਸ਼ੂ ਤੇ ਸਾਡੇ ਨਾਲ ਜੋ ਖੜਾ ਤੇ ਉਹ ਅੱਛਾ ਉਹਦੇ ਵਿੱਚ ਉਸ ਦੇ ਵਿੱਚ ਜਿਹੜਾ ਬੰਦਾ ਨੇ ਇਸ਼ੂ ਆਪਣੇ ਜ਼ਿੰਮੇ ਲਿਆ ਵਾ, ਉਹ ਉਸ ਬੰਦੇ ਦਾ ਰੋਲ ਆ, ਉਸ ਬੰਦੇ ਨੇ ਦੇਖਣਾ। ਦੇਖੋ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਇਸ਼ੂ ਲਿਆ ਸੀ, ਜਿੱਥੇ ਮੈਂ ਖੜਾ ਹੁੰਦਾ ਸੀ ਤੇ 1984 ਦਾ ਮੁੱਦਾ ਹੁੰਦਾ ਸੀ। ਇੱਕ ਬੜੇ ਤਕੜੇ ਸਿੱਖ ਜਰਨਲਿਸਟ ਨੇ, ਬੜੇ ਸਿੱਖੀ ਭਾਵਨਾ ਵਾਲੇ ਆਈਪੀ ਸਿੰਘ ਨੇ ਜਲੰਧਰ ਤੋਂ, जिन्होंने दिनों अन्ना हजारे मूवमेंट चल रही थी, उन्होंने दिनों च उन्होंने मैनू कहा कि जी तुसीं उत्थे क्यों नहीं जाते। तो मैं कहा वैसे कहते नहीं, तुहानूं उत्थे हर हाल जाना चाहिए, क्योंकि जिथे तुहाडी मौजूदगी होगी उत्थे 84 का मुद्दा आ गया, उत्थे हो गया कि 84 मुद्दे, बल्कि इन्ना 84 का मुद्दा मेरे नाल जुड़िया कि जिथे मैं खड़ गया। पर जो मैं देखो मैं उदों सोच के यही गल्लां तुहाडे सोच के कि जी जेकर मैं पॉलिटिक्स ज्वाइन करांगा तो मैं जो काम कर रहा सोशल वर्क बथेरा करते सी, इनू होर भी कर लांगा, वधा चढ़ा के कर लांगा, ये सोच के मैं किया। पर यह चीज़ मैं नहीं रियलाइज की कि पॉलिटिक्स ज्वाइन करने तो बाद जिथे मैं जाके खड़ा होंदा सी, उत्थे कोई नहीं सी कहंदा 84 का मुद्दे वाला वकील आ गया, वो कहंदा सी आम आदमी पार्टी का एमएलए आ गया। बड़ा दुख हुंदा सी, मेरा मुद्दा तो किते रह गया, तो आम आदमी पार्टी का एमएलए अगे आ गया, बड़ा दुख हुंदा सी। उस तो मगरों मैं देखो सपोर्ट लैनी आ सेंटर सरकार की, सेंटर की सरकार च बीजेपी की गवर्नमेंट, ते उत्थे मैं आम आदमी पार्टी का एमएलए। देखो ये सारियां गल्लां करके ना, बल्कि मैं बाद च चीज़ रियलाइज की कि मैं जदों मैं सपोर्ट लैनी है कम्युनिस्टां की, मैं सपोर्ट लैनी है सारियां दी, ये 84 के मुद्दे ते जेकर ये मुद्दा मैं रखिया वा तो जिन्नी देर ये मुद्दा ओवर नहीं हुंदा ते उन्नी देर मैनू किसी एक पोलीटिकल पार्टी दे झोली दे विच पूरे दा पूरा नहीं वड़ना चाहिए। मेरी एक गलती सी पॉलिटिक्स जो मैं ज्वाइन की, ते मैनू ये चीज़ सोचनी चाहिए सी, और मैं बड़ी जल्दी ये चीज़ समझ के मैं पिछे हटिया। जिहड़ा तुसीं दूसरा समझदे हो, देखो जिन्ना सौखा असीं बाहरों समझदे हां उन्ना सौखा पॉलिटिक्स है नहीं। जिहड़े बंदे पॉलिटिक्स कर सकते हैं वो जरूर करो, पर
ਇਹ ਨਹੀਂ ਕਿ ਜਿਹੜਾ ਅਸੀਂ ਸੋਚਦੇ ਹਾਂ ਕਿ ਜੀ ਪੋਲਿਟਿਕਸ 'ਤੇ ਜਾ ਕੇ ਅਸੀਂ ਬਹੁਤ ਜ਼ਿਆਦਾ ਕੰਮ ਕਰ ਸਕਦੇ ਹਾਂ। ਤੁਸੀਂ ਪੋਲਿਟਿਕਸ ਤੋਂ ਬਾਹਰ ਲੱਗੇ ਬੜਾ ਕੁਛ ਕਰ ਸਕਦੇ, ਬੜਾ ਕੁਛ ਕਰ ਸਕਦੇ। ਜੇ ਤੁਸੀਂ ਆਪਣੇ ਮੁੱਦੇ ਲੈ ਲਓ, ਉਹ ਮੈਂ ਬਾਅਦ ਤੁਹਾਨੂੰ ਦੱਸੂਗਾ ਕਿ ਮੁੱਦਾ ਤੁਸੀਂ ਚੁਣਨਾ ਕਿਵੇਂ ਹੈ, ਉਹ ਵੀ ਇੱਕ ਆਪਣੇ ਆਪਣੇ ਸਬਜੈਕਟ ਹੈ ਕਿ ਮੁੱਦਾ ਚੁਣਨਾ ਕਿਵੇਂ ਹੈ। ਜੋ ਤੁਸੀਂ ਆਪਣੇ ਜਿਹੜਾ ਬੰਦਾ ਉਹ ਮੁੱਦੇ ਤੇ ਲੈਂਦਾ, ਬਾਕੀ ਮੈਂ ਤੁਹਾਨੂੰ ਦੱਸਾਂ ਕੌਮ ਦਾ ਇਹ ਫਰਜ਼ ਬਣ ਜਾਂਦਾ ਕਿ ਉਹਨੂੰ ਸਪੋਰਟ ਕਰੇ। ਦੇਖੋ ਮੈਂ ਸਪੋਰਟ ਕਰਦਾ, ਰਵੀ ਸਿੰਘ ਨੇ ਸਿੱਖ ਕੌਮ ਦਾ ਨਾਮ ਕਰਤਾ, ਰਿਲੀਫ ਰੀਹੈਬਿਲਿਟੇਸ਼ਨ ਸਾਰੇ, ਮੈਂ ਰਵੀ ਸਿੰਘ ਨੂੰ ਪੂਰੀ ਸਪੋਰਟ ਕਰਦਾ, ਪੂਰੀ ਸਪੋਰਟ ਕਰਦਾ। ਸਾਡੇ ਹੀ ਕਈ ਸਿੱਖ ਇਹ ਪਏ ਆ ਇੱਥੇ ਉਹਨੂੰ ਕਹਿਣ ਲਈ ਕਿ ਜੀ ਇਹ ਸਿੱਖਾਂ ਦੇ ਵਾਸਤੇ ਕਿਉਂ ਨਹੀਂ ਕਰਦਾ। ਆ ਇੱਕ ਮੈਂ ਦੇਖਿਆ ਕਿ ਕੋਈ ਸਾਡਾ ਧਾਰਮਿਕ ਲੀਡਰ, ਮੈਂ ਨਾਮ ਨਹੀਂ ਲਊਂਗਾ, ਉਹਦੀ ਉਹ ਫੇਸਬੁੱਕ ਤੇ ਚੱਲਿਆ ਆ ਜੀ ਦੇਖੋ ਜੀ ਰਵੀ ਸਿੰਘ ਜੀ ਆ ਸਿੱਖਲੀ ਘਰਾਂ ਨੂੰ ਬੜੀ ਲੋੜ ਆ, ਸਿੱਖਲੀ ਘਰ ਸਿੱਖਾਂ ਨੂੰ ਤੁਸੀਂ ਕਿਉਂ ਨਹੀਂ ਕਰਦੇ, ਤੁਸੀਂ ਉੱਥੇ ਮੁਸਲਮਾਨਾਂ ਨੂੰ ਕਰੀ ਜਾਂਦੇ ਆ। ਉਹ ਭਾਈ ਸਿੱਖਲੀ ਘਰਾਂ ਵਾਸਤੇ ਤੁਸੀਂ ਕਰ ਲਓ, ਤੁਹਾਨੂੰ ਕਿਸੇ ਕਿਹਨੇ ਰੋਕਿਆ? ਜਿਹੜੇ ਸਾਡੇ ਲੋਕਾਂ ਨੂੰ ਰੋਕਣ ਲੱਗੇ ਪਏ, ਬਹੁਤ ਗਲਤ ਗੱਲ, ਬੜੀ ਗਲਤ ਗੱਲ ਆ। ਤੇ ਮੈਂ ਹਮੇਸ਼ਾ ਇਹਨਾਂ ਲੋਕਾਂ ਦੇ ਨਾਲ ਖੜਦਾ ਜਿਹੜੇ ਹੁਣ ਰਾਜਵੰਤ ਦੇ ਅਗੇਂਸਟ ਕਈ ਗੱਲਾਂ ਕਰਦੇ, ਆਪਣੀ ਸੈਲਫ ਪ੍ਰੋਜੈਕਸ਼ਨ ਕਰਦਾ। ਹੁਣ ਕਿੰਨਾ ਵਧੀਆ ਕੰਮ ਕਰ ਰਿਹਾ ਰਾਜਵੰਤ, ਇਹ ਬਲਕਿ ਸਭ ਲੋਕ ਦੀ ਇਹ ਤੇ ਕੌਮ ਦਾ ਫਰਜ਼ ਬਣ ਜਾਂਦਾ। ਜਿਹੜੇ ਮੁੱਦੇ ਤੇ ਕੋਈ ਗੱਲ ਕਰਦਾ ਉਹਨੂੰ ਉੱਥੇ ਸਪੋਰਟ ਕਰੋ ਤੇ ਤੁਸੀਂ ਉਹਦੀਆਂ ਟੰਗਾਂ ਨਾ ਖਿੱਚੋ। ਦੂਜੇ ਮੁੱਦੇ ਹੋਰ ਵੀ ਬੜੇ ਬੈਠੇ ਆ, ਕੱਲੇ ਰਵੀ ਸਿੰਘ ਨੇ ਸਾਡਾ ਥੋੜੀ ਦੁਨੀਆ 'ਚ ਕਰਨਾ, ਬੜਾ ਕਰ ਲਿਆ ਉਹਨੇ, ਬਹੁਤ ਕਰ, ਉੱਥੇ ਉਹਦੀ ਸਪੋਰਟ ਕਰੋ ਕਮ ਸੇ ਕਮ। ਤੇ ਮੈਂ ਇੱਕ ਗੱਲ ਹੋਰ ਕਹਾਂ, ਜਿੱਥੇ ਇਹੋ ਜਿਹੇ ਲੋਕ ਜਿਹੜੇ ਕ੍ਰਿਟਿਸਾਈਜ਼ ਕਰਦੇ ਆ ਨਾ, ਜਿਹੜੇ ਹੋਰ ਜਿਹੜੇ ਦੂਜੇ ਲੋਕ ਉਹਨੂੰ ਉਹ ਕ੍ਰਿਟਿਸਿਜ਼ਮ ਸੁਣ ਕੇ ਅੱਖਾਂ ਬੰਦ ਕਰ ਲੈਂਦੇ ਆ, ਤੇ ਉਹਨਾਂ ਦੀ ਵੀ ਗਲਤੀ ਹੈ। ਦੇਖੋ ਜਦੋਂ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਸੀਗਾ, ਮੇਰੇ ਖਿਲਾਫ ਥੋੜਾ ਜਿਹਾ ਵੀ ਕੋਈ ਬੋਲਦਾ ਸੀ ਨਾ, ਮੈਂ ਕਿਹਾ ਸੋਸ਼ਲ ਮੀਡੀਆ ਤੇ ਪੂਰਾ ਲੱਗ ਜਾਂਦਾ ਸੀ, ਪੂਰਾ ਉਹਦੀ ਐਸੀ ਕਿ ਤੈਸੀ ਕਰ ਦਿੰਦੇ, ਐਸੇ ਚਲਾਈ ਕਰਦੇ, ਕੋਈ ਬੋਲਦਾ ਨਹੀਂ। ਮੀਡੀਆ 'ਚ ਮੇਰੇ ਕੇ ਬੋਲ ਲੈਂਦਾ ਸੀ, ਆਮ ਆਦਮੀ ਪਾਰਟੀ ਦੇ MLA ਦੇ ਉਹ ਪੂਰਾ ਮੇਰੇ ਫੇਵਰ 'ਚ ਲੱਗ ਜਾਂਦੇ ਸੀ, ਐਸੀ ਕਿ ਤੈਸੀ ਉਹਨਾਂ ਦੀ ਕਰ ਦਿੰਦੇ ਸੀ। ਜਦੋਂ ਮੈਂ ਪੋਲਿਟਿਕਸ ਛੱਡ ਕੇ ਉਹ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਮਤਲਬ ਕਿ ਉਹਨੂੰ ਸਜ਼ਾ ਦਵਾਤੀ, ਜਦੋਂ ਮੈਂ ਉਹਨੂੰ ਸੱਜਣ ਕੁਮਾਰ ਉਮਰ ਕੈਦ ਭੁਗਤਿਆ, ਉਹਦੀ ਜ਼ਮਾਨਤ ਤੱਕ ਨਹੀਂ ਹੋਣ ਦਿੱਤੀ, ਉਹਦੇ ਤੇ ਪੂਰਾ ਲੱਗਿਆ ਵਾ। ਉਦੋਂ ਸੋਸ਼ਲ ਮੀਡੀਆ ਤੇ ਕੋਈ ਬੋਲਦਾ, ਕੋਈ ਨਹੀਂ ਬੋਲਦਾ, ਕੋਈ ਨਹੀਂ ਉਹਨੂੰ ਕ੍ਰਿਟਿਸਾਈਜ਼ ਕਰਦਾ, ਕੋਈ ਨਹੀਂ ਕਰਦਾ, ਬਿਲਕੁਲ ਸਾਰੇ ਚੁੱਪ ਕਰਕੇ ਬੈਠ ਜਾਂਦੇ, ਸਾਰੇ ਚੁੱਪ ਕਰਕੇ ਬੈਠੇ। ਦੇਖੋ ਜਿੰਨੀ ਦੇਰ ਅਸੀਂ ਨਹੀਂ, ਚਲੋ ਮੈਨੂੰ ਤਾਂ ਵਾਹਿਗੁਰੂ ਨੇ ਬਥੇਰੀ ਹਿੰਮਤ ਦਿੱਤੀ ਹੈ, ਮੈਂ ਤਾਂ ਪਰਵਾਹ ਨਹੀਂ ਕਰਦਾ ਇਹ ਜੇ, ਜਿਨ੍ਹਾਂ ਨੇ ਕਰਨਾ ਉਹ ਹੋਰ ਕਰੀ ਜਾਣ, ਜਿੰਨਾ ਮਰਜ਼ੀ ਲਿਖੀ ਜਾਣ। ਪਰ ਮੈਂ ਜਿਹੜੀ ਗੱਲ ਕਰਦਾ, ਜਿਹੜੇ ਬੰਦੇ ਕੌਮ ਦੇ ਵਾਸਤੇ ਇੱਕ ਵੀ ਮੁੱਦੇ ਤੇ ਕੰਮ ਕਰ ਰਿਹਾ, ਰਵੀ ਸਿੰਘ, ਰਾਜਵੰਤ ਜਾਂ ਹੋਰ ਬੜੇ, ਉਹਨਾਂ ਨੂੰ ਸਪੋਰਟ ਕਰੋ ਜਿੱਥੇ ਉਹਦਾ ਕ੍ਰਿਟਿਸਿਜ਼ਮ ਆ। ਜੇ ਤੁਸੀਂ ਚੁੱਪ ਕਰਕੇ ਉਹ ਕ੍ਰਿਟਿਸਿਜ਼ਮ ਪੜ੍ਹ ਕੇ ਚੁੱਪ ਬਹਿ ਗਏ ਤਾਂ ਤੁਸੀਂ ਵੀ ਉਹ ਬੰਦੇ, ਤੁਸੀਂ ਵੀ ਗੁਨਾਹਗਾਰ, ਉਹ ਕ੍ਰਿਟਿਸਿਜ਼ਮ ਵਾਲੇ ਦੇ ਨਾਲ ਮਿਲ ਗਏ, ਇਹ ਗੱਲ ਸੋਚ ਕੇ ਚੱਲੋ। ਰਾਈਟ, ਸੋ ਬੜੀ ਵੱਡੀ ਗੱਲ ਤੁਸੀਂ ਕਹੀ ਕਿ ਜਿਹੜਾ ਕੰਡੀਸ਼ਨਲ ਤੇ ਸਬਜੈਕਟ ਓਰੀਐਂਟਡ ਇੰਸਟੀਟਿਊਸ਼ਨਸ ਨੇ, ਸਾਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ, ਜਿਹੜੇ ਇੱਕ ਪੱਖ ਨੂੰ ਲੈ ਕੇ ਕੰਮ ਕਰ ਰਹੇ। ਜੇ ਆਪਾਂ ਇਹ ਕਹਿੰਦੇ ਆ ਕਿ ਨਹੀਂ ਸਾਰਾ ਕੁਛ ਇਕੱਠਿਆਂ ਕਰ ਲਈਏ, ਸਾਰਾ ਕੁਛ ਨਹੀਂ ਹੋਣਾ। ਛੋਟੇ ਛੋਟੇ ਵਿਸ਼ੇ ਲੈ ਕਰਕੇ ਅਸੀਂ ਉਹਨਾਂ ਦੇ ਇੱਕ ਟੀਮ ਜਾਂ ਇੱਕ ਇੰਸਟੀਟਿਊਸ਼ਨ ਜਿਹੜਾ ਉਹ ਕੰਮ ਕਰ ਸਕਦਾ। ਤੇ ਭਾਈ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਸੰਵਿਧਾਨ ਦੀ, ਕਨਸਟੀਟਿਊਸ਼ਨ ਦੀ, ਤੇ ਕਈ ਵਾਰੀ ਏਦਾਂ ਆਮ ਪ੍ਰਚਲਿਤ ਇਹ ਗੱਲ ਕੀਤੀ ਗਈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਿੱਖ ਵਿਰੋਧੀ ਹੈ ਤੇ ਉਹਦੇ ਵਿੱਚ ਬੜਾ ਘਾਣ ਕੀਤਾ ਜਾਂਦਾ ਹੈ। ਤੇ ਵਾਟ ਡੂ ਯੂ ਥਿੰਕ ਕਿ ਉਹਦੇ ਵਿੱਚ ਕਿਹੜੇ ਲੂਪ ਹੋਲਸ ਨੇ, ਜਾਂ ਪੁਰਾਣੇ ਸਮੇਂ ਜਾਂ ਜਦੋਂ ਤੋਂ ਆਪ ਜੀ ਇਹ ਕੇਸ ਲਿਆ ਉਸ ਤੋਂ ਬਾਅਦ ਬਹੁਤ ਕੁਝ ਤਬਦੀਲੀਆਂ ਵੀ ਆਈਆਂ, ਹੁਣ ਵੀ ਆ ਰਹੀਆਂ ਨੇ, ਤੇ ਆਪ ਜੀ ਇਸ ਪੱਖ ਨੂੰ ਕਿਵੇਂ ਲੈਂਦੇ ਹੋ ਕਿ ਕਨਸਟੀਟਿਊਸ਼ਨ ਵਿੱਚ ਕੀ ਕੁਝ ਚੀਜ਼ਾਂ ਚੇਂਜ ਕਰਨ ਵਾਲੀਆਂ ਨੇ, ਜਾਂ ਕੀ ਕੁਝ ਚੀਜ਼ਾਂ ਲੈਣ ਵਾਲੀਆਂ ਨੇ, ਜਾਂ ਕੁਝ ਚੀਜ਼ਾਂ ਜੋ ਸਾਡੇ ਧਿਆਨ ਵਿੱਚ ਹੋਣੀਆਂ ਚਾਹੀਦੀਆਂ, ਉਹ ਪੱਖ ਨੂੰ ਆਪ ਜੀ ਕਿਸ ਤਰ੍ਹਾਂ ਦੇਖਦੇ? ਜਸਵਿੰਦਰ ਜੀ, this is the subject which require 1 hour on itself. ਇਹ 8 ਤੱਕ ਆਪਣੇ ਹੋ ਗਿਆ, 8 ਵਜੇ ਤੱਕ ਆਪਣਾ ਟਾਈਮ ਸੀ। ਇਹ 2 4 5 10 ਮਿੰਟਾਂ ਦੇ ਵਿੱਚ ਕਰਨ ਵਾਲਾ ਸਬਜੈਕਟ ਨਹੀਂ ਹੈ। This is a subject which requires hours of discussion by itself. ਜੀ, ਓਕੇ। ਸੋ ਮੈਂ ਦੂਜਾ ਸਵਾਲ ਲੈ ਲੈਂਦੇ ਕਿ ਜਿਵੇਂ ਆਪ ਜੀ ਪੰਜਾਬ ਜਿਹੜਾ ਵਨ ਆਫ ਦ ਰਿਚੈਸਟ ਸਟੇਟ ਹੁੰਦਾ ਸੀਗਾ, ਤੇ ਆਪ ਜੀ ਨੂੰ ਕੀ ਲੱਗਦਾ ਕਿ ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਪੰਜਾਬ ਵਾਸਤੇ, ਜਿਹੜਾ ਅੱਜ ਦਾ ਨੌਜਵਾਨ ਹੈ, ਭਾਵੇਂ ਉਹ ਪੰਜਾਬ ਵਿੱਚ ਹੈ, ਪੰਜਾਬੋਂ ਬਾਹਰ ਇੰਡੀਆ ਵਿੱਚ ਹੈ ਜਾਂ ਵੈਸਟਰਨ ਕੰਟਰੀਜ਼ ਦੇ ਵਿੱਚ ਹੈ, ਉਹਨਾਂ ਨੂੰ ਪੰਜਾਬ ਵਾਸਤੇ ਕੀ ਕੁਝ ਕਰਨ ਦੀ ਲੋੜ ਹੈ ਐਟ ਦਿਸ ਪੁਆਇੰਟ? ਕੋਈ ਇੱਕ ਚੀਜ਼ ਜਿਹੜੀ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਸਾਰਾ
ਪੰਥ ਦਾ ਇਨਵੈਸਟਮੈਂਟ ਹੋ ਜਾਣਾ ਚਾਹੀਦਾ? ਦੇਖੋ ਮੈਂ ਤੁਹਾਨੂੰ ਦੱਸਾਂ, ਜੇ ਪੰਜਾਬ ਦਾ ਫਿਕਰ ਆ ਉਹ ਤਾਂ ਬਾਹਰਲਿਆਂ ਨੂੰ ਹੀ ਆ, ਪੰਜਾਬ ਵਾਲਿਆਂ ਨੂੰ ਤਾਂ ਹੈ ਹੀ ਨਹੀਂ। ਪੰਜਾਬ ਦੇ ਵਿੱਚ ਜਿਹੜੇ ਬੈਠੇ ਆ, ਉਹ ਤਾਂ ਲੱਗਦਾ ਹੀ ਨਹੀਂ ਕਿ ਪੰਜਾਬ ਨੂੰ ਕੁਝ ਹੋਇਆ, ਉਹ ਤਾਂ ਮਸਤ ਆਪਣੇ। ਤੇ ਪੰਜਾਬ ਦਾ ਫਿਕਰ ਤਾਂ ਜੋ ਬਾਹਰ ਬੈਠੇ ਆ, ਬਾਹਰ ਵਾਲਿਆਂ ਨੂੰ ਹੀ ਆ। ਦੇਖੋ ਪਹਿਲੀ ਗੱਲ, ਜਦੋਂ ਵੀ ਕੋਈ ਪ੍ਰੋਗਰੈਸਿਵ ਸੁਸਾਇਟੀ ਆ, ਉਹਦੀਆਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਦੇਖਿਆ ਜਾਵੇ ਦੋ ਚੀਜ਼ਾਂ ਟੌਪ ਮੋਸਟ ਨੇ, ਐਜੂਕੇਸ਼ਨ ਐਂਡ ਹੈਲਥ। ਐਜੂਕੇਸ਼ਨ ਐਂਡ ਹੈਲਥ, ਤੇ ਇਹ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ, ਐਜੂਕੇਸ਼ਨ ਐਂਡ ਹੈਲਥ। ਤੇ ਇਹ ਦੋਨੇ ਹੀ ਜੋ ਹੋਣੀਆਂ ਚਾਹੀਦੀਆਂ, ਇਹ ਪਬਲਿਕ ਤੇ ਚੈਰੀਟੇਬਲ ਸਿਸਟਮ ਦੇ ਵਿੱਚ ਹੋਣੀਆਂ ਚਾਹੀਦੀਆਂ, ਪ੍ਰਾਈਵੇਟ ਤੇ ਪੈਸਾ ਬਣਾਉਣ ਵਾਲੇ 'ਚ ਨਹੀਂ। ਪੰਜਾਬ ਦੀ ਜੋ ਸਭ ਤੋਂ ਵੱਡਾ ਕਹਾਣ ਹੋਇਆ, ਇਹ ਦੋਨੇ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਆ ਤੇ ਪ੍ਰਾਈਵੇਟਾਈਜੇਸ਼ਨ ਸ਼ੁਰੂ ਹੋ ਗਈ। ਇਸ ਟਾਈਮ ਜੇਕਰ ਦੇਖਿਆ ਜਾਵੇ, ਐਜੂਕੇਸ਼ਨ ਇੰਨੀ ਜ਼ਿਆਦਾ ਐਕਸਪੈਂਸਿਵ ਹੋ ਚੁੱਕੀ ਆ। ਹੁਣ ਜਿਹੜੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਸੁਧਰਨ ਲੱਗਿਆ, ਜਿਉਂ ਦਾ ਆ ਪਿਛਲੇ ਸਾਲ ਤੋਂ ਜਿਉਂ ਦਾ ਕ੍ਰਿਸ਼ਨ ਕੁਮਾਰ ਉਹਨਾਂ ਨੇ ਸੈਕਟਰੀ, ਪ੍ਰਿੰਸੀਪਲ ਸੈਕਟਰੀ ਲਿਆ ਕੇ ਬਿਠਾਇਆ, ਉਹਦੀ ਹਾਲਤ ਥੋੜੀ ਜਿਹੀ ਸੁਧਰਨ ਲੱਗੀ ਹੈ। ਪਰ ਹੈਲਥ ਸਿਸਟਮ ਅਜੇ ਵੀ ਬਹੁਤ ਬੁਰਾ ਹਾਲ ਹੈ। ਦੇਖੋ ਇਹ ਜੋ ਦੇਖੋ ਜੇ ਤੁਸੀਂ ਕਹੋ ਬਾਦਲਾਂ ਦੇ ਮੈਂ ਖਿਲਾਫ ਕਿਉਂ ਹਾਂ, ਬੇਅਦਬੀ ਵਾਲਾ ਇੰਸੀਡੈਂਟ ਹੋਇਆ ਉਹ ਤਾਂ ਹੋਇਆ, ਪਰ ਬੇਅਦਬੀ ਵਾਲੇ ਇੰਸੀਡੈਂਟ ਤੋਂ ਪਹਿਲਾਂ ਉਹਨਾਂ ਨੇ ਐਜੂਕੇਸ਼ਨ ਤੇ ਹੈਲਥ ਦੋਨਾਂ 'ਚ ਪ੍ਰਾਈਵੇਟਾਈਜੇਸ਼ਨ ਲਿਆ, ਦੋਨਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਉਹਨਾਂ ਨੇ ਪ੍ਰਾਈਵੇਟ ਨੂੰ ਦਿੱਤੇ, ਉਹ ਪ੍ਰਾਈਵੇਟ ਵਾਲੇ ਪੈਸੇ ਬਣਾਉਣੇ ਸ਼ੁਰੂ ਕਰਤੇ। ਉਹ ਐਜੂਕੇਸ਼ਨ ਤੇ ਹੈਲਥ ਸਿਸਟਮ ਨੂੰ ਰੂਇਨ ਕਰਨ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਆ, ਤੇ ਉਹਦਾ ਬਹੁਤ ਵੱਡਾ ਉਹਦੀ ਵਜ੍ਹਾ ਹੈ ਜਿਹਦੇ ਕਰਕੇ ਪੰਜਾਬ ਦੀ ਅੱਜ ਸਿਚੁਏਸ਼ਨ ਇਹ ਹੋਈ ਆ। ਤੁਸੀਂ ਇਹ ਜੋ ਸਾਡਾ ਯੂਥ ਨਸ਼ਿਆਂ 'ਚ ਪਿਆ, ਇਹਦੇ ਕਰਕੇ ਪਿਆ। ਦੇਖੋ ਜਦੋਂ ਹੈਲਥ ਪੂਰ ਹੋਏਗੀ, ਉਹਦੇ ਨਾਲ ਇਹ ਲੱਤ ਵੀ ਲੱਗੇਗੀ, ਬੜਾ ਕੁਛ ਲੱਗੇਗਾ। ਜਦੋਂ ਤੁਹਾਡੇ ਕੋਲ ਕੰਮ ਨਹੀਂ ਹੈ, ਪੜ੍ਹਾਈ ਨਹੀਂ ਹੈ, ਤੁਹਾਡੇ ਕੋਲ ਕੰਮ ਨਹੀਂ ਹੈ, ਉਦੋਂ ਵੀ ਬੜਾ ਕੁਛ ਲੱਗੇਗਾ। ਤਾਂ ਮੈਂ ਜੋ ਸੋਚਦਾ ਕਿ ਬੇਸਿਕ ਜੋ ਪੰਜਾਬ ਦੀ ਪ੍ਰੋਬਲਮ ਹੈ, ਉਹ ਐਜੂਕੇਸ਼ਨ ਤੇ ਹੈਲਥ ਸਿਸਟਮ ਜੋ ਰੂਇਨ ਹੋਇਆ। ਤੇ ਜੇਕਰ ਆਪਾਂ ਬਾਕੀ ਤਾਂ ਸਭ ਕੁਛ ਹੈ, ਐਜੂਕੇਸ਼ਨ ਤੇ ਹੈਲਥ ਸਿਸਟਮ ਨੂੰ ਇੰਪਰੂਵ, ਜੋ ਪਬਲਿਕ ਐਜੂਕੇਸ਼ਨ ਐਂਡ ਹੈਲਥ ਸਿਸਟਮ ਸਰਕਾਰੀ, ਉਹਨੂੰ ਜਦੋਂ ਇੰਪਰੂਵ ਕਰਨਾ ਆਪਾਂ ਸ਼ੁਰੂ ਕਰਾਂਗੇ, ਸ਼ੁਰੂਆਤ ਉੱਥੋਂ ਹੋਣੀ ਚਾਹੀਦੀ ਆ। ਉਹਦੀ ਲੋੜ ਆ, ਉਹ ਕਰਨ ਦੀ ਜੀ। ਤੇ ਜੇ ਭਾਵੇਂ ਕੋਈ ਸੰਸਥਾ ਨਾ ਹੋਵੇ, ਗਵਰਨਮੈਂਟ ਤੇ ਨਾ ਆਪਾਂ ਛੱਡੀਏ, ਤੇ ਜਿਹੜਾ ਨੌਜਵਾਨ ਹੈ, ਜਿਹੜਾ ਕੁਝ ਕਰਨਾ ਚਾਹੁੰਦਾ ਹੈ ਪੰਜਾਬ ਵਾਸਤੇ, ਉਹ ਆਪ ਜੀ ਉਹਨੂੰ ਕੀ ਸਲਾਹ ਦਿਓਗੇ ਕਿ ਉਹ ਕਿਵੇਂ ਪੰਜਾਬ ਦੇ, ਭਾਵੇਂ ਉਹ ਐਜੂਕੇਸ਼ਨ ਸਿਸਟਮ ਹੋਵੇ, ਹੈਲਥ ਸਿਸਟਮ ਹੋਵੇ, ਜਾਂ ਕੁਝ ਹੋਰ ਚੀਜ਼ ਵਿੱਚ ਜੋ ਆਪਣਾ ਲਾਉਣਾ ਚਾਹੁੰਦਾ ਹੈ, ਭਾਵੇਂ ਉਹ ਪੈਸਾ ਹੋਵੇ ਜਾਂ ਆਪਣਾ ਮੈਨੂਅਲ ਐਫਰਟ ਹੋਵੇ, ਉਹ ਚੀਜ਼ ਕਿਵੇਂ ਲਾ ਸਕਦਾ ਹੈ? ਦੇਖੋ ਮੈਂ ਤੁਹਾਨੂੰ ਦੋ ਚੀਜ਼ਾਂ ਕਹੂੰਗਾ। ਮੈਂ ਇਹ ਹਮੇਸ਼ਾ ਜਦੋਂ ਵੀ ਮੈਂ ਬਾਹਰ ਗਿਆ, ਮੈਂ ਉੱਥੇ ਉਹਨਾਂ ਨੂੰ ਵੀ ਪਹਿਲੀ ਗੱਲ ਕਹੀ, ਤੁਸੀਂ ਜਿਹੜੇ ਤੁਹਾਡੇ ਜ਼ਿਆਦਾ ਮੈਂਬਰ, ਮੈਨੂੰ ਜੋ ਆਈਡੀਆ ਕਿ ਉਹ ਪੰਜਾਬ ਤੋਂ ਬਾਹਰ ਬੈਠੇ ਹੋ, ਆਪਣੀ ਜਗ੍ਹਾ ਤੇ ਬੈਠੇ ਹੋ। ਦੇਖੋ ਪਹਿਲੀ ਤਾਂ ਤੁਹਾਡੀ ਜਿਹੜੀ ਪ੍ਰਾਇੋਰਟੀ ਆ, ਤੁਹਾਡੀ ਲੋਕਲ ਪ੍ਰਾਇੋਰਟੀ ਆ। ਜੇ ਤੁਸੀਂ ਸਿੱਖੀ ਦਾ ਦੇਖੋ, ਤੁਸੀਂ ਇੱਕ ਸਿੱਖੀ ਦੇ ਐਂਬੈਸਡਰ ਹੋ, ਜੋ ਤੁਸੀਂ ਆਪਣੇ ਇਲਾਕੇ 'ਚ ਬੈਠੇ, ਜੋ ਤੁਸੀਂ ਸਿੱਖੀ ਦਾ ਇਮੇਜ ਬਣਾਉਣਾ, ਉਹ ਲੋਕਾਂ ਨੇ ਤੁਹਾਨੂੰ ਦੇਖ ਕੇ ਬਣਾਉਣਾ। ਇਹ ਸੋਚ ਕੇ ਚੱਲਣਾ ਕਿ ਇਹ ਮੈਂ ਹੀ ਆ ਇੱਥੇ ਬੈਠਾ, ਮੇਰੇ ਕਰਕੇ ਸਿੱਖੀ ਦਾ ਇਮੇਜ ਬਣਨਾ, ਮੇਰੇ ਕਰਕੇ ਕੌਮ ਦਾ ਇਮੇਜ ਬਣਨਾ। ਪਹਿਲੀ ਗੱਲ ਤਾਂ ਤੁਸੀਂ ਉਹ ਸੋਚ ਕੇ ਚੱਲੀ। ਮੈਂ ਜਿਹੜਾ ਹਮੇਸ਼ਾ ਉੱਥੇ ਜਾ ਕੇ ਬਾਹਰ ਵੀ ਕਹਿੰਦਾ ਹੁੰਦਾ ਸੀ ਉਹਨਾਂ ਨੂੰ ਕਿ ਜਿਹੜੀ ਅਸੀਂ ਇਹ ਜਿਹੜੀ ਆਇਡੈਂਟੀਟੀ ਦੀਆਂ ਕੰਪੇਨਸ ਚਲਾਉਂਦੇ ਹਾਂ, ਲੱਖਾਂ ਡਾਲਰ ਇਕੱਠੇ ਕਰਦੇ ਹਾਂ, ਅਖਬਾਰਾਂ 'ਚ ਐਡਵਰਟਾਈਜ਼ਮੈਂਟ ਦਿੰਦੇ ਹਾਂ, ਸਾਨੂੰ ਇੱਕ ਗੁਰੂ ਨੇ ਐਸੀ ਗੱਲ ਚੀਜ਼ ਦਿੱਤੀ ਆ ਜੋ ਕਿਸੇ ਕੋਲ ਨਹੀਂ, ਲੰਗਰ। ਜੇ ਅਸੀਂ ਗੁਰਦੁਆਰਿਆਂ 'ਚੋਂ ਬਾਹਰ ਲੰਗਰ ਲੈ ਜਾਈਏ, ਹੋਮਲੈਸ ਨੂੰ ਲੰਗਰ ਦੇਣ ਲੱਗ ਜਾਈਏ, ਜਿਹੜੀ ਅਸੀਂ ਅਖਬਾਰਾਂ 'ਚ ਪਬਲਿਸਿਟੀ ਪੈਸੇ ਨਾਲ ਦਿੰਦੇ ਹਾਂ, ਉਹ ਫਰੰਟ ਪੇਜ 'ਤੇ ਸਾਡੀਆਂ ਖਬਰਾਂ ਆਉਣਗੀਆਂ। ਉਹ ਅੱਜ ਦੇਖੋ, ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕ ਦੇਣਾ ਅੱਜ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਅੱਜ ਦੁਨੀਆ 'ਚ ਸਾਰੀ 'ਚ ਇੰਨੀ ਪਹਿਲਾਂ ਅੱਜ ਤੱਕ ਕਦੇ ਨਹੀਂ ਹੋਈ। ਦੁਨੀਆ ਦੇ ਵਿੱਚ ਸਿੱਖ ਕੌਮ ਦਾ ਨਾਮ ਹੋ ਗਿਆ। ਜੇ ਦੁਨੀਆ 'ਚ ਸਿੱਖ ਕੌਮ ਦਾ ਨਾਮ ਜਿਹੜਾ ਅੱਜ ਹੋਇਆ, ਉਹ ਹਰ ਇੱਕ ਸਿੱਖ ਨੇ ਆਪਣਾ ਰੋਲ ਪਾਇਆ ਇਸ ਚੀਜ਼ ਦੇ ਵਿੱਚ ਗਿਆ। ਅਸੀਂ ਜ਼ਰੂਰਤਮੰਦਾਂ ਦੇ ਕੋਲੇ ਗਏ ਹਾਂ, ਨਾ ਕਿ ਲੋਕ ਸਾਡੇ ਕੋਲੇ ਗੁਰਦੁਆਰਿਆਂ 'ਚ ਆਏ। ਅਸੀਂ ਜ਼ਰੂਰਤਮੰਦਾਂ ਦੇ ਕੋਲੇ ਉਹ ਗੁਰੂ ਦਾ ਲੰਗਰ ਦੇ ਕੇ ਗਿਆ। ਗੁਰੂ ਦਾ ਅਸਲੀ ਜੋ ਗੁਰੂ ਦਾ ਉਪਦੇਸ਼ ਆ, ਟੀਚਿੰਗ ਆ, ਉਹਦੇ ਉੱਤੇ ਅਸੀਂ ਕੰਮ ਕੀਤਾ। ਅਸੀਂ ਉਹ ਕੰਮ ਕੀਤਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਕਹਾਂ। ਅੱਛਾ, ਦੂਜੀ ਗੱਲ ਜਿਹੜੀ ਆਪਾਂ ਹਮੇਸ਼ਾ ਉਡੀਕਦੇ ਹਾਂ ਕਿ ਕੋਈ ਲੀਡਰ ਆਊਗਾ। ਕਿਹੜਾ ਲੀਡਰ ਆਇਆ? ਸਿੱਖਾਂ ਨੇ ਆਪਣੇ ਆਪ ਕੀਤਾ। ਇੰਨਾ ਵੱਡਾ ਨਾਮ ਕੀਤਾ, ਕਿਹੜਾ ਲੀਡਰ ਆਇਆ? ਆਪਣੇ ਆਪ ਹੀ ਕੀਤਾ। ਗੁਰੂ ਨੇ ਹਰ ਸਿੱਖ ਨੂੰ ਲੀਡਰ ਬਣਾਇਆ। ਤੁਸੀਂ ਆਪ ਲੀਡਰ ਹੋ, ਆਪ ਲੀਡਰ ਹੋ। ਤੁਸੀਂ ਆਪਣੇ ਆਪ ਕਰਨਾ ਜੋ ਕਰਨਾ, ਉਹ ਗੱਲ ਕਰਕੇ। ਅੱਛਾ, ਤੇ ਅਗਲੀ ਗੱਲ ਫਿਰ ਜਿਹੜੀ ਇੱਕ ਗੱਲ ਕਿ ਬੜੀ ਕਹੀ ਜਾਂਦੀ ਆ ਕਿ ਜੀ ਸਿੱਖਾਂ ਦੇ ਵਿੱਚ ਤਾਂ ਯੂਨਿਟੀ ਹੈ ਨਹੀਂ, ਯੂਨਿਟੀ ਹੋਣੀ ਚਾਹੀਦੀ ਆ। ਮੈਨੂੰ ਇਤਿਹਾਸ ਵਿੱਚ ਦੱਸ ਦਿਓ, ਯੂਨਿਟੀ ਸੀਗੀ ਕਦੋਂ? ਗੁਰੂ ਸਾਹਿਬ ਵਾਸਤੇ ਤਾਂ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰਤੇ। ਯੂਨਿਟੀ ਕਦੋਂ ਸੀ?
ये मतलब कि ये भुल जाओ यूनिटी नूं, अपना काम करो। जो मैं करना मैं अपना काम करा, जो दूजा करता करी जावे, बाबा आपे समझूगा। जे मैनूं विश्वास है वाहिगुरू दा, मैं अपना काम करा। जो मैं कर रहा, जे मैं उहदे च फेल होना तां मेरी कौम फेल आ। जो मैं करना, जे मैं उहदे च सक्सीड करदा, उहदे सक्सैस पाउणा, तां मेरी कौम सक्सैस है। अपने बारे सोचो, दूजे दी गलतियां बाद च कढिओ। अच्छा, ये गल ਜਿਹੜੀ मैं ये कह रहा, पहली गल तो तुसीं अपनी च अपनी जगह ते जिथे जिथे बैठे हो, तुसीं उत्थे सिक्खी दे इंवैस्टर हो, तुसीं उत्थे सिक्खी दा मैसेज पहुंचाउणा, प्रायोरिटी तुसीं उस चीज़ नंबर जे तुसीं ਜਿਹੜੇ पंजाब दे विच बैठे भी, ਜਿਹੜਾ पंजाब च करना चाहुंदे आ, कुछ ना कुछ करना चाहुंदे आ, ते ਉਹ तुसीं एजुकेशन ते हेल्थ दे लेवल ते, अच्छा एजुकेशन ते हेल्थ दे लेवल ते कोई जरूरी नहीं कि तुसीं स्कूल खोलो, हस्पताल खोलो। तुसीं अपने अपने लेवल दे उत्ते किसे जो वीक स्टूडेंट आ ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿਓ। ਹੁਣ ਉਹ ਜਨ ਨੇ ਤੁਹਾਡੇ ਪ੍ਰੋਗਰਾਮ ਤੇ ਆਈ ਸੀ, ਜਨ ਦੇ ਫਾਦਰ ਸਰਬਜੀਤ, ਉਹ ਵੀ ਤੁਹਾਡੇ ਪ੍ਰੋਗਰਾਮ ਤੇ ਆ ਰਹੇ ਨੇ। ਹੁਣ ਸਰਬਜੀਤ ਥੋੜੀ ਬੜਾ ਵਧੀਆ ਕੰਮ ਕਰ ਰਹੇ ਆ, ਪਿੰਡਾਂ ਦੇ ਵਿੱਚ ਜਾ ਕੇ ਕਰ ਰਹੇ ਨੇ। ਤੁਸੀਂ ਆਪਣੇ ਲੈਵਲ ਦੇ ਉੱਤੇ, ਆਪਣੇ ਲੈਵਲ ਦੇ ਉੱਤੇ ਆਸੇ ਪਾਸੇ ਜਿਹੜਾ ਕੋਈ ਸਟੂਡੈਂਟ ਆ ਉਹਨਾਂ ਨੂੰ ਬੁਲਾ ਕੇ ਪੜਾਉਣਾ ਸ਼ੁਰੂ ਕਰ ਦਿਓ, ਉਹਨਾਂ ਨੂੰ ਪੜਾਉਣਾ ਸ਼ੁਰੂ ਕਰ ਦਿਓ। ਜਿੱਦੇ ਵਾਹਿਗੁਰੂ ਨੇ ਤੁਹਾਡੇ ਕੋਲ ਵੱਡਾ ਕੰਮ ਲੈਣਾ ਹੋਏ, ਆਪੇ ਲੈ ਲੂਗਾ। ਲੱਭਣ ਤੁਹਾਨੂੰ ਜਾ ਕੇ ਲੱਭਣ ਦੀ ਲੋੜ ਨਹੀਂ। अपना काम करो, अपना काम सिंसीयरिटी नाल करो, अपना काम ये सोच के करो कि सिक्खी दा इमेज मेरे वर्क प्लेस से मैं ही बनाना, वो करो। ते रस्ते विच जो जो तुहाडे आउंदा गया उत्थे अपना काम करते रहो। उत्थे तुसीं गुरु दा दिता होया मौका समझ के उहनूं करते रहो। उस नूं जिद्दे गुरु ने वड्डा काम लेना अपने आप ले लूगा। मैनूं कोई लोड़ नहीं तुहानूं किसे नूं जाके लभण दी कि मैनूं कोई वड्डा काम मिले। अच्छा, इसे तरह ਹੁਣ ਜੇ ਹੈਲਥ ਦੀ ਗੱਲ ਆ, ਹੈਲਥ ਦੀ ਗੱਲ ਆ, ਤੁਸੀਂ ਜੇਕਰ ਤੁਸੀਂ ਬੜੇ ਹੋ, ਤੁਸੀਂ ਹੁਣ ਅੱਜ ਕੱਲ ਦੇਖੋ, ਅੱਜ ਕੱਲ ਹੁਣ ਕੋਵਿਡ ਦੇ ਵਿੱਚ ਇਮਿਊਨਿਟੀ ਸਿਸਟਮ ਅੱਜ ਕੱਲ ਤਾਂ ਹੁਣ ਇਹ ਆ ਗਿਆ ਸਟਰੋਂਗ ਕਰੋ। ਸਾਡੇ ਪੰਜਾਬ ਦੇ ਵਿੱਚ ਹੁਣ ਅਸੀਂ ਇੱਕ ਫ੍ਰੀ ਮੋਬਾਈਲ ਡਿਸਪੈਂਸਰੀ ਉੱਥੇ ਮੈਂ ਦਾਖਲਾ ਕੇ ਚਲਾਈ। ਉੱਥੇ ਅਸੀਂ ਦੇਖਦੇ ਹਾਂ ਪਿੰਡਾਂ ਵਿੱਚ ਇਮਿਊਨਿਟੀ ਲੋਕਾਂ ਦੀ ਇੰਨੀ ਲੋ ਹੈ, ਵਿਟਾਮਿਨ ਡੀ ਲੋ, ਬਲੱਡ ਪ੍ਰੈਸ਼ਰ, ਸ਼ੂਗਰ ਪਿੰਡਾਂ ਦੇ ਵਿੱਚ ਇਹ ਹਾਲ। ਤੇ ਤੁਸੀਂ ਜੇਕਰ जिथे भी तुसी हेल्थ एजुकेशन दे सकते हो, कोई देनी शुरू कर दो। लोगों को अपना लाइफ स्टाइल बदल के अपने आप को किवें करना, पहले तो अपना बदलो, लाइफ स्टाइल अपना बदलो, अपना लाइफ स्टाइल चेंज करो। वो देखो कोई लंबी चौड़ी बहुत गल नहीं, औखी नहीं, सौखा ही है, बहुत सौखा। देख लो अजकल इम्यूनिटी सिस्टम किवें वधाउणा। जरूरी नहीं कि तुहानूं रामदेव की दवाई चाहिए है ना, तुहाडे घरे बड़ियां चीज़ां पईआं, बड़ा कुछ तुसीं कर सकदे हो। छोटियां गल्लां अपने आप को करो। यही गल जाके कहो जिस दिन मतलब कि इत्थों तुसी अपना रोल करना शुरू कर दिओ। बाकी जिन्ना आप कर सकते अपने ते रहो ते मस्त रहो। वाहिगुरू नूं याद रखो, जिद्दे वाहिगुरू तुहाडे कोल वड्डा काम करना होए ले लूगा, आपे ले। वाह वाह वाह, बहुत बहुत धन्यवाद सरदार हरविंदर सिंह जी फुलका। ਅਸੀਂ ਚਾਹੁੰਦੇ ਤੇ ਸੀਗੇ ਕਿ ਅਸੀਂ ਆਪ ਜੀ ਕੋਲੋਂ ਕਲਾਸਰੂਮ, ਜਿਹੜਾ ਸਮਾਰਟ ਕਲਾਸਰੂਮ ਪ੍ਰੋਜੈਕਟ ਹੈਗਾ ਜਾਂ ਜਿਹੜਾ ਡਰੱਗ ਅਵੇਅਰਨੈਸ ਕੈਂਪੇਨ ਤੁਸੀਂ ਆਪ ਜੀ ਸ਼ੁਰੂ ਕੀਤੀ, ਉਹਨਾਂ ਬਾਰੇ ਗੱਲ ਕਰ ਸਕੇ। ਪਰ ਇੰਨੇ ਸਾਲਾਂ ਦਾ ਐਕਸਪੀਰੀਅੰਸ ਇੱਕ ਸਵਾ ਘੰਟੇ ਵਿੱਚ ਉਹਨਾਂ ਨੂੰ ਕਰ ਪਾਉਣਾ ਬਹੁਤ ਔਖੀ ਗੱਲ ਹੈ। ਪਰ ਫਿਰ ਵੀ ਆਪ ਜੀ ਜਿੰਨਾ ਕੁ ਸਾਡੀ ਝੋਲੀ 'ਚ ਪਾਇਆ ਉਹ ਸਾਡੇ ਸਾਰਿਆਂ ਦੇ ਸਿਰ ਮੱਥੇ ਆ। ਐਂਡ ਅਸੀਂ ਵੀ ਰੀਅਲੀ ਲੁੱਕ ਫਾਰਵਰਡ, ਤੇ ਆਪ ਜੀ ਵਾਸਤੇ ਅਸੀਂ ਸਾਰੇ ਰਲ ਕੇ ਅਰਦਾਸਾਂ ਵੀ ਕਰਦੇ ਹਾਂ ਕਿ ਜਿਹੜੀ ਜੰਗ ਦੀ ਸੇਵਾ ਮਹਾਰਾਜ ਨੇ ਆਪ ਜੀ ਦੇ ਲਾਈ ਆ, ਉਹ ਜੰਗ ਸਤਿਗੁਰੂ ਆਪ ਜੀ ਤੋਂ ਨਿਭਾ ਵੀ ਲੈਣ ਤੇ ਮਹਾਰਾਜ ਆਪ ਜੀ ਦੇ ਸਿਰ ਤੇ ਹੱਥ ਰੱਖਣ ਤੇ ਤੁਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ ਤੇ ਪੰਥ ਦੀਆਂ ਸੇਵਾਵਾਂ ਕਰਦੇ ਰਹੋ। ਸੋ ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ, ਸਾਰੀ ਮੌਲਿਓ ਦੀ ਟੀਮ ਵੱਲੋਂ ਤੇ ਸਾਰੀ ਸੰਗਤ ਵੱਲੋਂ ਵੀ ਬਹੁਤ ਬਹੁਤ ਸ਼ੁਕਰਾਨਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਕੰਮ ਕਰ ਰਹੇ ਹੋ, ਇਸੇ ਤਰ੍ਹਾਂ ਕਰਦੇ ਰਹੋ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਆਪ ਜੀ ਸਰਦਾਰ ਹਰਵਿੰਦਰ ਸਿੰਘ ਜੀ ਫੁਲਕਾ ਜੀ ਨੂੰ ਸੁਣ ਰਹੇ ਸੀਗੇ। ਉਹਨਾਂ ਨੇ ਬੜੀ ਸਾਡੇ ਜੀਵਨ ਦੀਆਂ ਸੇਧ ਵਾਲੀਆਂ ਗੱਲਾਂ ਕੀਤੀਆਂ ਔਰ ਉਹਨਾਂ ਦੇ ਇੰਨੇ ਸਾਲਾਂ ਦਾ ਤਜਰਬਾ, ਜਿਹਦੀ ਇੱਕ ਗੱਲ ਸਾਡੇ ਸਾਰਿਆਂ ਦੇ ਵਾਸਤੇ ਇੱਕ ਜੀਵਨ ਜਾਂਚ ਬਣ ਸਕਦੀ ਹੈ। ਆਪਣੇ ਆਪ ਨੂੰ ਨਿਰਭੈ ਰੱਖ ਕੇ ਗੁਰੂ ਦੇ ਭੈ ਵਿੱਚ ਜਿਉਣਾ, ਆਪਣੇ ਜੀਵਨ ਨੂੰ ਗੁਰੂ ਦੇ ਲਾਏ ਹੋਏ ਕੰਮ ਤੇ ਲਾ ਦੇਣਾ ਤੇ ਉਸ ਵਿੱਚ ਹੰਕਾਰ ਵਿੱਚ ਨਹੀਂ, ਆਪਣੇ ਆਪ ਨੂੰ ਇਹ ਕਹਿਣਾ, ਪਿਆਰਿਆ ਤੈਨੂੰ ਗੁਰੂ ਨੇ ਸੇਵਾ ਲਾਈ, ਤੂੰ ਉਹ ਕੰਮ ਕਰ, ਆਪਣੇ ਬਾਰੇ ਨਾ ਸੋਚ, ਗੁਰੂ ਤੈਨੂੰ ਦੇਵੇਗਾ ਤੇ ਜਿੰਨਾ ਤੈਨੂੰ ਚਾਹੀਦਾ ਉਸ ਤੋਂ ਵੀ ਵੱਧ ਕੇ ਗੁਰੂ ਦੇਵੇਗਾ। ਪਿਆਰਿਓ, it happens sometimes that we
shattered around and we seek नहीं नहीं मैं कल्ला रह गया आ काम मेरे वास्ते नहीं आ कुछ मेरे वास्ते नहीं प्यारियो let's invest our time in grooming ourselves in the sharan of Guru ਤੇ ਜਦੋਂ ਗੁਰੂ ਸਾਡੇ ਨਾਲ ਆ ਸਾਡੇ ਵਾਸਤੇ ਕੋਈ ਜੰਗ ਜਿਹੜੀ ਹੈ ਉਹ ਇਹ ਨਹੀਂ ਕਿ ਆਪਾਂ ਕਈ ਜੰਗ ਹਾਰ ਜਾਈਏ ਸਰਦਾਰ ਹਰੀ ਸਿੰਘ ਭੰਗੀ ਜਦੋਂ ਅਕਾਲ ਤਖਤ ਸਾਹਿਬ ਤੇ ਬੈਠੇ ਤੇ ਉੱਥੇ ਬੈਠ ਕੇ ਉਹਨਾਂ ਕਿਸੇ ਪੁੱਛਿਆ ਕਹਿੰਦੇ ਤੁਸੀਂ ਜੰਗ ਲੜਨ ਜਾਂਦੇ ਹੋ ਸਿੱਖਾਂ ਦੀ ਗਿਣਤੀ ਥੋੜੀ ਹੈ ਤੇ ਦੂਜੇ ਪਾਸੇ ਫੌਜ ਬੜੀ ਹੈ ਕਹਿੰਦੇ ਤੁਸੀਂ ਜਿੱਤ ਕਿਵੇਂ ਜਾਂਦੇ ਹੋ ਕਹਿੰਦੇ ਕੀ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ ਤੇ ਉਹਨਾਂ ਨੇ ਸਰਦਾਰ ਹਰੀ ਸਿੰਘ ਭੰਗੀ ਨੇ ਅਕਾਲ ਤਖਤ ਸਾਹਿਬ ਤੇ ਬਹਿ ਕੇ ਕਿਹਾ ਸੀ ਕਹਿੰਦੇ ਜਦੋਂ ਅਸੀਂ ਜੰਗ ਲੜਨ ਜਾਈਦਾ ਤੇ ਸਾਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸੀਸ ਅੱਗੇ ਜਾਂਦਾ ਦਿਖਦਾ ਪਿਆਰਿਓ ਇਹ ਉਹ ਇਨਸਪੀਰੇਸ਼ਨ ਹੈ ਜੋ ਸਤਿਗੁਰੂ ਜੀ ਨੇ ਸਾਡੀ ਝੋਲੀਆਂ ਚ ਪਾਈਆਂ ਐਂਡ ਮਹਾਰਾਜ ਨੇ ਆਪ ਉਹ ਸਾਰਾ ਕੁਝ ਕੀਤਾ ਤੇ ਕਿਹਾ ਕਹਿੰਦੇ ਮੇਰਾ ਪੁੱਤਰ ਕਦੇ ਡੋਲੇ ਨਾ ਤਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰ we have to fight that battle constantly one battle with the world to establish righteousness ਧਰਮ ਤੇ ਉਹੀ ਮੈਸੇਜ ਅੱਜ ਮਹਾਰਾਜ ਨੇ ਇਸ ਪਵਿੱਤਰ ਦਿਹਾੜੇ ਸਾਨੂੰ ਦਿੱਤਾ ਕਿ ਉਹ ਅਕਾਲ ਤਖਤ ਦੀ ਸਿਰਜਣਾ ਸਾਡੇ ਜੀਵਨ ਵਿੱਚ ਐਵੇਂ ਨਹੀਂ ਹੋਈ ਉਹਦਾ ਇੱਕ ਕਾਰਨ ਹੈ ਤੇ ਉਸ ਕਾਰਨ ਦੇ ਨਾਲ ਜੇ ਅਸੀਂ ਵੀ ਆਪਣੀ ਸ਼ਮੂਲੀਅਤ ਕਰ ਲਈਏ ਤੇ ਇਹ ਨਾ ਸੋਚੀਏ ਕਿ ਮੈਂ ਪੰਥ ਵਾਸਤੇ ਬਹੁਤ ਕੁਛ ਕੀਤਾ ਨਹੀਂ ਇਹ ਪੰਥ ਬਹੁਤ ਪਿਆਰਾ ਹੈ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਫੁਲਵਾੜੀ ਵਿੱਚ ਹਰ ਇੱਕ ਫੁੱਲ ਦਾ ਰੋਲ ਹੈ ਹਰ ਇੱਕ ਸਿੱਖ ਦਾ ਰੋਲ ਹੈ ਕਿਸੇ ਨੂੰ ਮਹਾਰਾਜ ਨੇ ਇੱਕ ਸੇਵਾ ਲਾ ਦਿੱਤੀ ਕਿਸੇ ਦੀ ਦੂਜੀ ਲਾ ਦਿੱਤੀ ਤੇ ਹਰ ਇੱਕ ਨੇ ਉਸ ਫੁਲਵਾੜੀ ਦੇ ਬਗੀਚੇ ਨੂੰ ਸੋਹਣਾ ਬਣਾਉਣਾ ਤੇ ਉਸ ਬਗੀਚੇ ਵਿੱਚ ਸ਼ਾਇਦ ਮੈਂ ਵੀ ਇੱਕ ਨਿੱਕਾ ਜਿਹਾ ਕਿਣਕਾ ਬਣ ਕੇ ਕਿਸੇ ਦੇ ਜੀਵਨ ਵਿੱਚ ਬਦਲਾਅ ਲਿਆ ਸਕਾਂ ਤੋ ਇਹ ਸਾਡੇ ਮਨ ਦੀ ਵਿਚਾਰ ਤੇ ਭਾਵਨਾਵਾਂ ਹੋਵਣ ਤੁਸੀਂ ਇੰਨਾ ਕੁਛ ਅੱਜ ਇਕੱਠਾ ਕੀਤਾ ਇਸ ਨੂੰ ਅਸੀਂ ਕੋਸ਼ਿਸ਼ ਕਰੀਏ ਐਬਜ਼ੌਰਬ ਕਰੀਏ ਤੇ ਆਪਣੇ ਜੀਵਨ ਜਾਂਚ ਵਿੱਚ ਅਪਣਾਉਣ ਦਾ ਇੱਕ ਨਿੱਚਾ ਜਿਹਾ ਨਿਮਾਣਾ ਜਿਹਾ ਯਤਨ ਕਰ ਸਕੀਏ ਤੋ ਪਿਆਰਿਓ ਥੈਂਕ ਯੂ ਸੋ ਮਚ ਆਲ ਫॉर ਜੁਆਇਨਿੰਗ ਤੇ ਆਪ ਜੀਆਂ ਦਾ ਤਹਿ ਦਿਲੋਂ ਧੰਨਵਾਦ ਤੋ ਆਪ ਜੀ ਦੇ ਨਾਲ in the next session we'll be having Sardar Kaviraj Singh ji who is the ਮੁੱਖ ਸੇਵਾਦਾਰ of International Institute of Gurmat Studies ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਸਿੱਖੀ ਦੇ ਪ੍ਰਚਾਰ ਮੀਡੀਅਮ ਦੀ ਕਿ ਸਿੱਖੀ ਦਾ ਜਿਹੜਾ ਪ੍ਰਚਾਰ ਮੀਡੀਅਮ ਅਕ੍ਰੋਸ ਵਰਲਡ ਜੋ ਫੋਲੋ ਕੀਤਾ ਜਾ ਰਿਹਾ ਹੈ ਕੀ ਉਹ ਠੀਕ ਹੈ ਜੇ ਠੀਕ ਹੈ ਤੇ ਉਸ ਵਿੱਚ ਕੀ ਕੁਝ ਚੀਜ਼ਾਂ ਵਰਕ ਕਰ ਰਹੀਆਂ ਨੇ ਕੀ ਕੁਝ ਚੀਜ਼ਾਂ ਸਾਨੂੰ ਹੋਰ ਉਹਨਾਂ ਨੂੰ ਇੰਪਰੂਵ ਕਰਨ ਦੀ ਲੋੜ ਹੈ ਤੇ ਉਹ ਵਿਚਾਰਾਂ ਉਹਨਾਂ ਦੇ ਨਾਲ ਹੋਣਗੀਆਂ ਸੋ ਥੈਂਕ ਯੂ ਸੋ ਮਚ ਆਲ ਐਂਡ ਪਲੀਜ਼ ਪਿਆਰਿਓ ਆਪ ਜੀ ਦੇ ਬੜੇ ਸੁਜੈਸ਼ਨ ਸੁਝਾਅ ਸਾਨੂੰ ਮਿਲਦੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਹੋਰ ਇੰਪਰੂਵ ਕਰਕੇ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਆਪ ਜੀ ਦੇ ਸਾਹਮਣੇ ਆਈਏ ਸੋ ਪਲੀਜ਼ ਕੀਪ ਔਨ ਸ਼ੇਅਰਿੰਗ your feedbacks, your comments about this session and also the sessions going forward. So Pyareo, thank you so much all again for joining. Phullan Chukka di Khiba. Waheguru Ji Ka Khalsa, Waheguru Ji Ki Fateh.